ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰਾਂ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤਿ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਅਸੀਂ ਸਾਰੇ ਵੀਰ ਭੈਣਾਂ ਮਿਲ ਕੇ ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦੀ ਵਿਚਾਰ ਸਾਂਝੀ ਕਰ ਰਹੇ ਹਾਂ। ਸੁਖਮਨੀ ਸਾਹਿਬ ਜੀ ਦੀ ਪਾਵਨ ਬਾਣੀ ਦਾ ਜੋ ਕੇਂਦਰੀ ਭਾਵ ਹੈ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ। ਕਿ ਜੋ ਪ੍ਰਭੂ ਦਾ ਨਾਮ ਯਾਨੀ ਰੱਬ ਦਾ ਹੁਕਮ ਹੈ, ਉਹ ਸਾਰੇ ਸੁੱਖਾਂ ਦੀ ਮਣੀ ਹੈ, ਭਾਵ ਸਾਰੇ ਸੁੱਖਾਂ ਦਾ ਮੂਲ ਹੈ। ਜੋ ਰੱਬੀ ਰਜਾ ਭਾਣੇ ਦੇ ਵਿੱਚ ਤੁਰਦੇ ਨੇ, ਉਹਨਾਂ ਨੂੰ ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਸੁੱਖ ਮਿਲਦੇ ਨੇ। ਤੇ ਰੱਬ ਦੇ ਭਗਤ ਉਹ ਕਹਿ ਜਾਂਦੇ ਨੇ ਜੋ ਹੁਕਮ ਰਜਾ ਦੇ ਅੰਦਰ ਚੱਲਦੇ ਨੇ, ਯਾਨੀ ਰੱਬ ਦੀ ਰਜਾ ਦੇ ਵਿੱਚ ਤੁਰਨਾ ਹੀ ਰੱਬ ਦੀ ਭਗਤੀ ਹੈ, ਔਰ ਰੱਬ ਦੀ ਰਜਾ ਦੇ ਵਿੱਚ ਤੁਰਨਾ ਹੀ ਸਾਰੇ ਸੁੱਖਾਂ ਦਾ ਮੂਲ ਹੈ। ਆਓ ਅਗਲੀ ਵਿਚਾਰ ਅਸੀਂ ਕਰਨ ਦਾ ਯਤਨ ਕਰੀਏ। ਮਨ ਮੂਰਖ ਕਾਹੇ ਬਿਲ ਲਾਈਏ। ਬਿਲ ਲਾਈਏ ਦਾ ਮਤਲਬ ਪੁਕਾਰ ਕਰੀਏ ਜਾਂ ਖਪੀਏ, ਵਿਲਕੀਏ, ਤੰਗ ਹੋਈਏ। ਗੁਰੂ ਜੀ ਕਹਿੰਦੇ ਨੇ, ਹੇ ਮੇਰੇ ਮੂਰਖ ਮਨ, ਦੁੱਖ ਮਿਲਣ ਤੇ ਕਿਉਂ ਵਿਲਕਦਾ ਹੈ। ਜੇ ਸਾਡੀ ਜ਼ਿੰਦਗੀ ਵਿੱਚ ਖੁਸ਼ੀ ਆ ਜਾਏ ਨਾ, ਫਿਰ ਤਾਂ ਹਰ ਬੰਦਾ ਖੁਸ਼ ਹੈ ਹੀ ਹੈ। ਲੇਕਿਨ ਜਦੋਂ ਕਿਤੇ ਜ਼ਿੰਦਗੀ ਵਿੱਚ ਕੋਈ ਦੁੱਖ ਆਉਂਦਾ ਹੈ ਤੇ ਉਦੋਂ ਬੰਦਾ ਵਿਲਕਦਾ ਹੈ, ਵਿਰਲਾਪ ਕਰਦਾ ਹੈ, ਦੁਖੀ ਹੁੰਦਾ ਹੈ, ਰੋਂਦਾ ਹੈ, ਜਾਂ ਜੋ ਵੀ ਜਿਸ ਤਰ੍ਹਾਂ ਵੀ ਆਪਣੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ, ਪਰੇਸ਼ਾਨ ਹੋ ਜਾਂਦਾ ਹੈ। ਬਚਨ ਕਰਦੇ ਨੇ ਕਿ ਪੁਰਬ ਲਿਖੇਗਾ ਲਿਖਿਆ ਪਾਈਐ। ਪੁਰਬ ਲਿਖੇਗਾ, ਇੱਥੇ ਥੋੜਾ ਵਿਸ਼ਰਾਮ ਦੇਣਾ ਹੈ, ਲਿਖਿਆ ਪਾਈਐ। ਪੁਰਬ ਦਾ ਮਤਲਬ ਪਹਿਲੋਂ ਦਾ, ਜੋ ਅਸੀਂ ਪਿਛਲੇ ਸਮੇਂ ਦੇ ਵਿੱਚ ਕੰਮ ਕੀਤਾ ਹੈ। ਹੁਣ ਦੇ ਸਮੇਂ ਤੋਂ, ਜਿਵੇਂ ਇਸ ਟਾਈਮ 2:30 ਵਜੇ 1:30 ਵਜਿਆ ਹੈ, ਤਾਂ ਆਪਣੀ ਜ਼ਿੰਦਗੀ ਵਿੱਚ ਹੁਣ ਦੇ 1:30 ਵਜਣ ਤੋਂ ਪਹਿਲਾਂ ਜੋ ਅਸੀਂ ਕੰਮ ਕਰ ਚੁੱਕੇ ਹਾਂ ਪਿਛਲੀ ਜ਼ਿੰਦਗੀ ਵਿੱਚ, ਐਸੇ ਜੀਵਨ ਦੇ ਅੰਦਰ, ਉਹਨਾਂ ਕੀਤੇ ਹੋਏ ਕਰਮਾਂ ਦਾ ਜੋ ਲੇਖ ਬਣਿਆ ਹੈ। ਲਿਖਿਆ ਦਾ ਮਤਲਬ ਜੋ ਸਾਡੇ ਅੰਦਰ ਲੇਖ ਲਿਖੇ ਗਏ ਨੇ, ਮੀਨਸ ਸੰਸਕਾਰ ਬਣ ਗਏ ਨੇ। ਉਹਨਾਂ ਸੰਸਕਾਰਾਂ ਤੋਂ ਸਾਡਾ ਸੁਭਾਅ ਬਣ ਗਿਆ, ਤੇ ਉਹ ਜਿਹੜਾ ਸੁਭਾਅ ਦਾ ਬੀਜ ਹੈ ਨਾ, ਅੰਦਰ ਬੀਜਿਆ ਗਿਆ, ਲਿਖਿਆ ਗਿਆ, ਉਹਦਾ ਅਸੀਂ ਫਲ ਭੁਗਤਦੇ ਹਾਂ। ਜੋ ਵੀ ਜ਼ਿੰਦਗੀ ਦੇ ਅੰਦਰ ਹੁਣ ਤੱਕ ਪਿਛਲੇ ਜੀਵਨ ਵਿੱਚ ਅਸੀਂ ਕਰਮ ਕੀਤੇ ਨੇ, ਜੋ ਸੋਚਿਆ, ਜੋ ਬੋਲਿਆ, ਜੋ ਵੇਖਿਆ, ਜੋ ਕਮਾਇਆ, ਜੋ ਕੁਛ ਕੀਤਾ, ਉਹ ਸਾਡਾ ਇੱਕ ਸੰਸਕਾਰ ਬਣ ਗਏ, ਸੁਭਾਅ ਬਣ ਗਿਆ। ਉਸ ਸੁਭਾਅ ਮੁਤਾਬਕ, ਬਣੇ ਹੋਏ ਸੁਭਾਅ ਮੁਤਾਬਕ ਅਸੀਂ ਵਿਹਾਰ ਕੀਤਾ, ਬੀਜ ਬੀਜਿਆ, ਤੇ ਉਸ ਕਰਮ ਦਾ ਹੀ ਫਲ ਸਾਨੂੰ ਮਿਲਦਾ ਹੈ। ਇਹਦੇ ਵਿੱਚ ਕਿਸੇ ਦਾ ਕੋਈ ਦੋਸ਼ ਨਹੀਂ ਹੈ, ਇਹ 'ਚ ਵਿਰਲਾਪ ਕਰਨ ਦੀ ਕੋਈ ਗੱਲ ਨਹੀਂ, ਦੁਖੀ ਹੋਣ ਦੀ ਲੋੜ ਨਹੀਂ। ਸੈਲਫ ਐਨਾਲਿਸਿਸ ਕਰਨ ਦੀ ਲੋੜ ਹੈ ਕਿ ਮੈਨੂੰ ਆਪਣੇ ਹੀ ਕੀਤੇ ਹੋਏ ਕਰਮ ਦਾ ਫਲ ਮਿਲ ਰਿਹਾ ਹੈ, ਜੋ ਮੈਂ ਐਸੇ ਜ਼ਿੰਦਗੀ ਦੇ ਅੰਦਰ ਕੀਤਾ ਹੈ। ਜੋ ਮੈਂ ਹੁਣ ਕਰਾਂਗਾ, ਉਹਦਾ ਫਲ ਅਗਲੇ ਆਉਣ ਵਾਲੇ ਕੱਲ ਦੇ ਅੰਦਰ, ਆਉਣ ਵਾਲੇ ਸਮੇਂ ਦੇ ਅੰਦਰ ਮਿਲੇਗਾ। ਤਾਂ ਇਹ ਚੀਜ਼ ਬੜੇ ਧਿਆਨ ਦੇ ਨਾਲ ਸਮਝਣ ਵਾਲੀ ਹੈ, ਕਿਉਂਕਿ ਸਾਡੀ ਜ਼ਿੰਦਗੀ ਦੇ ਅੰਦਰ ਬਹੁਤ ਸਾਰੇ ਜਿਹੜੇ ਲੋਕ ਨੇ, ਐਸਾ ਪ੍ਰਚਾਰ ਦਿੱਤਾ ਗਿਆ ਕਿ ਪਿਛਲੇ ਜਿਹੜੇ ਜਨਮ ਨੇ, ਉਹਨਾਂ ਦੇ ਵਿੱਚ ਜੋ ਸਾਡੀ ਕਿਸਮਤ ਲਿਖੀ ਸੀ, ਉਹਨਾਂ ਦਾ ਫਲ ਅਸੀਂ ਇੱਥੇ ਭੁਗਤਦੇ ਹਾਂ, ਇੱਥੋਂ ਵਾਲਿਆਂ ਦਾ ਫਿਰ ਅੱਗੇ ਭੁਗਤਾਂਗੇ। ਇਹ ਸਾਰਾ ਪੁਜਾਰੀ ਦਾ ਮਿਥਿਆ ਹੋਇਆ ਢਾਂਚਾ ਸੀ ਕਿ ਜਿਹੜੇ ਪਿਛਲੇ ਜਨਮਾਂ ਦੇ ਫਲ ਨੇ, ਉਹਨਾਂ ਦਾ ਫਲ ਤੁਹਾਨੂੰ ਇੱਥੇ ਮਿਲ ਰਿਹਾ ਹੈ। ਇੱਥੇ ਮਾੜੇ ਕਰਮ ਕਰੋਗੇ ਤੇ ਅੱਗੇ ਮਿਲੇਗਾ। ਜੇ ਤੁਸੀਂ ਪਿਛਲੇ ਜਨਮਾਂ ਦੇ ਕਰਮਾਂ ਦਾ ਫਲ ਖਤਮ ਕਰਨਾ ਚਾਹੁੰਦੇ ਹੋ, ਤਾਂ ਫਿਰ ਕਿਸੇ ਪੁਜਾਰੀ ਨੂੰ ਦਾਨ ਦਿਓ, ਜਾਂ ਕੋਈ ਵੀ ਕਰਮ ਜਿਹੜਾ ਹੈ, ਕੋਈ ਪੁੰਨ ਦਾਨ ਕਰੋ, ਤੇ ਤੁਹਾਡੇ ਕਰਮ ਜਿਹੜੇ ਨੇ ਉਹ ਮਿਟ ਜਾਣਗੇ। ਗੁਰਦੇਵ ਪਾਤਸ਼ਾਹ ਨੇ ਇਹਨਾਂ ਚੀਜ਼ਾਂ ਦਾ ਖੰਡਨ ਕੀਤਾ ਹੈ। ਉਹ ਕਹਿੰਦੇ ਨੇ ਕਿ ਐਸੇ ਜਨਮ ਦੇ ਅੰਦਰ ਜੋ ਤੁਸੀਂ ਕਰਮ ਕਰਦੇ ਹੋ, ਉਹਨਾਂ ਦਾ ਹੀ ਕਰਮ ਦਾ ਫਲ ਤੁਹਾਨੂੰ ਮਿਲਦਾ ਹੈ। ਕੋਈ ਪੁਜਾਰੀ, ਕੋਈ ਬਾਬਾ ਤੁਹਾਡੇ ਪਿਛਲੇ ਜਨਮਾਂ ਦੇ ਫਲਾਂ ਨੂੰ ਨਾ ਬਦਲ ਸਕਦਾ, ਨਾ ਬਦਲਿਆ ਜਾਏਗਾ, ਤੁਹਾਨੂੰ ਆਪ ਬਦਲਣਾ ਪੈਣਾ। ਜੇ ਪਿਛਲੇ ਜਨਮ ਵਿੱਚ, ਮੀਨਸ ਕਿ ਜੋ ਹੁਣ ਤੋਂ ਪਿੱਛੇ ਸਮਾਂ ਬੀਤ ਗਿਆ, ਜੇ ਉਹਦੇ ਵਿੱਚ ਮੈਂ ਪੜ੍ਹਾਈ ਕੀਤੀ ਹੈ, ਹੋਮਵਰਕ ਕੀਤਾ ਹੈ, ਤਾਂ ਮੈਂ ਸਕੂਲ ਦੇ ਪੇਪਰਾਂ ਵਿੱਚ ਪਾਸ ਹੋ ਜਾਵਾਂਗਾ। ਤੇ ਜੇ ਮੈਂ ਸਕੂਲ ਵਿੱਚ ਪੇਪਰ ਦੇਣ ਜਾ ਰਿਹਾ ਪਰ ਮੈਂ ਸਾਰਾ ਸਾਲ ਪੜ੍ਹਿਆ ਹੀ ਨਹੀਂ, ਤਾਂ ਫਿਰ ਤਾਂ ਪਾਸ ਨਹੀਂ ਨਾ ਹੋਵਾਂਗਾ। ਫਿਰ ਕਿਹਦਾ ਮੈਨੂੰ ਫਲ ਮਿਲਿਆ? ਮੇਰੇ ਆਪਣੇ ਪੁਰਲੇ ਕਰਮ ਦਾ, ਜੋ ਕਿ ਮੈਂ ਸਾਰਾ ਸਾਲ ਪੜ੍ਹਾਈ ਹੀ ਨਹੀਂ ਕੀਤੀ। ਹੁਣ ਤੁਸੀਂ ਉਹ ਜੌਬ ਤੇ ਜਾਓਗੇ,
ਜੌਬ ਕਰੋਗੇ ਤਾਂ ਹੀ ਵੀਕ ਬਾਅਦ ਜਾਂ ਮਹੀਨੇ ਬਾਅਦ ਜਿਹੜਾ ਵੀ ਸਿਸਟਮ ਹੈ ਤਨਖਾਹ ਮਿਲੇਗੀ। ਤੇ ਜੇ ਜੌਬ ਕਰੋ ਹੀ ਨਾ ਤਾਂ ਤਨਖਾਹ ਥੋੜਾ ਮਿਲੇਗੀ। ਜੇ ਹੁਣ ਤੁਸੀਂ ਥੋੜੀ ਦੇਰ ਪਹਿਲਾਂ ਮੰਨ ਲਓ ਕਿਸੇ ਭੈਣ ਨੇ ਪਰੌਂਠੇ ਪਕਾਏ ਨੇ, ਤਾਂ ਉਹਨੇ ਪਹਿਲਾਂ ਆਟਾ ਗੁੰਨਿਆ, ਆਟਾ ਗੁੰਨ ਕੇ ਪੇੜੇ ਕੀਤੇ, ਗੈਸ ਵਾਲੀ, ਉੱਤੇ ਪਰੌਂਠਾ ਬਣਾ ਕੇ ਤਵੇ ਤੇ ਪਾਇਆ, ਤਾਂ ਹੀ ਉਹਨੇ ਪਰੌਂਠਾ ਖਾਧਾ ਨਾ, ਕਿਉਂਕਿ ਪਿਛਲੇ ਜਨਮ ਵਿੱਚ, ਜਨਮ ਦਾ ਮਤਲਬ ਪਿਛਲੇ ਸਮੇਂ ਵਿੱਚ ਉਹਨੇ ਕੰਮ ਕੀਤਾ ਹੈ ਤੇ ਪਰੌਂਠਾ ਖਾ ਲਿਆ। ਤੇ ਜਿਹੜੀ ਭੈਣ ਨਹੀਂ ਮਤਲਬ ਪਤੀ ਨਾਲ ਲੜ ਕੇ ਬੈਠੀ ਤੋਂ ਬੈਠੀ ਭੁੱਖੀ, ਪਤੀ ਵੀ ਭੁੱਖਾ ਬੈਠਾ ਹੈ। ਯਾਨੀ ਸਾਨੂੰ ਅਸੀਂ ਕੰਮ ਜੋ ਕਰਾਂਗੇ ਉਹਦਾ ਸਾਨੂੰ ਅਗਲੇ ਜਨਮ ਦੇ ਵਿੱਚ ਫਲ ਮਿਲੇਗਾ। ਇਸ ਕਰਕੇ ਪਿਛਲੇ ਜਨਮ ਦਾ ਮਤਲਬ ਐਸੇ ਜ਼ਿੰਦਗੀ ਦੇ ਅੰਦਰ ਜੋ ਬੀਤਿਆ ਹੋਇਆ ਪਿਛਲਾ ਸਮਾਂ ਹੈ। ਇੱਥੇ ਜਦੋਂ ਤੁਸੀਂ ਭਾਈ ਸਾਹਿਬ ਸਿੰਘ ਜੀ ਦੇ ਲਿਖੇ ਹੋਏ ਅਰਥ ਪੜੋਗੇ ਨਾ, ਤਾਂ ਪੂਰਬ ਦਾ ਅਰਥ ਲਿਖ ਰਹੇ ਨੇ ਪਹਿਲੇ, ਪੂਰਬ ਲਿਖੇਗਾ, ਲਿਖ ਰਹੇ ਨੇ ਪਹਿਲੇ ਸਮੇਂ ਦੇ ਕੀਤੇ ਕਰਮਾਂ ਦਾ, ਤੇ ਨਾਲ ਲਿਖ ਰਹੇ ਨੇ ਹੁਣ ਤੋਂ ਪਹਿਲੇ ਸਮੇਂ ਦੇ ਬੀਤੇ ਦਾ। ਲਿਖਿਆ ਦਾ ਅਰਥ ਲਿਖ ਰਹੇ ਨੇ ਸੰਸਕਾਰ ਰੂਪ, ਲੇਖ, ਸੁਭਾਅ, ਯਾਨੀ ਜਿਹੜਾ ਸਾਡਾ ਸੁਭਾਅ ਬਣ ਗਿਆ ਨਾ, ਉਸ ਸੁਭਾਅ ਮੁਤਾਬਕ ਅਸੀਂ ਜ਼ਿੰਦਗੀ ਜੀਂਦੇ ਆ ਤੇ ਉਹਦਾ ਹੀ ਸਾਨੂੰ ਫਲ ਮਿਲਦਾ ਹੈ। ਇਹਨੂੰ ਥੋੜਾ ਜਿਹਾ ਹੋਰ ਸਮਝ ਲਓ। ਕਈਆਂ ਦਾ ਸੁਭਾਅ ਬਣ ਜਾਂਦਾ ਨਾ ਕੌੜਾ ਬੋਲਣ ਦਾ, ਹੁਣ ਸੁਭਾਅ ਬਣ ਚੁੱਕਾ ਹੈ ਤੇ ਉਹ ਵਿਚਾਰੇ ਉਸ ਤਰ੍ਹਾਂ ਬੋਲਦੇ ਨੇ, ਤੇ ਕੌੜਾ ਬੋਲੋਗੇ ਤੇ ਅੱਗੋਂ ਵੀ ਪ੍ਰੋਬਲਮ ਕ੍ਰੀਏਟ ਹੋਏਗੀ। ਹੁਣ ਸੁਭਾਅ ਪੱਕ ਗਿਆ ਹੈ, ਜੇ ਉਸ ਸੁਭਾਅ ਨੂੰ ਬਦਲਣਾ ਚਾਹੁੰਦੇ ਆ ਤੇ ਹੁਣ ਸਾਨੂੰ ਟਰਾਈ ਕਰਨੀ ਪਵੇਗੀ। ਕਈ ਲੋਕ ਨੇ ਉਹਨਾਂ ਦਾ ਸੁਭਾਅ ਬੜਾ ਮਿੱਠਾ ਹੈ, ਬੜਾ ਪਿਆਰੇ ਬੋਲ ਬੋਲਦੇ ਨੇ, ਤੇ ਜਦੋਂ ਪਿਆਰੇ ਮਿੱਠੇ ਚੰਗੇ ਬੋਲ ਬੋਲਣਗੇ ਤਾਂ ਉਹਨਾਂ ਨੂੰ ਫਲ ਵੀ ਜਿਹੜਾ ਉਹ ਠੀਕ ਮਿਲੇਗਾ। ਇਸ ਲਈ ਜ਼ਰੂਰਤ ਹੈ, ਗੁਰੂ ਜੀ ਕਹਿੰਦੇ ਨੇ ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ, ਕਿ ਇਹ ਮੇਰੇ ਮੂਰਖ ਮਨ ਕਿਉਂ ਵਿਲਕਦਾ ਹੈ ਦੁੱਖ ਮਿਲਣ ਤੇ। ਕਿਉਂਕਿ ਆਪਣੇ ਹੀ ਪਿਛਲੇ ਜੀਵਨ ਦਾ, ਜਿਹੜਾ ਐਸੇ ਜੀਵਨ ਦੇ ਵਿੱਚ ਪਿਛਲੇ ਸਮੇਂ ਦੇ ਅੰਦਰ ਜੋ ਕੀਤੇ ਹੋਏ ਕਰਮ ਨੇ, ਬਣਿਆ ਹੋਇਆ ਸੁਭਾਅ ਹੈ, ਉਸ ਸੁਭਾਅ ਮੁਤਾਬਕ ਕੀਤੇ ਹੋਏ ਕੰਮਾਂ ਦਾ ਹੀ ਫਲ ਤੈਨੂੰ ਮਿਲ ਰਿਹਾ ਹੈ। ਇਸ ਲਈ ਜੇ ਤੂੰ ਦੁੱਖਾਂ ਤੋਂ ਬਚਣਾ ਚਾਹੁੰਦਾ ਹੈ ਤਾਂ ਫਿਰ ਬਾਕੀ ਕਰਮਾਂ ਨੂੰ ਛੱਡ ਕੇ ਆਪਣੇ ਜੀਵਨ ਦੇ ਕਰਮਾਂ ਨੂੰ ਬਦਲ, ਆਪਣਾ ਸੁਭਾਅ ਬਦਲ, ਬੋਲ ਬਦਲ, ਔਰ ਆਪਣੀ ਜੀਵਨ ਦੀ ਡਾਇਰੈਕਸ਼ਨ ਬਦਲ, ਤੇਰਾ ਜੀਵਨ ਵੀ ਠੀਕ ਹੋ ਸਕਦਾ ਹੈ। ਦੁੱਖ ਸੁਖ ਪ੍ਰਭ ਦੇਵਨਹਾਰ, ਦੁੱਖ ਔਰ ਸੁਖ ਦੇਣ ਵਾਲਾ ਪ੍ਰਭੂ ਹੈ। ਦੇਖੋ ਕਰਮ ਸਾਡੇ ਨੇ ਤੇ ਸੁਖ ਔਰ ਦੁੱਖ ਪ੍ਰਭੂ ਵੱਲੋਂ ਮਿਲਣਾ ਹੈ, ਸਿਸਟਮ ਦੇ ਅੰਦਰ, ਹੁਕਮ ਦੇ ਅੰਦਰ। ਅਸੀਂ ਥੋੜਾ ਜਿਹਾ ਇਸ ਚੀਜ਼ ਨੂੰ ਸਮਝੀਏ, ਲਾਲ ਬੱਤੀ ਤੇ ਅਸਾਂ ਰੁਕਣਾ ਹੈ, ਇਹ ਨੇਮ ਬਣਾ ਦਿੱਤਾ ਹੈ ਸਰਕਾਰ ਵੱਲੋਂ। ਟ੍ਰੈਫਿਕ ਦਾ ਨਿਯਮ ਹੈ ਕਿ ਲਾਲ ਬੱਤੀ ਤੇ ਰੁਕਣਾ ਹੈ। ਹੁਣ ਲਾਲ ਬੱਤੀ ਤੇ ਰੋਕਣ ਵਾਸਤੇ ਸਾਡੀ ਕਾਰ ਦੇ ਵਿੱਚ ਹਰ ਟਾਈਮ ਕੋਈ ਸਿਪਾਹੀ ਨਹੀਂ ਛੱਡਿਆ ਗਵਰਨਮੈਂਟ ਨੇ, ਕਿ ਜਦੋਂ ਤੁਸੀਂ ਕਾਰ ਚਲਾਓਗੇ ਤੁਹਾਡੇ ਨਾਲ ਸਿਪਾਹੀ ਬੈਠਾ ਹੋਏਗਾ, ਤੁਹਾਨੂੰ ਕਹੇਗਾ ਰੁਕੋ ਤਾਂ ਤੁਸੀਂ ਰੁਕੋਗੇ। ਛੱਡਿਆ ਨਹੀਂ ਨਾ ਹੈ, ਨਿਯਮ ਬਣਾ ਦਿੱਤਾ ਹੈ ਕਿ ਲਾਲ ਬੱਤੀ ਤੇ ਰੁਕਣਾ ਹੈ। ਜਿਹੜਾ ਲਾਲ ਬੱਤੀ ਕ੍ਰੋਸ ਕਰੇਗਾ ਉਹਨੂੰ ਇੰਨਾ ਫਾਈਨ ਹੋਏਗਾ, ਐਕਸੀਡੈਂਟ ਹੋ ਸਕਦਾ ਹੈ, ਉਹਨੂੰ ਸਜ਼ਾ ਮਿਲੇਗੀ। ਹੁਣ ਜੇ ਕੋਈ ਬੰਦਾ ਘਰੋਂ ਨਿਕਲੇ ਤੇ ਇਹ ਬੋਲਦਾ ਜਾਏ ਲਾਲ ਬੱਤੀ ਤੇ ਰੁਕਣਾ ਹੈ, ਲਾਲ ਬੱਤੀ ਤੇ ਰੁਕਣਾ ਹੈ, ਲਾਲ ਬੱਤੀ ਤੇ ਰੁਕਣਾ ਹੈ, ਤੇ ਅੱਗੇ ਲਾਲ ਬੱਤੀ ਜਗ ਰਹੀ ਹੋਵੇ ਤੇ ਬੰਦਾ ਰੁਕੇ ਨਾ, ਤੇ ਲਾਲ ਬੱਤੀ ਤੇ ਰੁਕਣਾ ਹੈ, ਲਾਲ ਬੱਤੀ ਤੇ ਰੁਕਣਾ ਹੈ ਕਰਦਾ ਕਰਦਾ ਕਾਰ ਕੱਢ ਦਵੇ ਤੇ ਕਾਰ ਦਾ ਹੋ ਜਾਏ ਐਕਸੀਡੈਂਟ, ਤੇ ਉਧਰ ਪੁਲਿਸ ਵਾਲਾ ਆਣ ਕੇ ਉਹਨੂੰ ਫੜੇ, ਉਹਨੂੰ ਜੁਰਮਾਨਾ ਲਗਾਏ, ਤੇ ਉਹ ਬੰਦਾ ਫਿਰ ਵੀ ਕਰ ਰਿਹਾ ਹੋਵੇ ਲਾਲ ਬੱਤੀ ਤੇ ਰੁਕਣਾ ਹੈ, ਲਾਲ ਬੱਤੀ ਤੇ ਰੁਕਣਾ ਹੈ, ਤੇ ਸਿਪਾਹੀ ਨੂੰ ਕਵੇ ਵੀ ਮੈਂ ਤੇ ਯਾਰ ਬੋਲ ਰਿਹਾ ਵਾਂ ਲਗਾਤਾਰ ਲਾਲ ਬੱਤੀ ਤੇ ਰੁਕਣਾ, ਮੈਂ ਤੇ ਘਰੋਂ ਤੁਰਨ ਲੱਗੇ ਹੀ ਕਹਿਣਾ ਸ਼ੁਰੂ ਕਰ ਦਿੱਤਾ ਸੀ। ਉਹ ਕਹਿੰਦਾ ਵੀ ਕਹਿਣਾ ਸ਼ੁਰੂ ਕੀਤਾ ਸੀ, ਰੁਕਿਆ ਤੇ ਨਹੀਂ ਨਾ, ਸਾਹਮਣੇ ਬੰਦੇ ਦੀਆਂ ਲੱਤਾਂ ਤੋਂ ਤੋੜੀਆਂ ਪਈਆਂ ਨੇ, ਕਹਿਣ ਨਾਲ ਗੱਲ ਨਹੀਂ ਬਣਨੀ, ਰੁਕਣਾ ਪੈਣਾ ਨਾ। ਤਾਂ ਨਹੀਂ ਰੁਕੇ ਤਾਂ ਇਹ ਸਾਡੀ ਮਰਜ਼ੀ ਹੈ, ਪਰ ਹੁਣ ਜਦੋਂ ਉਹਦਾ ਸਜ਼ਾ ਮਿਲਣੀ ਹੈ ਉਦੋਂ ਸਾਡੀ ਮਰਜ਼ੀ ਨਹੀਂ ਚੱਲਣੀ, ਉਦੋਂ ਮਰਜ਼ੀ ਕਾਨੂੰਨ ਦੀ ਚੱਲੇਗੀ। ਇਹ ਗੱਲ ਸਮਝਣ ਵਾਲੀ ਹੈ। ਕਰਮ ਕਰਨ ਲੱਗਿਆ ਅਸੀਂ ਸਾਰੇ ਆਜ਼ਾਦ ਹਾਂ ਸਿਸਟਮ ਦੇ ਅੰਦਰ, ਪਰ ਜਿਹੜਾ ਉਹਦਾ ਫਲ ਹੈ ਉਹ ਫਲ ਭੁਗਤਣ ਲੱਗਿਆ ਆਜ਼ਾਦ ਨਹੀਂ ਹਾਂ, ਉਹ ਸਿਸਟਮ ਦੇ ਵਿੱਚ ਹੀ ਮਿਲੇਗਾ। ਤੁਸੀਂ ਕਣਕ ਬੀਜਦੇ ਹੋ ਜਾਂ ਚਣੇ ਬੀਜਦੇ ਹੋ, ਤੁਸੀਂ ਆਜ਼ਾਦ ਹੋ, ਲੇਕਿਨ ਉੱਗੇਗੀ ਉਹੀ ਚੀਜ਼ ਜਿਹੜੀ ਬੀਜੋਗੇ। ਇਹ ਨਹੀਂ ਕਿ ਕਣਕ ਬੀਜ ਕੇ ਚਣੇ ਉਗਾਉਣ, ਚਣੇ ਬੀਜਾਂ ਝੋਨਾ ਉਗਾਵੇ, ਐਵੇਂ ਨਹੀਂ ਹੋਣਾ। ਬੀਜ ਬੀਜਣ ਲੱਗਿਆ ਤੁਸੀਂ ਬਿਲਕੁਲ ਆਜ਼ਾਦ ਹੋ, ਆਪਣੇ ਖੇਤ ਵਿੱਚ ਜਿਹੜਾ ਮਰਜ਼ੀ ਬੀਜ ਬੀਜੋ, ਕਿੱਕਰ ਬੀਜ ਦਿਓ, ਅੰਗੂਰ ਬੀਜ ਦਿਓ, ਤੁਹਾਡੀ ਮਰਜ਼ੀ, ਖਰਬੂਜੇ ਬੀਜੋ, ਤੁੰਮੇ ਬੀਜੋ, ਪਰ ਤੁੰਮੇ ਬੀਜ ਕੇ ਖਰਬੂਜੇ ਨਹੀਂ ਉਗਣਗੇ। ਇਸ ਲਈ ਗੁਰੂ ਜੀ ਕਹਿੰਦੇ ਨੇ ਰੱਬ ਜਿਹੜਾ ਹੈ ਉਹ ਸੁੱਖ ਦੁੱਖ ਦੇਣ ਵਾਲਾ ਹੈ ਕਰਮਾਂ ਦੇ ਅਨੁਸਾਰ।
ਇਸ ਲਈ ਅਵਰ ਤਿਆਗ ਤੂੰ ਤਿਸਹਿ ਚਿਤਾਰ, ਹੋਰ ਆਸਰੇ ਛੱਡ ਕੇ ਰੱਬ ਨੂੰ ਯਾਦ ਕਰ, ਰੱਬ ਨੂੰ ਆਪਣੇ ਚੇਤੇ ਵਿੱਚ ਵਸਾ, ਰੱਬ ਦੇ ਹੁਕਮ ਨੂੰ ਚੇਤੇ ਵਿੱਚ ਵਸਾ, ਬਾਕੀ ਗੱਲਾਂ ਛੱਡ। ਹੁਣ ਬਾਕੀ ਗੱਲਾਂ ਛੱਡਣ ਦਾ ਮਤਲਬ ਇਹ ਨਹੀਂ ਕਿ ਕੰਮ ਕਰਨਾ ਛੱਡ ਦਿਓ, ਕਿਰਤ ਕਰਨੀ ਛੱਡ ਦਿਓ, ਨਾ। ਬਾਕੀ ਕੰਮਾਂ ਦਾ ਮਤਲਬ ਕਿ ਜਿਹੜੇ ਹੋਰ ਕੰਮ ਨੇ ਨਾ, ਕਰਮ ਕਾਂਡ, ਕਿ ਤੀਰਥਾਂ ਤੇ ਨਹਾਉਣ ਨਾਲ ਮੈਨੂੰ ਸੁੱਖ ਮਿਲ ਜਾਏਗਾ, ਜਾਂ ਹੋਰ ਜਪ ਤਪ ਸੰਜਮ ਕਰਨ ਦੇ ਨਾਲ, ਗੁਰੂ ਜੀ ਕਹਿੰਦੇ ਨੇ ਇਹਨਾਂ ਬਾਕੀ ਸਾਰੇ ਕੰਮਾਂ ਨੂੰ ਛੱਡ ਦੇ, ਰੱਬ ਦੇ ਹੁਕਮ ਨੂੰ ਚੇਤੇ ਵਿੱਚ ਰੱਖ, ਰੱਬ ਦੇ ਸਿਸਟਮ ਨੂੰ ਸਮਝ, ਕੁਦਰਤ ਦੇ ਨਿਯਮਾਂ ਨੂੰ ਸਮਝ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ। ਜੇ ਤੂੰ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ ਲਵੇਂ, ਉਹਨਾਂ ਨੂੰ ਅਮਲ ਦੇ ਵਿੱਚ ਲਿਆਵੇਂ, ਤਾਂ ਫਿਰ ਤੇਰੇ ਜਿਹੜੇ ਦੁੱਖ ਨੇ ਉਹ ਖਤਮ ਹੋ ਸਕਦੇ ਨੇ। ਇਸ ਲਈ ਬਾਕੀ ਸਾਰੇ ਕਰਮ ਕਾਂਡ ਛੱਡ ਕੇ ਇੱਕ प्रभु दे गुण गा और उस प्रभु की रजा पाने दे अंदर तुमने वही काम किया ना, तुमने बोला था 2 दिन उसको बोल लो, तीसरा दिन इधर काम करो आके, फिर क्या करेगा? मेरा काम छोड़ तुमने उनका करे सोई सुख मान, नाल की कर जो कछ करे सोई सुख मान। जो कछ करे दा मतलब जो प्रभु करदा है ਉਹਨੂੰ ਸੁੱਖ ਸਮਝ, ਸੁੱਖ ਦਾ ਮਤਲਬ ਉਹਨੂੰ ਭਲਾ ਸਮਝ, ਜੋ ਰੱਬ ਕਰਦਾ ਹੈ ਉਹਨੂੰ ਭਲਾ ਸਮਝ, ਉਹਦੇ ਵਿੱਚ ਸੁੱਖ ਹੈ। ਹੁਣ ਰੱਬ ਕੀ ਕਰਦਾ ਹੈ? ਰੱਬ ਨੇ ਨੇਮ ਬਣਾਏ ਨੇ ਨਾ ਕੁਦਰਤ ਦੇ, ਤੇ ਇਹਨਾਂ ਕੁਦਰਤ ਦੇ ਨੇਮਾਂ ਨੂੰ ਭਲਾ ਸਮਝ ਕੇ ਇਹਨਾਂ ਨੇਮਾਂ ਦੇ ਅੰਦਰ ਤੁਰਨਾ ਹੀ ਮੇਰੇ ਭਲੇ ਵਿੱਚ ਹੈ। ਜੇ ਨੇਮਾਂ ਨੂੰ ਤੋੜੇਗਾ ਤਾਂ ਇਹਦੇ ਵਿੱਚ ਤੇਰਾ ਭਲਾ ਨਹੀਂ, ਇਹਦੇ ਵਿੱਚ ਤੇਰਾ ਬੁਰਾ ਹੋਏਗਾ, ਇਹਦਾ ਰਿਜ਼ਲਟ ਮਾੜਾ ਨਿਕਲੇਗਾ। ਜਿਵੇਂ ਅਸੀਂ ਆਪਣੀ ਆਮ ਮਿਸਾਲ ਨਾਲ ਸਮਝੀਏ ਕਿ ਜਿਹੜੇ ਟ੍ਰੈਫਿਕ ਦੇ ਨੇਮ ਬਣਾਏ ਨੇ ਤਾਂ ਸਾਡੇ ਭਲੇ ਵਿੱਚ ਨੇ ਨਾ, ਜੇ ਅਸੀਂ ਇਹਦੇ ਵਿੱਚ ਤੁਰਾਂਗੇ ਤੇ ਭਲਾ ਹੈ। ਜੇ ਹਰ ਬੰਦਾ ਨੇਮਾਂ ਨੂੰ ਫੋਲੋ ਕਰੇ, ਕਾਨੂੰਨਾਂ ਨੂੰ ਫੋਲੋ ਕਰੇ ਤਾਂ ਭਲਾ ਹੈ, ਟ੍ਰੈਫਿਕ ਠੀਕ ਤਰ੍ਹਾਂ ਚੱਲੇਗੀ, ਇਹਦੇ ਵਿੱਚ ਸੁੱਖ ਮਿਲੇਗਾ। ਤੇ ਜੇ ਅਸੀਂ ਨੇਮਾਂ ਨੂੰ ਫੋਲੋ ਨਾ ਕਰੀਏ ਤਾਂ ਪ੍ਰੋਬਲਮ ਆਏਗੀ ਨਾ। ਇੱਕ ਬੰਦਾ ਨੇਮ ਤੋੜੇਗਾ, ਕਿੰਨੀ ਟ੍ਰੈਫਿਕ ਜਾਮ ਹੋ ਜਾਏਗੀ। ਇਸ ਲਈ ਸਾਡੇ ਕਰਮ ਦਾ ਫਲ ਕੇਵਲ ਸਾਡੇ ਵਾਸਤੇ ਨਹੀਂ, ਅਸੀਂ ਹੋਰਾਂ ਵਾਸਤੇ ਵੀ ਮੁਸੀਬਤ ਪੈਦਾ ਕਰਦੇ ਹਾਂ। ਇਸ ਲਈ ਗੁਰੂ ਜੀ ਕਹਿੰਦੇ ਨੇ ਜੋ ਰੱਬ ਕਰਦਾ ਹੈ, ਯਾਨੀ ਜੋ ਰੱਬ ਦਾ ਹੁਕਮ ਹੈ, ਕੁਦਰਤ ਦੇ ਨਿਯਮ ਨੇ, ਉਹਨਾਂ ਨੂੰ ਸਮਝ ਕਿ ਇਹ ਮੇਰੇ ਸੁੱਖ ਵਾਸਤੇ ਨੇ, ਮੇਰੇ ਭਲੇ ਵਾਸਤੇ ਨੇ, ਰੱਬ ਦੀ ਰਜ਼ਾ ਵਿੱਚ ਤੁਰਨਾ ਹੀ ਮੇਰੇ ਭਲੇ ਵਿੱਚ ਹੈ। ਭੂਲਾ ਕਾਹੇ ਫਿਰੈ ਅਜਾਨ, ਭੂਲਾ ਕਾਹੇ ਫਿਰੈ ਅਜਾਨ। ਅਜਾਨ ਦਾ ਮਤਲਬ ਅਣਜਾਣ। ਕੀ ਹੈ ਅਣਜਾਣ? ਇਹ ਬੇਸਮਝ ਮਨ ਜਾਂ ਬੇਸਮਝ ਮਨੁੱਖ ਕਿਉਂ ਭੁੱਲਿਆ ਫਿਰਦਾ ਹੈ, ਕਿਉਂ ਭਟਕਿਆ ਫਿਰਦਾ ਹੈ? ਰੱਬ ਦੀ ਰਜ਼ਾ ਨੂੰ ਸਮਝ, ਸਿੰਪਲ ਗੱਲ ਹੈ। ਸੱਚ ਨੂੰ ਅਪਣਾ, ਗੁਰਬਾਣੀ ਦੇ ਜੋ ਵੇ ਆਫ ਲਾਈਫ ਗੁਰੂ ਜੀ ਨੇ ਦਿੱਤਾ ਹੈ, ਉਸ ਵੇ ਆਫ ਲਾਈਫ ਮੁਤਾਬਕ ਜ਼ਿੰਦਗੀ ਜੀ, ਉਹਨੂੰ ਅਪਣਾ। ਕਿਉਂ ਭੁੱਲਿਆ ਫਿਰਦਾ ਹੈ? ਝੂਠ ਬੋਲਦਾ ਹੈ, ਵਿਕਾਰ ਕਮਾਉਂਦਾ ਹੈ, ਈਰਖਾ ਦਵੇਸ਼ ਕਰਦਾ ਹੈ, ਹੰਕਾਰ ਵਿੱਚ ਵਿਚਰ ਰਿਹਾ ਹੈ, ਕਰਮ ਕਾਂਡਾਂ ਵਿੱਚ ਸਮਾਧੀਆਂ ਤੇ ਮਾਲਾ ਫੇਰਨੀਆਂ ਤੇ ਹੋਰ ਕਿੰਨੇ ਕਰਮ ਕਾਂਡਾਂ ਦੇ ਵਿੱਚ ਉਲਝਿਆ ਹੋਇਆ ਹੈ, ਜੋਤਸ਼ੀਆਂ ਕੋਲ, ਬਾਬਿਆਂ ਕੋਲ, ਕਬਰਾਂ ਕੋਲ। ਕਦੇ ਮੰਗਲਵਾਰ ਤੇਰੇ ਲਈ ਚੰਗਾ ਹੈ ਤੇ ਕਦੇ ਸ਼ਨੀਵਾਰ ਤੇਰੇ ਲਈ ਮਾੜਾ ਹੈ। ਕਿਉਂ ਭੁੱਲਿਆ ਫਿਰਦਾ ਹੈ? ਬੇਸਮਝ ਨਾ ਬਣ, ਰੱਬ ਦੀ ਰਜ਼ਾ ਨੂੰ ਸਮਝ ਔਰ ਰੱਬ ਦੀ ਰਜ਼ਾ ਦੇ ਅੰਦਰ ਜ਼ਿੰਦਗੀ ਗੁਜ਼ਾਰ। ਅਗਲਾ ਬਚਨ ਕਰਦੇ ਨੇ, ਕੌਣ ਬਸਤ ਆਈ ਤੇਰੇ ਸੰਗ। ਦੇਖ ਤੈਨੂੰ ਇਸ ਦੁਨੀਆ ਵਿੱਚ ਕਿੰਨਾ ਕੁਛ ਮਿਲਿਆ, ਕੋਈ ਚੀਜ਼ ਤੇਰੇ ਨਾਲ ਆਈ ਸੀ। ਬੰਦਾ ਜਦੋਂ ਜਨਮਿਆ ਕਿਹੜੀ ਚੀਜ਼ ਲੈ ਕੇ ਆਇਆ? ਕੱਲਾ ਸਰੀਰ ਹੀ ਸੀ ਨਾ। ਤੂੰ ਖਾਲੀ ਹੱਥੀਂ ਆਇਆ ਤੇ ਇਸ ਦੁਨੀਆ ਦੇ ਵਿੱਚ ਤੈਨੂੰ ਕਿੰਨਾ ਕੁਛ ਮਿਲਿਆ। ਇਹ ਦੇਖ, ਧਰਤੀ, ਚੰਦਰਮਾ, ਸੂਰਜ, ਗ੍ਰਹਿ, ਨਕਸ਼ਤਰ, ਤਾਰੇ, ਸਿਆਰੇ, ਸਿਤਾਰੇ, ਅਨੰਤ ਆਕਾਸ਼, ਗੰਗਾਵਾਂ, ਪੌਣ ਪਾਣੀ, ਬੈਸੰਤਰ, ਪਹਾੜੀਆਂ, ਨਾਲੇ, ਦਰਿਆ, ਝੀਲਾਂ, ਕਿੰਨਾ ਕੁਛ ਇਸ ਸੰਸਾਰ ਦੇ ਅੰਦਰ ਅਨੰਤ ਹੈ। ਇਹ ਸਾਰਾ ਕੁਛ ਤੈਨੂੰ ਜੰਮਦਿਆਂ ਹੀ ਮਿਲ ਗਿਆ। ਤੇਰੇ ਨਾਲ ਕੋਈ ਸ਼ੈ ਆਈ ਸੀ ਨਾ, ਤੇਰੇ ਨਾਲ ਕੋਈ ਸ਼ੈ ਜਾਣੀ ਹੈ। ਸਿਆਣੇ ਬੰਦੇ ਕਹਿੰਦੇ ਨੇ ਨਾ, ਬੰਦੇ ਨੂੰ ਜਦੋਂ ਇਹ ਜਨਮ ਲੈਂਦਾ ਹੈ ਉਦੋਂ ਪਹਿਲਾ ਕੱਪੜਾ ਮਿਲਦਾ ਹੈ ਲੰਗੋਟ, ਤੇ ਜਦੋਂ ਇਸ ਦੁਨੀਆ ਤੋਂ ਜਾਂਦਾ ਹੈ ਅਖੀਰਲਾ ਕੱਪੜਾ ਇਹਨੂੰ ਮਿਲਦਾ ਹੈ ਕਫਨ। ਨਾ ਲੰਗੋਟ ਦੇ ਨਾਲ ਕੋਈ ਜੇਬ ਹੁੰਦੀ ਹੈ, ਨਾ ਕਫਨ ਦੇ ਨਾਲ, ਕਿਉਂਕਿ ਸਿਆਣਿਆਂ ਨੂੰ ਪਤਾ ਹੈ ਨਾ ਕਿ ਇਹ ਬੱਚਾ ਹੈ, ਜਨਮਿਆ, ਇਹਨੇ ਹੁਣ ਕੋਈ ਬੈਂਕ ਕਾਰਡ ਤੇ ਪਾਣਾ ਨਹੀਂ, ਨਾ ਇਹਨੇ ਮੋਬਾਈਲ, ਨਾ ਇਹਨੇ ਕੈਸ਼ ਪਾਣਾ ਹੈ। ਇਸ ਲਈ ਲੰਗੋਟ ਦੇ ਨਾਲ ਜੇਬ ਨਹੀਂ ਲਗਾਈ ਜਾਂਦੀ। ਤੇ ਜਦੋਂ ਬੰਦਾ ਮਰਦਾ ਹੈ ਉਦੋਂ ਕਫਨ ਜੇਬ ਨਹੀਂ ਲਗਾਈ ਜਾਂਦੀ ਵੀ ਹੁਣ ਕਿਹੜਾ ਬਾਪੂ ਨੇ ਮੋਬਾਈਲ ਫੋਨ ਲੈ ਕੇ ਜਾਣਾ, ਉੱਥੇ ਕਿਹੜਾ ਜ਼ੂਮ ਕਲਾਸ ਲੱਗਣੀ ਹੈ, ਅੱਗੇ ਕਿਹੜਾ ਬੈਂਕ ਕਾਰਡ ਜਾਣਾ ਹੈ। ਕਫਨ ਦੇ ਵਿੱਚ ਕੁਝ ਜੇਬ ਇਸੇ ਕਰਕੇ ਨਾਲ ਵੀ ਨਹੀਂ ਲੈ ਕੇ, ਨਾ ਕੁਛ ਨਾਲ ਲੈ ਕੇ ਆਇਆ,
ਨਾ ਕੁਛ ਨਾਲ ਲੈ ਕੇ ਜਾਣਾ ਹੈ। ਕੌਣ ਬਸਤ ਆਈ ਤੇਰੇ ਸੰਗ, ਤੇ ਗੁਰੂ ਜੀ ਕਹਿੰਦੇ ਨੇ ਲਪਟ ਰਹਿਓ ਰਸ ਲੋਭੀ ਪਤੰਗ। ਲੋਭੀ ਪਤੰਗੇ ਦੀ ਤਰ੍ਹਾਂ ਤੂੰ ਰਸਾਂ ਦੇ ਅੰਦਰ ਚੰਬੜਿਆ ਹੋਇਆ ਹੈ। ਨਾ ਕੁਛ ਨਾਲ ਲੈ ਕੇ ਆਇਆ, ਨਾ ਕੁਛ ਨਾਲ ਲੈ ਕੇ ਜਾਣਾ ਹੈ, ਤੇ ਜਿਹੜਾ ਵਿੱਚ ਸਮਾਂ ਮਿਲਿਆ ਹੈ ਇਹਦੇ ਵਿੱਚ ਫਿਰ ਖਰਾਬੀਆਂ ਕਰਨ ਦੀ ਕੀ ਲੋੜ ਹੈ? ਇਹਦੇ ਅੰਦਰ ਕਿਉਂ ਮੇਰੀ 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 ਕਰਦਾ ਹੈ, ਕਿਉਂ ਠੱਗੀਆਂ ਮਾਰਦਾ ਹੈ? ਇਹਦਾ ਮਤਲਬ ਇਹ ਕਿ ਗੁਰੂ ਜੀ ਸਾਨੂੰ ਇਹ ਕਹਿ ਰਹੇ ਨੇ ਵੀ ਕੰਮ ਨਾ ਕਰੋ, ਜਾਂ ਕਿਰਤ ਨਾ ਕਰੋ, ਜਾਂ ਰੋਟੀ ਕੱਪੜੇ ਮਕਾਨ ਦੀਆਂ ਲੋੜਾਂ ਪੂਰੀਆਂ ਨਾ ਕਰੋ, ਐਸਾ ਨਹੀਂ ਕਹਿ ਰਹੇ। ਰਸਾਂ ਵਿੱਚ ਲਪਟਣ ਦੀ ਗੱਲ ਹੈ ਕਿ ਕਿਉਂ ਪਤੰਗੇ ਦੀ ਤਰ੍ਹਾਂ ਰਸਾਂ ਦੇ ਵਿੱਚ ਲਪਟਿਆ ਹੋਇਆ ਹੈ। ਹੁਣ ਪਤੰਗਾ ਕੀ ਕਰਦਾ ਹੈ? ਪਤੰਗਾ, ਜਿਹਨੂੰ ਅਸੀਂ ਆਮ ਪੰਜਾਬੀ ਵਿੱਚ ਭੰਬਟ ਕਹਿ ਦਿੰਦੇ ਆ, ਰਾਤ ਨੂੰ ਜਦੋਂ ਲਾਈਟ ਜਗਦੀ ਹੈ ਨਾ, ਤੇ ਭੰਬਟ ਉਸ ਲਾਈਟ ਨੂੰ ਵੇਖਦਾ ਹੈ, ਉਹਨੂੰ ਸੋਹਣੀ ਲੱਗਦੀ ਹੈ, ਤੇ ਉਹਦੇ ਉੱਤੇ ਮਸਤ ਹੋ ਕੇ ਲਾਈਟ ਦੇ ਪਾਸੇ ਜਾਂਦਾ ਹੈ, ਉਹਨੂੰ ਖਾਣਾ ਚਾਹੁੰਦਾ ਹੈ, ਜਾਂ ਉਹਦੇ ਵਿੱਚ ਜਾਣਾ ਚਾਹੁੰਦਾ ਹੈ, ਜਾਂ ਜੋ ਵੀ ਉਹਦੇ ਮਨ ਵਿੱਚ ਕੁਛ ਆਉਂਦਾ ਹੋਏਗਾ। ਜਦੋਂ ਵੀ ਉਹ ਲਾਈਟ ਦੇ ਨਜ਼ਦੀਕ ਜਾਂਦਾ ਹੈ ਤਾਂ ਉਹਦੇ ਖੰਭ ਸੜ ਜਾਂਦੇ ਨੇ, ਉਹਦੀ ਮੌਤ ਹੋ ਜਾਂਦੀ ਹੈ। ਹੁਣ ਗੁਰੂ ਜੀ ਕਹਿੰਦੇ ਨੇ ਵੀ ਜੇ ਉਹ ਪਤੰਗਾ ਲਾਈਟ ਦਾ ਆਨੰਦ ਲਵੇ, ਲਾਈਟ ਦੇ ਵਿੱਚ ਉੱਡੇ, ਲਾਈਟ ਦੇ ਵਿੱਚ ਇੱਧਰ ਉੱਧਰ ਜਾਵੇ, ਤਾਂ ਉਹਦਾ ਫਾਇਦਾ ਹੈ ਉਹਨੂੰ। ਪਰ ਜਦੋਂ ਲਾਈਟ ਦੇ ਵਿੱਚ ਵੜੇਗਾ ਤਾਂ ਖੰਭ ਸੜਨਗੇ ਨਾ। ਇਸੇ ਤਰ੍ਹਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸਿਆਣਾ ਬਣ, ਇਹ ਦੁਨੀਆ ਦੇ ਪਦਾਰਥਾਂ ਨੂੰ ਵਰਤ, ਪਰ ਜਦੋਂ ਪਤੰਗੇ ਦੀ ਤਰ੍ਹਾਂ ਉਲਾਰੂ ਹੋ ਕੇ ਰਸਾਂ ਦੇ ਵਿੱਚ ਪੈ ਜਾਏਗਾ ਤਾਂ ਫਿਰ ਤੇਰੀ ਮੌਤ ਹੋ ਜਾਏਗੀ। ਫਿਰ ਖੰਭ ਸੜਨ ਵਾਲੀ ਗੱਲ ਹੀ ਹੈ ਨਾ, ਫਿਰ ਤੇਰਾ ਆਤਮਿਕ ਜੀਵਨ ਬਰਬਾਦ ਹੋ ਜਾਏਗਾ। ਮਨ ਦੀ ਸ਼ਾਂਤੀ ਨਹੀਂ ਰਹਿਣੀ, ਬੋਲਾਂ ਵਿੱਚ ਮਿਠਾਸ ਨਹੀਂ ਰਹਿਣੀ, ਜੀਵਨ ਦੇ ਅੰਦਰ ਸਥਿਰਤਾ ਨਹੀਂ ਰਹਿਣੀ। ਤਾਂ ਇੱਥੇ ਸਾਨੂੰ ਸਮਝਾ ਰਹੇ ਨੇ, ਹੇ ਲੋਭੀ ਪੰਬਟ, ਤੂੰ ਮਾਇਆ ਦੇ ਸਵਾਦ ਵਿੱਚ ਮਸਤ ਹੋ ਰਿਹਾ ਹੈ, ਰਸਾਂ ਦੇ ਅੰਦਰ। ਇਹਨਾਂ ਰਸਾਂ ਕਸਾਂ ਵਿਕਾਰਾਂ ਦੇ ਵਿੱਚ ਨਾ ਪੈ, ਆਪਣੀ ਸਾਫ਼ ਸੁਥਰੀ ਜ਼ਿੰਦਗੀ ਜੀ। ਤੇ ਕੀ ਕਰ? ਉਹਦੇ ਵਾਸਤੇ ਸਾਨੂੰ ਸੋਲੂਸ਼ਨ ਦੱਸ ਰਹੇ ਨੇ, ਰਾਮ ਨਾਮ ਜਪ ਹਿਰਦੇ ਮਾਹੇ। ਰਾਮ ਨਾਮ ਜਪ ਹਿਰਦੇ ਮਾਹੇ। ਰਾਮ ਨਾਮ ਦਾ ਮਤਲਬ ਰੱਬ ਦਾ ਹੁਕਮ, ਨਾਮ ਦਾ ਮਤਲਬ ਹੁਕਮ, ਜਪ ਦਾ ਮਤਲਬ ਜਾਨ ਵਸਾ, ਹਿਰਦੇ ਮਾਹੇ ਦਾ ਮਤਲਬ ਆਪਣੇ ਹਿਰਦੇ ਦੇ ਅੰਦਰ। ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ। ਜੋ ਰੱਬ ਦਾ ਹੁਕਮ ਹੈ, ਜੋ ਰੱਬ ਦੇ ਗੁਣ ਨੇ, ਉਹਨਾਂ ਨੂੰ ਆਪਣੇ ਹਿਰਦੇ ਵਿੱਚ ਵਸਾ, ਉਹਨਾਂ ਨੂੰ ਆਪਣੀ ਸੋਚ ਵਿੱਚ ਵਸਾ। ਉਹਨਾਂ ਦਾ ਆਨੰਦ ਮਾਣ, ਸੱਚ ਦਾ, ਨਿਰਭੈਤਾ ਦਾ, ਨਿਰਵੈਰਤਾ ਦਾ, ਪਿਆਰ ਮੁਹੱਬਤ ਦਾ। ਇਹਨਾਂ ਦਾ ਆਨੰਦ ਮਾਣ, ਕਿੰਨੀ ਜ਼ਿੰਦਗੀ ਆਨੰਦਮਈ ਬਣ ਜਾਏਗੀ। ਦੇਖੋ ਸਾਡੇ ਕੋਲ ਧੀਆਂ ਪੁੱਤਰ, ਭੈਣ ਭਰਾ, ਜ਼ਮੀਨ ਜਾਇਦਾਦ, ਸਾਰਾ ਕੁਝ ਹੈ, ਰੋਟੀ ਕੱਪੜਾ ਮਕਾਨ ਹੈ। ਆਮ ਬੰਦੇ ਦੀ ਮੈਂ ਗੱਲ ਕਰ ਰਿਹਾ, ਸਾਰਿਆਂ ਦੀ ਨਹੀਂ। ਲੇਕਿਨ ਬਹੁਤਿਆਂ ਦੀ ਜ਼ਿੰਦਗੀ ਦੇ ਅੰਦਰ ਖੁਸ਼ੀ ਨਹੀਂ ਹੈ, ਬਹੁਤਾਤ ਜ਼ਿੰਦਗੀ ਦੇ ਅੰਦਰ ਮਿਠਾਸ ਨਹੀਂ ਹੈ। ਸਾਰਾ ਕੁਝ ਹੁੰਦਿਆਂ ਹੋਇਆਂ ਵੀ ਬੰਦਾ ਸੁਖੀ ਨਹੀਂ, ਤਾਂ ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਸਿਰਫ ਇਹ ਹੈ ਕਿ ਅੰਦਰ ਗੁਣ ਨਹੀਂ, ਸੋਚ ਵਿੱਚ, ਸੋਚ ਅੰਦਰ ਵਿਸ਼ਾਲਤਾ ਨਹੀਂ ਹੈ। ਜੇ ਸੋਚ ਦੇ ਅੰਦਰ ਗੁਣ ਹੋਣ, ਸੱਚ ਹੋਵੇ, ਦਇਆ ਹੋਵੇ, ਪਿਆਰ ਮੁਹੱਬਤ ਹੋਵੇ, ਤਾਂ ਪਰਿਵਾਰ ਦੇ ਅੰਦਰ ਰਹਿੰਦਿਆਂ ਸੁਖੀ ਹੋਵਾਂਗੇ, ਸ਼ਾਂਤੀ ਰਹੇਗੀ। ਆਚਰਨ ਉੱਚਾ ਹੋਏ, ਇੱਕ ਦੂਜੇ ਨਾਲ ਮਿਲਵਰਤਨ ਚੰਗਾ ਹੋਵੇ, ਤਾਂ ਪਰਿਵਾਰ ਵਿੱਚ ਸੁਖ ਰਹੇਗਾ। ਘਰ ਓਨਾ ਕੀ ਰਹਿਣਾ ਹੈ ਜਿੰਨਾ ਕੁ ਸਾਡਾ ਹੈ, ਪਰਿਵਾਰ ਦੇ ਮੈਂਬਰ ਓਨੇ ਹੀ ਰਹਿਣੇ ਨੇ, ਪ੍ਰਾਪਰਟੀ ਸਾਡੀ ਓਨੀ ਹੀ ਰਹਿਣੀ ਹੈ। ਲੇਕਿਨ ਜਦੋਂ ਪਿਆਰ ਮੁਹੱਬਤ ਦੇ ਨਾਲ ਰਹਾਂਗੇ ਤੇ ਸੁਖ ਵੱਧ ਜਾਏਗਾ, ਆਨੰਦ ਵੱਧ ਜਾਏਗਾ। ਤੇ ਜੇ ਅਸੀਂ ਪਰਿਵਾਰ ਦੇ ਵਿੱਚ ਗੁਣਾਂ ਵਾਲੀ ਜ਼ਿੰਦਗੀ ਨਹੀਂ ਜੀਂਦੇ, ਪ੍ਰਾਪਰਟੀ ਪਰਿਵਾਰ ਫਿਰ ਵੀ ਓਨਾ ਹੀ ਰਹਿਣਾ, ਮੈਂਬਰ ਓਨੇ ਹੀ, ਲੇਕਿਨ ਹਰ ਟਾਈਮ ਕਲੇਸ਼ ਪਿਆ ਰਹਿਣਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਰਾਮ ਨਾਮ ਜਪ ਹਿਰਦੇ ਮਾਹੇ। ਆਪਣੇ ਹਿਰਦੇ ਦੇ ਅੰਦਰ ਰੱਬ ਦੇ ਹੁਕਮ ਨੂੰ ਜਾਣ ਸਮਝ, ਰੱਬੀ ਹੁਕਮ ਨੂੰ ਆਪਣੀ ਸੋਚ ਵਿੱਚ ਵਸਾ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾ। ਫਿਰ ਕੀ ਹੋਏਗਾ? ਨਾਨਕ ਪਤ ਸੇਤੀ ਕਰ ਜਾਹੇ। ਜਾਹੇ ਦਾ ਮਤਲਬ ਚਲਾ ਜਾਏਗਾ। हे ਨਾਨਕ ਆਖ ਕਿ ਐਵੇਂ ਇੱਜ਼ਤ ਦੇ ਨਾਲ ਆਪਣੇ ਘਰ ਚਲਾ ਜਾਏਗਾ। ਹੁਣ ਆਪਣਾ ਘਰ ਕਿਹੜਾ ਹੈ? ਆਪਣੇ ਏਮ ਤੇ ਟਿਕ ਜਾਣਾ, ਆਪਣੇ ਅੰਤਰ ਆਤਮੇ ਟਿਕ ਜਾਣਾ, ਸ਼ੁਭ ਗੁਣਾਂ ਦੇ ਨਾਲ ਟਿਕ ਜਾਣਾ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਜਿਹੜਾ ਸਾਡਾ ਮੂਲ ਹੈ ਰੱਬ, ਸੱਚਾਈ ਹੈ, ਦਇਆ ਹੈ, ਪ੍ਰੇਮ ਹੈ, ਅੰਦਰ ਇਹ ਗੁਣ ਨੇ, ਉਹਨਾਂ ਦੇ ਅੰਦਰ ਬੰਦਾ ਟਿਕ ਜਾਏਗਾ। ਬੰਦੇ ਦੇ ਮਨ ਦੇ ਅੰਦਰ ਭਟਕਣਾ ਨਹੀਂ ਰਵੇਗੀ।
ਆਪਣੇ ਗੋਲ ਤੇ ਟਿਕ ਜਾਏਗਾ। ਤੇ ਗੋਲ ਸਾਡਾ ਕਿਹੜਾ ਹੈ? ਆਪਾਂ ਲੰਬੇ ਸਮੇਂ ਤੋਂ ਵਿਚਾਰ ਕਰਦੇ ਆ ਰਹੇ ਨਾ, ਕਿਵ ਸਚਿਆਰਾ ਹੋਈ ਹੈ। ਸਚਿਆਰ ਹੋਣਾ ਸਾਡਾ ਗੋਲ ਹੈ। ਤੇ ਜਦੋਂ ਸੱਚ ਦੇ ਵਿੱਚ ਟਿਕ ਗਏ, ਰੱਬ ਦੇ ਵਿੱਚ ਸਮਾ ਗਏ, ਇੱਜ਼ਤ ਮਿਲੇਗੀ, ਮਾਣ ਮਿਲੇਗਾ, ਸਤਿਕਾਰ ਮਿਲੇਗਾ। ਇਸ ਸੰਸਾਰ ਵਿੱਚ ਜਿੱਥੇ ਵੀ ਜਾਵਾਂਗੇ ਉੱਥੇ ਸਾਨੂੰ ਪਿਆਰ ਮਿਲੇਗਾ। ਇਸ ਲਈ ਸਿਆਣਿਆਂ ਨੇ ਕਿਹਾ ਹੈ ਕਿ ਆਪਣੀ ਜ਼ਿੰਦਗੀ, ਜੀਵਨ ਦਾ ਢੰਗ ਐਸਾ ਬਣਾਓ, ਆਪਣੀ ਸ਼ਖਸੀਅਤ ਐਸੀ ਬਣਾਓ ਕਿ ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਤੁਹਾਨੂੰ ਆਦਰ ਔਰ ਪਿਆਰ ਮਿਲੇ। ਜਿੱਥੇ ਤੁਸੀਂ ਰਹਿ ਰਹੇ ਹੋ ਉੱਥੇ ਤੁਹਾਨੂੰ ਆਦਰ ਮਿਲੇ, ਪਿਆਰ ਮਿਲੇ, ਸਤਿਕਾਰ ਮਿਲੇ, ਲੋਕਾਂ ਦੇ ਦਿਲਾਂ ਦੇ ਦਰਵਾਜ਼ੇ ਤੁਹਾਡੇ ਵਾਸਤੇ ਖੁੱਲੇ ਰਹਿਣ। ਜਿੱਥੇ ਤੁਸੀਂ ਜਾਣਾ ਹੋਵੇ ਉੱਥੇ ਲੋਕ ਤੁਹਾਡੀ ਇੰਤਜ਼ਾਰ ਕਰ ਰਹੇ ਹੋਣ, ਉਹਨਾਂ ਦੇ ਅੰਦਰ ਉਤਸ਼ਾਹ ਹੋਏ ਕਿ ਫਲਾਂ ਸਾਡਾ ਸੱਜਣ ਮਿੱਤਰ ਆ ਰਿਹਾ ਹੈ, ਕੋਈ 2-4 ਦਿਨ ਰਹੇਗਾ, ਆਨੰਦ ਬਣੇਗਾ, ਬੜਾ ਚੰਗਾ ਬੰਦਾ ਹੈ, ਚੰਗੀ ਸਿੱਖਿਆ ਲਵਾਂਗੇ, ਗੱਲਬਾਤ ਕਰਾਂਗੇ, ਆਨੰਦ ਮਾਣਾਂਗੇ। ਉੱਥੇ ਲੋਕ ਤੁਹਾਡੀ ਇੰਤਜ਼ਾਰ ਕਰ ਰਹੇ ਹੋਣ। ਤੇ ਜਿੱਥੋਂ ਤੁਸੀਂ ਜਾਓ ਉੱਥੇ ਲੋਕ ਤੁਹਾਨੂੰ ਯਾਦ ਕਰ ਰਹੇ ਹੋਣ। ਜਿੱਥੇ ਰਹੋ ਲੋਕ ਤੁਹਾਨੂੰ ਪਿਆਰ ਕਰਨ, ਜਿੱਥੇ ਜਾਣਾ ਹੋਵੇ ਉੱਥੇ ਤੁਹਾਡੀ ਇੰਤਜ਼ਾਰ ਹੋਵੇ, ਤੇ ਜਿੱਥੋਂ ਤੁਸੀਂ ਜਾਓ ਉੱਥੇ ਤੁਹਾਡੀਆਂ ਯਾਦਾਂ ਹੋਣ ਹਰ ਟਾਈਮ। ਆਪਣੀ ਜ਼ਿੰਦਗੀ ਐਸੀ ਬਣਾਓ। ਇਸੇ ਨੂੰ ਕਹਿੰਦੇ ਨੇ ਪਦ ਸੀਤੀ ਕਰਦਾ ਹੈ। ਇੱਜ਼ਤ ਦੇ ਨਾਲ ਆਪਣੇ ਘਰ ਵਿੱਚ ਟਿਕ ਜਾਏਗਾ, ਰੱਬ ਦੇ ਅੰਦਰ ਸਮਾ ਜਾਏਗਾ। ਜਿਸ ਵਖਰ ਕੋ ਲੈਣ ਤੂੰ ਆਇਆ, ਵਖਰ ਦਾ ਮਤਲਬ ਸੌਦਾ। ਜਿਸ ਵਖਰ ਕੋ ਲੈਣ ਤੂੰ ਆਇਆ, ਜਿਹੜਾ ਸੌਦਾ ਖਰੀਦਣ ਵਾਸਤੇ ਤੂੰ ਆਇਆ ਹੈ। ਹੁਣ ਸੌਦਾ ਤੇ ਉਹ ਖਰੀਦਣਾ ਹੈ। ਕਿਸੇ ਸ਼ਾਹੂਕਾਰ ਨੇ ਆਪਣੇ ਨੌਕਰ ਨੂੰ ਭੇਜਿਆ, ਕਹਿੰਦਾ ਰਾਮੂ ਜਾ ਉਥੋਂ ਸਬਜ਼ੀ ਲੈ ਆ, ਮਹਿਮਾਨ ਆਏ ਨੇ। ਤੇ ਇਹ ਹੁਣ ਸਬਜ਼ੀ ਲੈਣ ਵਾਸਤੇ ਜਾਏ, ਜਾਂ ਅਸੀਂ ਆਪਣੇ ਬੱਚੇ ਨੂੰ ਭੇਜੀਏ ਕਿ ਜਾ ਕਾਕਾ ਉਥੋਂ ਸਬਜ਼ੀ ਲੈ ਆ, ਘਰ ਮਹਿਮਾਨ ਆਏ ਨੇ। ਤੇ ਨੌਕਰ ਜਾਂ ਸਾਡਾ ਬੱਚਾ ਸਬਜ਼ੀ ਲੈਣ ਵਾਸਤੇ ਜਾਏ ਤੇ ਉੱਥੇ ਦੇਖੇ ਕਿ ਉੱਥੇ ਸੇਲ ਲੱਗੀ ਹੈ, ਬੜਾ ਵੱਡਾ ਮੇਲਾ ਹੈ, ਸੇਲ ਲੱਗੀ ਹੈ ਨਾਈਕੀ ਦੇ ਜੁੱਤੀਆਂ ਦੀ। ਤੇ ਜਿਹੜਾ 150 ਪਾਉਂਡ ਦਾ ਜਿਹੜਾ ਜੁੱਤਾ ਹੈ ਨਾ, ਉਹ ਸਾਰਾ ਹੀ 10 ਪਾਉਂਡ ਦਾ ਮਿਲਦਾ ਹੈ। ਤੇ ਘਰਦਿਆਂ ਨੇ 10 ਪਾਉਂਡ ਦੇ ਕੇ ਭੇਜਿਆ ਸਬਜ਼ੀ ਲੈਣ ਲਈ। ਹੁਣ ਦੇਖੋ 150 ਪਾਉਂਡ ਦਾ ਨਾਈਕੀ ਦਾ ਸ਼ੂਜ਼ ਜੇ 10 ਤਾਂ ਮਿਲ ਜਾਏ, ਤੇ ਤੁਹਾਡੇ ਵਿੱਚੋਂ ਕੋਈ ਹੈ ਜਿਹੜਾ ਨਹੀਂ ਲੈਣਾ ਚਾਹੇਗਾ? ਸਾਰੇ ਲੈਣਾ ਚਾਹਣਗੇ ਨਾ। ਹੁਣ ਇਹਦਾ ਮਕਸਦ ਹੈ, ਦੇਖੋ ਉੱਥੇ ਕਈ ਜੁੱਤੀਆਂ ਲੈਣ ਗਏ ਨੇ, ਮੇਲਾ ਹੈ ਨਾ ਲੱਗਾ ਹੋਇਆ। ਕੋਈ ਜੁੱਤੀਆਂ ਲੈਣ ਗਿਆ ਹੈ, ਕੋਈ ਕੱਪੜਾ ਖਰੀਦਣ ਗਿਆ ਹੈ, ਕੋਈ ਘੁੰਮਣ ਫਿਰਨ ਗਿਆ ਹੈ, ਕੋਈ ਫਰੂਟ ਲੈਣ ਵਾਸਤੇ ਗਿਆ ਹੈ, ਕਿਸੇ ਨੇ ਹੋਰ ਸਮਾਨ ਘਰੇਲੂ ਖਰੀਦਣਾ ਹੈ। ਤੇ ਇਹ ਬੱਚਾ ਜਿਹੜਾ ਹੈ ਗਿਆ ਹੈ ਸਬਜ਼ੀ ਲੈਣ ਲਈ, ਘਰ ਆਏ ਨੇ ਮਹਿਮਾਨ, ਆਲੂ ਗੋਭੀ ਲਿਆਉਣਾ। ਨਾਈਕੀ ਦੇ ਸ਼ੂਜ਼ ਦੀ ਲੱਗੀ ਹੈ ਸੇਲ, ਤੇ ਇਹ 150 ਵਾਲਾ ਜਿਹੜਾ ਪਾਉਂਡ ਦਾ ਨਾਈਕੀ ਦਾ ਸ਼ੂਜ਼ ਦਾ ਜੋੜਾ ਸੀ, 10 ਪਾਉਂਡ ਦਾ ਇਹ ਲੈ ਕੇ ਤੇ ਘਰ ਆ ਜਾਂਦਾ ਹੈ। ਹੁਣ ਘਰ ਪ੍ਰਾਹੁਣਿਆਂ ਦੇ ਸਿਰ 'ਚ ਜੁੱਤੀਆਂ ਤੇ ਨਹੀਂ ਨਾ ਮਾਰਨੀਆਂ, ਉਹਨਾਂ ਨੂੰ ਸਬਜ਼ੀ ਚਾਹੀਦੀ ਹੈ। ਪ੍ਰੋਬਲਮ ਕ੍ਰੀਏਟ ਹੋ ਗਈ ਨਾ। ਕਿਉਂ ਹੋਈ? ਕਿਉਂਕਿ ਆਪਣਾ ਗੋਲ ਭੁੱਲ ਗਿਆ। ਇਹਦਾ ਗੋਲ ਸੀ ਸਬਜ਼ੀ ਲਿਆਉਣਾ, ਉਸ ਗੋਲ ਤੋਂ ਖੁੰਝ ਗਿਆ। ਇਸ ਕਰਕੇ ਘਰ ਦੇ ਵਿੱਚ ਵੀ ਕਲੇਸ਼ ਪਿਆ, ਮਹਿਮਾਨ ਵੀ ਗਏ, ਰੋਟੀ ਪਾਣੀ ਵੀ ਨਾ ਮਿਲਿਆ, ਸਾਰਾ ਕੁਝ ਅਸਤ ਵਿਅਸਤ ਹੋ ਗਿਆ ਨਾ। ਤਾਂ ਜ਼ਿੰਦਗੀ ਦੇ ਅੰਦਰ ਗੋਲ ਕੀ ਹੈ? ਇਹ ਸਾਡਾ ਸਾਰਿਆਂ ਦਾ ਵੱਖਰਾ ਗੋਲ ਹੈ ਵੀ ਇਸ ਦੁਨੀਆ ਵਿੱਚ ਅਸੀਂ ਕਿਉਂ ਹਾਂ। ਹਰ ਬੰਦਾ ਆਪਣੇ ਆਪ ਤੋਂ ਸਵਾਲ ਪੁੱਛੇ ਕਿ ਮੈਂ ਇਸ ਦੁਨੀਆ ਵਿੱਚ ਕਿਉਂ ਹਾਂ, ਮੈਂ ਜ਼ਿੰਦਗੀ ਕਿਉਂ ਜੀ ਰਿਹਾ ਹਾਂ, ਮੇਰੇ ਜੀਵਨ ਦਾ ਮਕਸਦ ਕੀ ਹੈ, ਕਾਹਦੇ ਵਾਸਤੇ ਜ਼ਿੰਦਗੀ ਜੀ ਰਿਹਾ। ਮੈਂ ਪੈਸਾ ਕਮਾ ਰਿਹਾ, ਪਰਿਵਾਰ ਵਿੱਚ ਹਾਂ, ਸਮਾਜ ਵਿੱਚ ਹਾਂ, ਕਿਉਂ ਹਾਂ? ਮੇਰਾ ਇੱਥੇ ਆਉਣ ਦਾ ਮਕਸਦ ਕੀ ਹੈ, ਮੇਰੇ ਹੋਣ ਦਾ ਮਕਸਦ ਕੀ ਹੈ? ਇਹਨੂੰ ਕਹਿੰਦੇ ਨੇ ਜਿਸ ਵਖਰ ਕੋ ਲੈਣ ਤੋਂ ਆਇਆ ਗੋਲ। ਗੋਲ ਕੀ ਹੈ? ਜਿਵੇਂ ਆਪਾਂ ਰੋਜ਼ ਵਿਚਾਰ ਕਰਦੇ ਹਾਂ, ਸਰੀਰਕ, ਮਾਨਸਿਕ, ਬੌਧਿਕ, ਆਤਮਕ, ਪਰਿਵਾਰਕ, ਵਿਵਹਾਰਕ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਕੀ ਗੋਲ ਹੈ? ਕਿਹਦੇ ਵਾਸਤੇ ਜ਼ਿੰਦਗੀ ਜੀ ਰਹੇ ਹਾਂ? ਸਚਿਆਰ ਬਣਨ ਲਈ ਜਾਂ ਕੂੜਿਆਰ ਬਣਨ ਵਾਸਤੇ? ਸਾਡਾ ਵੱਖਰ ਅਸੀਂ ਕਿਹੜਾ ਲੈਣਾ ਚਾਹੁੰਦੇ ਹਾਂ, ਸੁੱਖ ਕਿ ਦੁੱਖ, ਆਦਰ ਸਤਿਕਾਰ ਜਾਂ ਕਿ ਨਿਰਾਦਰ? ਕੀ ਚਾਹੁੰਦੇ ਆ, ਹੀਨ ਭਾਵਨਾ ਜਾਂ ਕਿ ਸੁਪਰੀਓਰਿਟੀ ਕੰਪਲੈਕਸ, ਹੰਕਾਰ ਜਾਂ ਕਿ ਸਵਾਭਿਮਾਨ?
ਅਸੀਂ ਚੜ੍ਹਦੀ ਕਲਾ ਲੈਣਾ ਚਾਹੁੰਦੇ ਆ ਕਿ ਢਹਿੰਦੀ ਕਲਾ ਵਿੱਚ ਰਹਿਣਾ ਚਾਹੁੰਦੇ ਆ, ਚੰਗੇ ਇਨਸਾਨ ਬਣਨਾ ਚਾਹੁੰਦੇ ਆ ਜਾਂ ਕਿ ਹੈਵਾਨ ਔਰ ਪਸ਼ੂ ਬਣ ਕੇ ਜ਼ਿੰਦਗੀ ਜੀਣਾ ਚਾਹੁੰਦੇ ਆ। ਇਹ ਤਾਂ ਪੁੱਛਣਾ ਪੈਣਾ ਨਾ ਆਪਣੇ ਆਪ ਤੋਂ। ਜਿਸ ਵਖਰ ਕੋ ਲੈਣ ਤੂੰ ਆਇਆ, ਜਿਹੜਾ ਸੌਦਾ ਤੂੰ ਲੈਣ ਵਾਸਤੇ ਆਇਆ ਹੈ, ਯਾਨੀ ਸੱਚ ਰੂਪ ਸੌਦਾ, ਸਚਿਆਰ ਬਣਨਾ ਚਾਹੁੰਦਾ ਹੈ, ਨਾਮ ਦਾ ਸੌਦਾ, ਹੁਕਮ ਦਾ ਸੌਦਾ, ਗੁਣਾਂ ਦਾ ਸੌਦਾ, ਉਹ ਸੌਦਾ ਜਿਹੜਾ ਸੱਚ ਦਾ ਹੈ, ਜੋ ਸਚਿਆਰਤਾ ਦਾ ਹੈ, ਕਿੱਥੋਂ ਮਿਲੇਗਾ? ਰਾਮ ਨਾਮ ਸੰਤਨ ਘਰ ਪਾਇਆ। ਇੱਥੇ ਸੰਤਨ ਸ਼ਬਦ ਵੈਸੇ ਬਹੁਵਚਨੀ ਹੈ, ਪਰ ਕਈ ਵਾਰ ਬਹੁਵਚਨੀ ਸ਼ਬਦ ਸਤਕਾਰ ਵਜੋਂ ਵਰਤਿਆ ਹੁੰਦਾ ਹੈ। ਸਤਕਾਰ ਵਜੋਂ ਵਰਤਿਆ ਹੁੰਦਾ ਹੈ। ਜਿਵੇਂ ਸਿੰਗੂਲਰ ਸ਼ਬਦ ਹੈ ਕਿ ਵੀਰ ਤੂੰ ਮੈਨੂੰ ਪਾਣੀ ਫੜਾ। ਹੁਣ ਮੈਂ ਤੁਹਾਨੂੰ ਕਿਸੇ ਵੀ ਵੀਰ ਭੈਣ ਨੂੰ ਤੂੰ ਕਰਕੇ ਬੁਲਾਵਾਂ ਕਿ ਭੈਣ ਤੂੰ ਮੈਨੂੰ ਰੋਟੀ ਦੇ, ਵੀਰ ਤੂੰ ਮੈਨੂੰ ਪਾਣੀ, ਤਾਂ ਥੋੜਾ ਓਪਰਾ ਜਿਹਾ ਲੱਗੇਗਾ ਨਾ। ਲੋਕਾਂ ਨੇ ਕਹਿਣਾ ਯਾਰ ਇਹ ਭਾਈ ਨੂੰ ਬੋਲਣ ਦੀ ਆਦਤ ਨਹੀਂ, ਹਾਲਾਂਕਿ ਇਹ ਬੋਲਣ ਦੀ ਜਾਚ ਨਹੀਂ, ਹਾਲਾਂਕਿ ਸ਼ਬਦ ਤੂੰ ਠੀਕ ਹੈ ਕਿਉਂਕਿ ਸਿੰਗੂਲਰ ਹੈ ਨਾ। ਤੇ ਤੁਸੀਂ ਕਹਿੰਦੇ ਨੇ 2 ਜਣਿਆਂ ਨੂੰ ਜਾਂ 4 ਜਣਿਆਂ ਨੂੰ। ਹੁਣ ਪਾਣੀ 4 ਜਣਿਆਂ ਨੇ ਤੇ ਲਿਆ ਕੇ ਨਹੀਂ ਦੇਣਾ, ਪਾਣੀ ਤੇ ਇੱਕ ਨੇ ਲਿਆ ਕੇ ਦੇਣਾ। ਪਰ ਅਸੀਂ ਸਤਕਾਰ ਵਜੋਂ ਪਲੂਰਲ ਸ਼ਬਦ ਵਰਤਿਆ ਕਿ ਭੈਣ ਜੀ ਤੁਸੀਂ ਮੈਨੂੰ ਪਾਣੀ ਦਿਓ, ਵੀਰ ਜੀ ਤੁਸੀਂ ਮੈਨੂੰ ਪਾਣੀ ਦਿਓ। ਤੁਸੀਂ ਸ਼ਬਦ ਵਰਤਿਆ ਇਕੱਲੇ ਲਈ ਜਾਂਦਾ ਹੈ, ਪਰ ਇੱਥੇ ਵੀ ਸੰਤਨ ਸ਼ਬਦ ਗੁਰੂ ਵਾਸਤੇ ਵਰਤਿਆ ਜਾ ਰਿਹਾ ਹੈ ਤੇ ਸਾਨੂੰ ਬਹੁਵਚਨੀ ਪ੍ਰਤੀਤ ਹੋ ਰਿਹਾ ਹੈ। ਰਾਮ ਨਾਮ, ਇੱਥੇ ਰਾਮ ਦੇ ਮੰਮੇ ਥਲੇ ਔਂਕੜ ਨਹੀਂ ਹੈ ਕਿਉਂਕਿ ਇੱਥੇ ਦਾ ਸ਼ਬਦ ਜਿਹੜਾ ਹੈ ਉਹ ਲੁਪਤ ਹੈ। ਦਾ ਸ਼ਬਦ ਲੁਪਤ ਹੋਣ ਕਰਕੇ ਰਾਮ ਦੇ ਮੰਮੇ ਦਾ ਔਂਕੜ ਉੱਡਿਆ ਹੈ। ਰਾਮ ਦਾ ਨਾਮ ਦਾ ਮਤਲਬ ਰਮਿਆ ਹੋਇਆ, ਨਾਮ ਦਾ ਮਤਲਬ ਹੁਕਮ। ਸੰਤਨ ਘਰ ਪਾਇਆ, ਘਰ ਦੇ ਰਾਰੇ ਨਾਲੇ ਸਿਹਾਰੀ, ਘਰ ਵਿੱਚ। ਸੰਤਨ ਦਾ ਮਤਲਬ ਗੁਰੂ। ਰੱਬ ਦਾ ਜਿਹੜਾ ਹੁਕਮ ਹੈ, ਰੱਬ ਦੇ ਜੋ ਗੁਣ ਨੇ, ਉਹ ਗੁਰੂ ਦੇ ਘਰੋਂ ਵਿੱਚੋਂ ਮਿਲਦਾ ਹੈ, ਗੁਰੂ ਦੇ ਘਰ ਚੋਂ ਮਿਲਦਾ ਹੈ। ਗੁਰੂ ਦੇ ਘਰ ਦਾ ਮਤਲਬ ਗੁਰੂ ਦੀ ਸ਼ਰਨ ਵਿੱਚੋਂ। ਤਾਂ ਇਹਦਾ ਸਾਰਾ ਭਾਵ ਇਹ ਹੋ ਗਿਆ ਕਿ ਜਿਹੜਾ ਤੇਰਾ ਗੋਲ ਹੈ ਸਚਿਆਰ ਹੋਣ ਦਾ, ਰੱਬ ਦੇ ਵਿੱਚ ਮਿਲਣ ਦਾ, ਸੁਖ ਸ਼ਾਂਤੀ ਆਨੰਦ ਖੇੜਾ ਪ੍ਰਸੰਨਤਾ ਆਦਰ ਸਤਕਾਰ ਪਾਣ ਦਾ, ਉਹ ਜਿਹੜਾ ਹੁਕਮ ਹੈ, ਸਚਿਆਰਤਾ ਦਾ ਰਾਸਤਾ ਹੈ, ਉਹ ਗੁਰੂ ਦੇ ਦਰ ਤੋਂ ਮਿਲੇਗਾ, ਗੁਰੂ ਦੀ ਸ਼ਰਨ ਚੋਂ ਮਿਲੇਗਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਦੇ ਵਿੱਚੋਂ ਮਿਲੇਗਾ। ਜੇ ਤੂੰ ਗੁਰੂ ਦੇ ਦੱਸੇ ਰਾਹ ਤੇ ਤੁਰੇ ਤਾਂ ਤੇਰਾ ਜਿਹੜਾ ਉਹ ਵੱਖਰ ਹੈ ਤੈਨੂੰ ਮਿਲ ਸਕਦਾ ਹੈ, ਤੂੰ ਆਪਣਾ ਗੋਲ ਹਾਸਲ ਕਰ ਸਕਦਾ ਹੈ। ਪਰ ਜੇ ਹੁਣ ਅਸੀਂ ਗੁਰੂ ਦੇ ਦੱਸੇ ਰਾਹ ਤੇ ਨਾ ਤੁਰੀਏ ਤਾਂ ਫਿਰ ਇਹ ਗੋਲ ਨਹੀਂ ਮਿਲੇਗਾ। ਜੇ ਅਸੀਂ ਬਾਬਿਆਂ ਕੋਲ ਭਟਕਦੇ ਰਹੀਏ, ਮੜੀਆਂ ਕਬਰਾਂ ਪੂਜਦੇ ਰਹੀਏ, ਤਾਂ ਫਿਰ ਇਹ ਗੋਲ ਪੈਦਾ ਨਹੀਂ ਹੋਏਗਾ ਕਿਉਂਕਿ ਮਾਲਾ ਮੂਲਾ ਫੇਰਨ ਦੇ ਨਾਲ ਇਨਸਾਨੀਅਤ ਥੋੜਾ ਪੈਦਾ ਹੁੰਦੀ ਹੈ, ਸੁਭਾਅ ਥੋੜਾ ਬਦਲਦਾ ਹੈ। ਸਾਡੇ ਸੁਭਾਅ ਦੀ ਜਿਹੜਾ ਚੇਂਜ ਹੋਣਾ ਹੈ ਉਹ ਗੁਰੂ ਦੀ ਬਾਣੀ ਦੇ ਨਾਲ ਹੋਣਾ ਹੈ। ਭਰੀਏ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕਰਾਂ। ਇਸ ਲਈ ਹੁਣ ਕੀ ਕਰਨਾ ਹੈ? ਤਜ ਅਭਿਮਾਨ ਲੇਹ ਮਨ ਮੋਲ। ਦੇਖੋ ਇਹਨੂੰ ਲੇਹੋ ਵੀ ਪੜ ਸਕਦੇ ਆ ਕਿਉਂਕਿ ਜਦੋਂ ਕਿਰਿਆਵਾਚੀ ਸ਼ਬਦ ਹੁੰਦਾ ਹੈ, ਕਿਰਿਆਵਾਚੀ ਸ਼ਬਦ ਦੇ ਆਖਰੀ ਹਾਹੇ ਨਾਲ ਜਦੋਂ ਔਂਕੜ ਹੁੰਦਾ ਹੈ ਤਾਂ ਉਹ ਆਮ ਕਰਕੇ ਬਹੁਵਚਨੀ ਹੁੰਦਾ ਹੈ। ਲੇਹੋ ਵੀ ਪੜ ਸਕਦੇ ਆ, ਪਰ ਇੱਥੇ ਸ਼ਬਦ ਇੱਕਵਚਨੀ ਚੱਲ ਰਿਹਾ ਹੈ। ਤਜ ਅਭਿਮਾਨ, ਕਿ ਆਪਣਾ ਅਹੰਕਾਰ ਤਿਆਗ ਦੇ, ਲੇਹ ਮਨ ਮੋਲ, ਤੇ ਆਪਣਾ ਮਨ ਵੇਚ ਕੇ ਇਹ ਜਿਹੜਾ ਇਹ ਰੱਬ ਦਾ ਨਾਮ ਹੈ, ਰੱਬ ਦਾ ਜੋ ਹੁਕਮ ਹੈ, ਜਿਹੜਾ ਸੌਦਾ ਤੂੰ ਚਾਹੁੰਦਾ ਹੈ ਉਹਨੂੰ ਖਰੀਦ। ਮਨ ਮੋਲ ਦਾ ਮਤਲਬ ਮਨ ਦੇ ਮੁੱਲ ਤੋਂ, ਮਨ ਦੇ ਮੁੱਲ ਤੋਂ। ਰੱਬ ਦਾ ਨਾਮ, ਰੱਬ ਦਾ ਹੁਕਮ, ਰੱਬ ਦੇ ਗੁਣ, ਜਾਂ ਰੱਬ ਸਾਨੂੰ ਕਿਵੇਂ ਮਿਲੇਗਾ? ਖੀਰ ਕੜਾਹ ਦੇ ਭੋਗ ਲਵਾ ਕੇ ਨਹੀਂ ਮਿਲੇਗਾ, ਤੀਰਥਾਂ ਤੇ ਨਹਾ ਕੇ ਨਹੀਂ ਮਿਲੇਗਾ, ਧੂਪ ਬੱਤੀਆਂ ਤਖਾਣ ਨਾਲ ਨਹੀਂ ਮਿਲੇਗਾ, ਗ੍ਰਸਤ ਦਾ ਤਿਆਗ ਕੀਤਿਆਂ ਨਹੀਂ ਮਿਲੇਗਾ, ਮੜੀਆਂ ਵਿੱਚ ਰਹਿਣ ਨਾਲ ਨਹੀਂ ਮਿਲਣਾ, ਪਾਠ ਪੜਿਓ ਔਰ ਵੇਦ ਵਿਚਾਰਿਓ ਨਿਵਲ ਭੋਗਮ ਸਾਧੇ, ਇਹਨਾਂ ਕਰਮਾਂ ਨਾਲ ਨਹੀਂ ਮਿਲਣਾ, ਦੇਸ਼ ਛੋੜ ਪਰਦੇਸੇ ਤਾਇਆ, ਇਹਨਾਂ ਕਰਮਾਂ ਨਾਲ ਨਹੀਂ ਮਿਲਣਾ। ਨਾ ਤੂੰ ਆਵੇਂ ਵਸ ਬਹੁਤ ਘਿਨਾਵਣੇ, ਨਾ ਤੂੰ ਆਵੇਂ ਵਸ ਵੇਦ ਪੜਾਵਣੇ, ਨਾ ਤੂੰ ਆਵੇਂ ਵਸ ਤੀਰਥ ਨਹਾਈਐ, ਨਾ ਤੂੰ ਆਵੇਂ ਵਸ ਧਰਤੀ ਧਾਈਐ, ਨਾ ਤੂੰ ਆਵੇਂ ਵਸ ਕਿਤੇ ਸਿਆਣਪੇ, ਇਹਨਾਂ ਕੰਮਾਂ ਨਾਲ ਨਹੀਂ ਮਿਲਣਾ। ਇਸ ਲਈ ਗੁਰੂ ਜੀ ਕਹਿੰਦੇ ਨੇ ਕੰਚਨ ਸਿਉ ਪਾਈਐ ਨਹੀਂ ਤੋਲ। ਜੇ ਤੁਸੀਂ ਇਹ ਕਹੋ ਨਾ ਕਿ ਰੱਬਾ ਤੈਨੂੰ ਮੈਂ ਪਾਣਾ ਚਾਹਨਾ ਤੇ ਤੇਰੇ ਬਰਾਬਰ ਦਾ, ਤੇਰੇ ਵਜਨ ਦੇ ਬਰਾਬਰ ਦਾ ਮੈਂ ਸੋਨਾ ਦੇ ਦਿਆਂਗਾ ਤੇ ਤੂੰ ਮੈਨੂੰ ਮਿਲ,
ਤਾਂ ਗੁਰੂ ਜੀ ਕਹਿੰਦੇ ਨੇ ਬਰਾਬਰ ਦਾ ਸੋਨਾ ਦੇ ਕੇ ਰੱਬ ਨੂੰ ਨਹੀਂ ਪਾਇਆ ਜਾ ਸਕਦਾ, ਸਗੋਂ ਕੰਚਨ ਸਿਉ ਪਾਈਏ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਮਨ ਦੇ ਵੱਟੇ ਮਿਲੇਗਾ ਜੇ ਤੁਸੀਂ ਮਨ ਅਰਪ ਦਿਓਗੇ। ਤਨ ਮਨ ਧਨ ਸਭ ਸੌਂਪ ਗੁਰ ਕੋ, ਹੁਕਮ ਮੰਨੇ ਪਾਈਏ। ਇੱਥੇ ਮਨ ਮੁੱਲ ਦੇਣ ਦਾ ਮਤਲਬ ਹੈ ਆਪਣੇ ਮਨ ਦੀ ਮੱਤ ਤਿਆਗਣੀ, ਆਪਣੀ ਸੋਚ ਨੂੰ ਤਿਆਗਣਾ ਔਰ ਰੱਬੀ ਰਜ਼ਾ ਦੇ ਵਿੱਚ ਤੁਰਨਾ। ਇਸ ਲਈ ਆਪਣੇ ਹੰਕਾਰ ਨੂੰ ਛੱਡ। ਹੁਣ ਅਸੀਂ ਰਜ਼ਾ ਵਿੱਚ ਕਿਉਂ ਨਹੀਂ ਤੁਰ ਪਾਉਂਦੇ ਜਾਂ ਗੁਰੂ ਦੀ ਬਾਣੀ ਮੁਤਾਬਕ ਜ਼ਿੰਦਗੀ ਕਿਉਂ ਨਹੀਂ ਜੀ ਪਾਉਂਦੇ? ਉਹਦਾ ਮਤਲਬ ਸਿਰਫ ਇੰਨਾ ਹੈ ਕਿ ਸਾਡੇ ਅੰਦਰ ਈਗੋ ਹੈ। ਜਿਹਦੇ ਅੰਦਰ ਈਗੋ ਹੋਏਗੀ ਨਾ, ਉਹ ਦੂਜੇ ਦੀ ਗੱਲ ਮੰਨੇਗਾ ਨਹੀਂ। ਜਿਹਦੇ ਅੰਦਰ ਸੁਪਰੀਓਰਿਟੀ ਕੰਪਲੈਕਸ ਹੋਏਗਾ, ਦੂਜੇ ਦੀ ਗੱਲ ਨਹੀਂ ਮੰਨੇਗਾ। ਪੈਰਾਨਾਇਡ ਪਰਸਨੈਲਿਟੀ ਡਿਸਆਰਡਰ ਹੋਏਗਾ, ਉਹ ਦੂਜੇ ਦੀ ਗੱਲ ਨਹੀਂ ਮੰਨੇਗਾ। ਉਹਦੀ ਪਹਿਲੀ ਨਿਸ਼ਾਨੀ ਇਹ ਹੋਏਗੀ ਕਿ ਮੈਂ ਠੀਕ ਹਾਂ, ਦੂਜੇ ਗਲਤ ਨੇ। ਹੁਣ ਜਿਹਦੇ ਅੰਦਰ ਈਗੋ ਹੈ ਕਿ ਮੈਂ ਠੀਕ ਹਾਂ, ਉਹ ਫਿਰ ਇਹ ਕੰਮ ਗੁਰੂ ਤੇ ਵੀ ਲਾਗੂ ਕਰੇਗਾ, ਰੱਬ ਤੇ ਵੀ ਲਾਗੂ ਕਰੇਗਾ, ਕਿਉਂਕਿ ਆਦਤ ਬਣੀ ਹੁੰਦੀ ਹੈ ਨਾ। ਜਿਹਦੇ ਅੰਦਰ ਹੰਕਾਰ ਨਹੀਂ, ਜਿਹੜਾ ਨਿਮਰਤਾ ਦੇ ਵਿੱਚ ਹੈ, ਉਹ ਦੂਜੇ ਦੀ ਗੱਲ ਮੰਨ ਲੈਂਦਾ। ਜਿਹੜੀ ਚੰਗੀ ਗੱਲ ਹੈ ਉਹਨੂੰ ਨਾਲ ਦੇ ਨਾਲ ਮੰਨ ਲੈਂਦਾ, ਤੇ ਜਿਹੜੀ ਕੋਈ ਗਲਤ ਗੱਲ ਹੈ ਉਹਨੂੰ ਉਹ ਬੜੇ ਪਿਆਰ ਦੇ ਨਾਲ ਨਕਾਰ ਦਿੰਦਾ। ਇਹ ਨਹੀਂ ਕਿ ਉਹ ਭੈੜੀਆਂ ਗੱਲਾਂ ਵੀ ਮੰਨੀ ਜਾਂਦਾ, ਨਕਾਰ ਦਿੰਦਾ। ਜੇ ਉਹਨੂੰ ਕੋਈ ਕਹਿੰਦਾ ਨਾ ਵੀ ਤੂੰ ਅੰਮ੍ਰਿਤ ਪਾਨ ਕਰ, ਤੇ ਉਹਨੂੰ ਪਤਾ ਹੈ ਕਿ ਅੰਮ੍ਰਿਤ ਪਾਨ ਕਰਨ ਵਿੱਚ ਫਾਇਦਾ ਹੈ, ਮੇਰਾ ਇਹ ਲਾਭ ਹੋ ਸਕਦਾ ਹੈ, ਤੇ ਉਹ ਬੜੀ ਨਿਮਰਤਾ ਦੇ ਨਾਲ ਕਹਿੰਦਾ ਭਾਈ ਸਾਹਿਬ ਤੁਸੀਂ ਬੜੀ ਚੰਗੀ ਸਲਾਹ ਦਿੱਤੀ, ਠੀਕ ਹੈ, ਤਾਂ ਕੰਮ ਬੜਾ ਵਧੀਆ, ਮੈਂ ਅੰਮ੍ਰਿਤ ਪਾਨ ਕਰ ਲਾਂਗਾ, ਜਾਂ ਮੈਂ ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗਾ, ਬਹੁਤ ਵਧੀਆ, ਕਿਉਂਕਿ ਗੱਲ ਚੰਗੀ ਹੈ ਨਾ। ਜੇ ਉਹਨੂੰ ਕੋਈ ਕਵੇ ਵੀ ਤੂੰ ਸ਼ਰਾਬ ਪੀ, ਤਾਂ ਨਿਮਰਤਾ ਦਾ ਮਤਲਬ ਇਹ ਥੋੜੀ ਕੋਈ ਕਵੇ ਵੀ ਲੈ ਮੈਂ ਸ਼ਰਾਬ ਦਾ ਪੈਗ ਲਾ ਲੈਂਦਾ ਵਾ। ਜੇ ਕਵੇ ਵੀ ਤੂੰ ਚੋਰੀਆਂ ਕਰਿਆ ਕਰ, ਤਾਂ ਉਹ ਇਹ ਥੋੜੀ ਕਹੇਗਾ ਕਿ ਮੈਂ ਚੋਰੀਆਂ, ਉਹ ਮਨਾ ਕਰੇਗਾ, ਲੇਕਿਨ ਟੁੱਟ ਕੇ ਉਹਦੇ ਗੱਲ ਨਹੀਂ ਪਵੇਗਾ। ਤੂੰ ਕੌਣ ਹੁੰਦਾ ਮੈਨੂੰ ਇਹ ਗੱਲ ਕਹਿਣ ਵਾਲਾ? ਹੁਣ ਤੂੰ ਦੁਬਾਰਾ ਮੈਨੂੰ ਸ਼ਰਾਬ ਵਾਸਤੇ ਕਹਿ ਕੇ ਵੇਖ, ਜੇ ਮੇਰੇ ਦੰਦ ਨਾ ਪੰਨੇ, ਤੇਰਾ ਮੈਂ ਮੂੰਹ ਨਾ ਤੋੜਿਆ, ਐਵੇਂ ਥੋੜੀ ਕਰੇਗਾ। ਜਿਹਦੇ ਅੰਦਰ ਈਗੋ ਨਹੀਂ ਹੋਏਗੀ, ਉਹ ਬੜੇ ਪਿਆਰ ਦੇ ਨਾਲ ਕਹੇਗਾ ਨਹੀਂ ਵੀਰੇ ਸ਼ਰਾਬ ਪੀਣਾ ਠੀਕ ਨਹੀਂ, ਸਗੋਂ ਭਾਈ ਸਾਹਿਬ ਤੁਸੀਂ ਵੀ ਛੱਡ ਦਿਓ, ਨਾ ਪੀਆ ਕਰੋ, ਇਹ ਠੀਕ ਨਹੀਂ ਹੈ। ਤੇ ਮੈਂ ਤਾਂ ਕਦੇ ਸੋਚ ਵੀ ਨਹੀਂ ਸਕਦਾ ਸ਼ਰਾਬ ਪੀਣ ਵਾਸਤੇ, ਮੈਂ ਤੇ ਕਦੇ ਚੋਰੀ ਕਰਨ ਵਾਸਤੇ ਸੋਚ ਵੀ ਨਹੀਂ ਸਕਦਾ। ਤੁਹਾਡੇ ਅੰਦਰ ਜੇ ਵੀਰ ਜੀ ਇਹੋ ਜਿਹੀਆਂ ਭਾਵਨਾ ਆਉਂਦੀਆਂ ਨੇ, ਤਾਂ ਤੁਸੀਂ ਵੀ ਆਪਣੇ ਅੰਦਰ ਇਹੋ ਜਿਹੀਆਂ ਭਾਵਨਾ ਨਾ ਲਿਆਓ। ਜਿਹੜਾ ਨਿਮਰਤਾ ਵਾਲਾ ਬੰਦਾ ਉਹ ਐਵੇਂ ਮਨਾ ਕਰੇਗਾ, ਉਹ ਐਵੇਂ ਮਨਾ ਕਰੇਗਾ। ਜਿਹਨੇ ਕਿਸੇ ਦੀ ਗਲਤੀ ਵੀ ਦੱਸਣੀ ਹੋਏ ਨਾ, ਦੇਖੋ ਦੋ ਢੰਗ ਨੇ। ਇੱਕ ਤਾਂ ਬੜੇ ਈਗੋ ਦੇ ਨਾਲ ਅਗਲੇ ਨੂੰ ਨੀਵਾਂ ਵਿਖਾਣਾ, ਅਗਲੇ ਨੂੰ ਨੀਵਾਂ ਵਿਖਾਣਾ, ਤੇ ਦੂਜਾ ਹੈ ਉਹਦੀ ਗਲਤੀ ਦਾ ਜਿਹੜਾ ਅਹਿਸਾਸ ਨਿਮਰਤਾ ਦੇ ਨਾਲ ਕਰਾਉਣਾ। ਇਹਦਾ ਮਤਲਬ ਇਹ ਨਹੀਂ ਕਿ ਜੇ ਕੋਈ ਗਲਤ ਹੈ ਤਾਂ ਅਸੀਂ ਉਹਨੂੰ ਗਲਤੀ ਦਾ ਅਹਿਸਾਸ ਨਾ ਕਰਾਈਏ। ਸਪੋਜ਼ ਮੈਂ ਕਿਤੇ ਗਲਤ ਹਾਂ, ਮੈਂ ਬੋਲ ਰਿਹਾ, ਮੰਨ ਲਓ ਅਰਦਾਸ ਨੂੰ ਲੈ ਲਓ, ਸਪੋਜ਼ ਸ਼ਬਦ ਮੈਂ ਕਹਿ ਰਿਹਾ, ਸਪੋਜ਼ ਕਿ ਮੈਂ ਬੋਲ ਰਿਹਾ ਹਾਂ ਗੁਰੂ ਤੇਗ ਬਹਾਦਰ ਸਿਮਰਿਆ ਕਰ ਨੌਨੇ ਦਾਵੇ ਥਾਏ, ਜਾਂ ਗੁਰੂ ਤੇਗ ਬਹਾਦਰ ਸਿਮਰਿਆ, ਗੁਰੂ ਤੇਗ ਬਹਾਦਰ ਕਹਿ ਰਿਹਾ, ਤੇ ਲਿਖਿਆ ਹੈ ਤੇਗ ਬਹਾਦਰ ਸਿਮਰਿਆ, ਗੁਰ ਸ਼ਬਦ ਨਹੀਂ ਹੈ। ਹੁਣ ਤੁਸੀਂ ਮੈਨੂੰ ਗਲਤ ਅਹਿਸਾਸ ਕਰਾਉਣ ਦੇ ਦੋ ਢੰਗ ਨੇ। ਇੱਕ ਤਾਂ ਚਾਰ ਬੰਦਿਆਂ ਦੇ ਵਿੱਚ ਮੈਨੂੰ ਨੀਵਾਂ ਵਿਖਾਓ, ਮੇਰੀ ਇਨਸਲਟ ਕਰੋ। ਇੱਕ ਤਾਂ ਉਹ ਢੰਗ ਹੈ ਜਿਹੜਾ ਸਾਡੇ ਸਾਰਿਆਂ ਦੇ ਕੋਲ ਹੁੰਦਾ ਹੈ, ਔਰ ਜਿਹਦੇ ਨਾਲ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿਸੇ ਦੂਜੇ ਨੂੰ ਨੀਵਾਂ ਵਿਖਾ ਕੇ। ਦੂਜਾ ਢੰਗ ਇਹ ਹੈ ਕਿ ਤੁਸੀਂ ਮੇਰੇ ਕੋਲ ਆਓ ਤੇ ਤੁਸੀਂ ਕਹੋ ਕਿ ਭਾਈ ਸਾਹਿਬ ਤੁਸੀਂ ਸਵੇਰੇ ਅਰਦਾਸ ਕਰ ਰਹੇ ਸੀ ਨਾ, ਬੋਲ ਰਹੇ ਸੀ ਗੁਰੂ ਤੇਗ ਬਹਾਦਰ ਸਿਮਰਿਏ, ਤੇ ਮੈਂ ਬੋਲਦਾ ਹੁੰਦਾ ਵਾਂ ਤੇਗ ਬਹਾਦਰ ਸਿਮਰਿਏ, ਤੇ ਮੈਂ ਕਨਫਰਮ ਕਰਨਾ ਸੀ ਕਿ ਤੇ ਮੈਂ ਗਲਤ ਤੇ ਨਹੀਂ। ਥੋੜਾ ਰਹਿਤ ਮਰਿਆਦਾ ਫੜਿਓ ਜਰਾ, ਦੇਖੀ ਕੀ ਲਿਖਿਆ। ਤੇ ਜਦੋਂ ਰਹਿਤ ਮਰਿਆਦਾ ਫੜਾਂਗੇ ਵਿੱਚ ਲਿਖਿਆ ਹੋਵੇਗਾ ਤੇਗ ਬਹਾਦਰ ਸਿਮਰਿਆ, ਤਾਂ ਫਿਰ ਤੁਸੀਂ ਮੈਨੂੰ ਕਹਿ ਦੋਗੇ ਨਾ ਵੀਰੇ ਜੇ ਤੇਗ ਬਹਾਦਰ ਲਿਖਿਆ ਫਿਰ ਐਵੇਂ ਬੋਲ ਲਿਆ ਕਰੋ। ਦੇਖੋ ਗਲਤੀ ਦਾ ਅਹਿਸਾਸ ਕਰਾਉਣਾ ਹੈ ਨਾ, ਤਾਂ ਹੰਕਾਰ ਜਿਸ ਬੰਦੇ ਦੇ ਅੰਦਰ ਹੋਏਗਾ ਉਹ ਗਲਤੀ ਦਾ ਅਹਿਸਾਸ ਘੱਟ ਕਰਾਏਗਾ, ਦੂਜੇ ਨੂੰ ਨੀਵਾਂ ਜ਼ਿਆਦਾ ਵਿਖਾਏਗਾ ਕਿ ਉਹਦੀ ਭਾਵਨਾ ਨੀਵਾਂ ਵਿਖਾਉਂਦੀ ਹੋਏਗੀ। ਪਰ ਜਿਸ ਦੇ ਅੰਦਰ ਨਿਮਰਤਾ ਹੋਏਗੀ ਨਾ, ਉਹ ਗਲਤੀ ਦਾ ਅਹਿਸਾਸ ਕਰਾਏਗਾ ਬੜੇ ਪਿਆਰ ਦੇ ਨਾਲ, ਨੀਵਾਂ ਵਿਖਾਉਣ ਵਾਸਤੇ ਨਹੀਂ। ਤਾਂ ਗੁਰੂ ਜੀ ਕਹਿੰਦੇ ਨੇ ਤਜ ਅਭਿਮਾਨ ਲੇਹ ਮਨ ਮੋਲ, ਆਪਣਾ ਮਨ ਦੇ ਕੇ ਤੇ ਰੱਬ ਨੂੰ ਪ੍ਰਾਪਤ ਕਰ ਲੈ, ਹੰਕਾਰ ਗਵਾ ਲੈ। ਹੁਣ ਆਪਾਂ ਇੱਥੋਂ ਜਿਹੜਾ ਸਾਡੇ ਵਾਸਤੇ ਜੀਵਨ ਲਈ ਸਿਧਾਂਤ ਨਿਕਲ ਰਿਹਾ ਉਹਨੂੰ ਵੇਖੀਏ ਕਿ ਅਸੀਂ ਕਿੰਨਾ ਨੁਕਸਾਨ ਆਪਣਾ ਕੀਤਾ ਹੈ। ਗੁਰੂ ਜੀ ਸਾਨੂੰ ਕਹਿੰਦੇ ਨੇ ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ।
ਜੇ ਸਾਡੇ ਅੰਦਰ ਨਿਮਰਤਾ ਹੁੰਦੀ, ਅਸੀਂ ਕਹਿਣਾ ਸੀ ਗੁਰੂ ਜੀ ਸਤ ਵਚਨ ਅਸੀਂ ਸੱਚ ਹੀ ਬੋਲਾਂਗੇ, ਧਰਮ ਦੀ ਗੱਲ ਕਰਾਂਗੇ। ਤੇ ਹੁਣ ਜਿਹਦੇ ਅੰਦਰ ਨਿਮਰਤਾ ਨਹੀਂ, ਉਹ ਕੀ ਕਰੇਗਾ? ਅਗਲੀ ਗੱਲ ਦਾ ਲੱਗ ਗਿਆ ਨਾ ਪਤਾ ਕਿ ਮੈਂ ਤੇ ਝੂਠ ਬੋਲਾਂਗਾ। ਇਟ ਮੀਨਸ ਸਾਡੇ ਅੰਦਰ ਈਗੋ ਹੈ, ਅਸੀਂ ਗੁਰੂ ਦੀ ਗੱਲ ਤਾਂ ਨਹੀਂ ਮੰਨ ਰਹੇ। ਗੁਰੂ ਜੀ ਦੇਖੋ ਸਾਡੇ ਲਾਭ ਵਾਸਤੇ ਕਹਿ ਰਹੇ ਨੇ, ਧੰਨ ਪੀਰ ਇਹ ਨਾ ਆਖੀਆਂ ਬਹਿਨ ਇਕੱਠੇ ਹੋਏ, ਏਕ ਜੋਤ ਦੋਏ ਮੂਰਤੀ ਧੰਨ ਪੀਰ ਕਹੀਆਂ ਸੋਏ। ਗੁਰੂ ਜੀ ਕਹਿੰਦੇ ਪਿਆਰਿਓ, ਪਤੀ ਪਤਨੀ ਉਹ ਨਹੀਂ ਜਿਹੜੇ ਇਕੱਠੇ ਇੱਕ ਸਟੇਜ ਤੇ ਹੋ ਕੇ ਬਹਿ ਜਾਣ, ਪਤੀ ਪਤਨੀ ਉਹ ਨੇ ਜਿਹੜੇ ਵੇਖਣ ਨੂੰ ਦੋ ਹੋਣ, ਸੋਚ ਉਹਨਾਂ ਦੀ ਇੱਕ ਹੋਏ। ਜੇ ਸਾਡੇ ਵਿੱਚ ਨਿਮਰਤਾ ਹੁੰਦੀ ਤੇ ਅਸੀਂ ਕਹਿੰਦੇ ਸਤਿਗੁਰੂ ਜੀ ਇੱਕ ਸੋਚ ਬਣਾ ਕੇ ਰੱਖਾਂਗੇ, ਤੁਹਾਡੀ ਜ਼ਿੰਦਗੀ ਤੁਹਾਡੇ ਮੁਤਾਬਕ ਅਸੀਂ ਜ਼ਿੰਦਗੀ ਜੀਵਾਂਗੇ, ਕਿੰਨਾ ਪਿਆਰ ਹੋਣਾ ਸੀ। ਤੇ ਹੁਣ ਜਦੋਂ ਅਸੀਂ ਗੁਰੂ ਦੀ ਇਹ ਗੱਲ ਨਹੀਂ ਮੰਨੀ, ਇਟ ਮੀਨਸ ਈਗੋ ਹੈ ਨਾ, ਅਸੀਂ ਇਹ ਸਮਝਣਾ ਵੀ ਗੁਰੂ ਨੂੰ ਨਹੀਂ ਪਤਾ ਇਸ ਬਾਰੇ, ਤਾਂ ਉਹਦਾ ਨੁਕਸਾਨ ਕਿਹਦਾ ਹੋਇਆ? ਗੁਰੂ ਜੀ ਨੇ ਸਾਨੂੰ ਕਿਹਾ ਨਾ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ, ਤ੍ਰਿਸ਼ਨਾ ਰਾਚ ਨਾ ਪਰ ਕਰ ਜਾਵਾਂ, ਤ੍ਰਿਸ਼ਨਾ ਨਾਮ ਬੁਝਾਈ। ਮੈਂ ਰੱਬ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਪੂਜਦਾ, ਮੈਂ ਮੜੀ ਮਸਾਨ ਤੇ ਨਹੀਂ ਜਾਂਦਾ, ਤ੍ਰਿਸ਼ਨਾ ਦੇ ਅਧੀਨ ਹੋ ਕੇ ਮੈਂ ਕਿਸੇ ਦੂਜੇ ਦੇ ਘਰ ਨਹੀਂ ਜਾਂਦਾ, ਬੇਗਾਨਾ ਹੱਕ ਨਹੀਂ ਖਾਂਦਾ। ਜੇ ਨਿਮਰਤਾ ਹੁੰਦੀ ਤਾਂ ਇਹ ਚੀਜ਼ ਮੰਨਣਾ ਸੀ, ਲੇਕਿਨ ਜੇ ਅਸੀਂ ਮੜੀਆਂ ਕਬਰਾਂ ਤੇ ਜਾ ਰਹੇ ਹਾਂ, ਇਟ ਮੀਨਸ ਨਿਮਰਤਾ ਨਹੀਂ ਹੈ ਨਾ। ਤਾਂ ਅਸੀਂ ਆਪਣੇ ਜੀਵਨ ਨੂੰ ਪਰਖਣਾ ਹੈ। ਮੈਂ ਗੱਲਾਂ ਤੁਹਾਡੇ ਤੇ ਨਹੀਂ ਥੋਪਣੀਆਂ, ਤੁਸੀਂ ਮੇਰੇ ਤੇ ਨਹੀਂ ਥੋਪਣੀਆਂ। ਅਸੀਂ ਵੀਰਾਂ ਭੈਣਾਂ ਨੇ ਮਿਲ ਕੇ ਬਾਣੀ ਦੀ ਵਿਚਾਰ ਕਰਨੀ ਹੈ। ਮੈਂ ਸਿਰਫ ਵਿਚਾਰ ਕਰ ਰਿਹਾ, ਜੇ ਤੁਹਾਡੇ ਵਿੱਚੋਂ ਕੋਈ ਵਿਚਾਰ ਕਰਦਾ ਮੈਂ ਸੁਣਦਾ। ਅਸੀਂ ਪਰਖਣਾ ਹੈ ਕਿ ਬਾਣੀ ਦੀ ਕਸਵੱਟੀ ਤੇ ਅਸੀਂ ਕਿੱਥੇ ਖੜੇ ਹਾਂ। ਇਸ ਲਈ ਤਜ ਅਭਿਮਾਨ ਲੇਹ ਮਨ ਮੋਲ, ਰਾਮ ਨਾਮ ਦੇ ਮਹਤੋਲ। ਇੱਥੇ ਰਾਮ ਨਾਮ ਦਾ ਮਤਲਬ ਰਾਮ ਦਾ ਨਾਮ, ਨਾਮ ਦਾ ਮਤਲਬ ਹੁਕਮ, ਹਿਰਦੇ ਮੈਂ ਤੋਲ, ਹਿਰਦੇ ਦਾ ਮਤਲਬ ਮੈਂਟੈਲਿਟੀ, ਸੋਚ, ਤੇ ਤੋਲ ਦਾ ਮਤਲਬ ਹੈ ਪਰਖ, ਜਾਂਚ ਪੜਤਾਲ ਕਰ। ਆਪਣੀ ਸੋਚ ਦੇ ਅੰਦਰ ਰੱਬ ਦੇ ਹੁਕਮ ਦੀ ਖੋਜ, ਐਨਾਲਿਸਿਸ ਕਰ ਕਿ ਕੀ ਤੂੰ ਰੱਬ ਦੇ ਹੁਕਮ ਮੁਤਾਬਕ ਜ਼ਿੰਦਗੀ ਜੀ ਰਿਹਾ, ਕੀ ਤੂੰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀ ਰਿਹਾ ਹੈ, ਕੀ ਤੇਰੇ ਅੰਦਰ ਸਤ ਸੰਤੋਖ ਦਇਆ ਧਰਮ ਧੀਰਜ ਗਿਆਨ ਵੈਰਾਗ ਨਿਮਾਨਤਾ ਹੈ, ਕੀ ਤੂੰ ਲੋਕਾਂ ਦੇ ਨਾਲ ਉਹੋ ਜਿਹਾ ਵਿਹਾਰ ਕਰਦਾ ਹੈ ਜਿਹੋ ਜਿਹਾ ਵਿਹਾਰ ਤੂੰ ਆਪਣੇ ਵਾਸਤੇ ਚਾਹੁੰਦਾ ਹੈ, ਕਿ ਲੋਕਾਂ ਦੇ ਨਾਲ ਤੂੰ ਉਹੋ ਜਿਹੇ ਬੋਲ ਬੋਲਦਾ ਹੈ ਜਿਹੋ ਜਿਹੇ ਤੂੰ ਆਪਣੇ ਵਾਸਤੇ ਸੁਣਨਾ ਚਾਹੁੰਦਾ ਹੈ। ਆਪਣੀ ਸੋਚ ਦੇ ਅੰਦਰ ਤੋਲ ਦਾ ਮਤਲਬ ਇਹਨਾਂ ਚੀਜ਼ਾਂ ਨੂੰ ਪਰਖ, ਆਪਣੇ ਆਪ ਨੂੰ ਤੋਲ, ਆਪਣੇ ਆਪ ਨੂੰ ਪਰਖ, ਆਪਣੇ ਅੰਦਰ ਖੋਜ ਕਰ। ਤੇ ਜਦੋਂ ਖੋਜ ਕਰੇਗਾ ਤੇਰੇ ਦੋਸ਼ ਤੇਰੇ ਸਾਹਮਣੇ ਆ ਜਾਣਗੇ। ਜਦੋਂ ਖੋਜ ਕਰੇਗਾ ਤੇਰੇ ਅੰਦਰ ਜੋ ਪੋਸਿਬਿਲਿਟੀਜ਼ ਨੇ ਕਿ ਤੂੰ ਕਿਹੜਾ ਮਹਾਨ ਹੋ ਸਕਦਾ ਹੈ, ਉਹ ਚੀਜ਼ ਤੇਰੇ ਸਾਹਮਣੇ ਆ ਜਾਏਗੀ। ਜਦੋਂ ਖੋਜ ਕਰੇਗਾ ਤਾਂ ਤੈਨੂੰ ਦਿਸ ਪਵੇਗਾ ਕਿ ਵਾਸਤਵ ਦੇ ਅੰਦਰ ਮੇਰਾ ਜਿਹੜਾ ਅੰਦਰ ਹੈ ਇਹ ਤੇ ਗੁਣਾਂ ਦੇ ਨਾਲ ਭਰਿਆ ਪਿਆ, ਪਰ ਮੈਂ ਇਹਨਾਂ ਦੀ ਵਰਤੋਂ ਨਹੀਂ ਕਰ ਰਿਹਾ। ਤਾਂ ਗੁਰੂ ਜੀ ਕਹਿੰਦੇ ਨੇ ਜੋ ਰੱਬ ਦਾ ਹੁਕਮ ਹੈ ਉਹਨੂੰ ਆਪਣੇ ਹਿਰਦੇ ਦੇ ਅੰਦਰ ਖੋਜ, ਆਪਣੀ ਪਰਖ ਕਰ ਕਿ ਕੀ ਤੇਰੀ ਜ਼ਿੰਦਗੀ ਰੱਬੀ ਹੁਕਮ ਮੁਤਾਬਕ ਹੈ। ਲਾਦ ਖੇਪ ਸੰਤਹਿ ਸੰਚਾਲ। ਖੇਪ ਦਾ ਮਤਲਬ ਹੁੰਦਾ ਹੈ ਸੌਦੇ ਦਾ ਭਾਰ। ਇੱਕ ਤੇ ਹੁੰਦਾ ਹੈ ਇੱਕ ਬੋਰੀ ਅਸੀਂ ਚੁੱਕਣੀ, ਇੱਕ ਕੱਟਾ ਚੁੱਕ ਲਿਆ, ਤੇ ਖੇਪ ਹੁੰਦਾ ਹੈ ਵੀ ਮੈਂ ਬਹੁਤ ਸਾਰਾ ਸਮਾਨ, ਪੂਰੇ ਦਾ ਪੂਰਾ ਟਰੈਕਟਰ ਭਰਿਆ ਹੈ ਆਟੇ ਦਾ ਜਾਂ ਸਬਜ਼ੀ ਦਾ ਜਾਂ ਹੋਰ ਬਹੁਤ ਸਾਰਾ ਸਮਾਨ ਹੈ। ਖੇਪ ਹਰ ਵਣ ਦੀ ਵਸਤ। ਸੰਤਹਿ ਦਾ ਮਤਲਬ ਗੁਰੂ, ਸੰਗ ਦਾ ਮਤਲਬ ਸ਼ਰਨ, ਚਾਲ ਦਾ ਮਤਲਬ ਤੁਰ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਤੁਰ ਤੇ ਗੁਣਾਂ ਦਾ ਸੌਦਾ ਲੱਦ। ਗੁਣਾਂ ਦਾ ਸੌਦਾ ਦੇਖੋ ਦੋ ਤਰ੍ਹਾਂ ਦਾ ਸੌਦਾ ਹੈ। ਕਿਸੇ ਨੇ ਪੰਡਾਂ ਚੁੱਕੀਆਂ ਨੇ ਈਰਖਾ ਦਵੇਸ਼ ਵੈਰ ਵਿਰੋਧ ਪਾਪ ਅਪਰਾਧ ਦੀਆਂ, ਤੇ ਕਿਸੇ ਨੇ ਪੰਡਾਂ ਚੁੱਕੀਆਂ ਨੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ। ਦੋ ਤਰ੍ਹਾਂ ਦਾ ਸੌਦਾ ਹੈ ਨਾ। ਕਿਸੇ ਦੀ ਸੋਚ ਗੁਣਾਂ ਵਾਲੀ ਹੈ ਔਰ ਕਿਸੇ ਦੀ ਸੋਚ ਪਾਪਾਂ ਔਗਣਾਂ ਵਾਲੀ ਹੈ। ਜਿਨ੍ਹਾਂ ਦੀ ਸੋਚ ਪਾਪਾਂ ਔਗਣਾਂ ਵਾਲੀ ਹੈ ਉਹਨਾਂ ਦੀ ਸੰਗਤ ਵੀ ਮਾੜੀ ਹੋਏਗੀ, ਭਗਤਾਂ ਤੇ ਸਹਿਸਾਰੀਆਂ ਜੋੜ ਕਦੇ ਨਾ ਆਇਆ। ਤੇ ਜਿਨ੍ਹਾਂ ਦੀ ਸੋਚ ਚੰਗੀ ਹੈ ਉਹਨਾਂ ਦੀ ਸੰਗਤ ਵੀ ਚੰਗੀ ਹੋਏਗੀ। ਤੇ ਯਾਦ ਰੱਖਣਾ, ਜੇ ਮਾੜੀ ਸੋਚ ਵਾਲੇ ਲੋਕ ਵੀ ਚੰਗੀ ਸੋਚ ਵਾਲਿਆਂ ਦੀ ਸੰਗਤ ਕਰਨੀ ਸ਼ੁਰੂ ਕਰ ਦੇਣਗੇ
ਆਪਣੇ ਅੰਦਰ ਉਹ ਬਣਾ ਲੈਣ ਕਿ ਅਸੀਂ ਚੰਗੇ ਹੋਣਾ ਹੈ, ਤਾਂ ਉਹਨਾਂ ਦੀ ਸੋਚ ਵੀ ਬਦਲ ਸਕਦੀ ਹੈ। ਇਸੇ ਕਰਕੇ ਸਿੱਖ ਧਰਮ ਵਿੱਚ ਸੰਗਤ ਦੀ ਮਹਾਨਤਾ ਹੈ, ਵਿੱਚ ਸੰਗਤ ਹਰ ਪ੍ਰਵਸੈ ਜੀਓ। ਤਾਂ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਚਰਨਾਂ ਦੀ ਸ਼ਰਨ ਲੈ, ਸੰਤੈ ਸੰਗ ਚਾਲ ਦਾ ਮਤਲਬ ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾ, ਤੇ ਲਾਦ ਖੇਪ ਦਾ ਮਤਲਬ ਸ਼ੁਭ ਗੁਣਾਂ ਦਾ ਸੌਦਾ ਲੱਦ, ਤੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਚੱਲ, ਫਿਰ ਇਹ ਤੇਰੀ ਖੇਪ ਨਿਭ ਜਾਏਗੀ, ਤੇਰੇ ਨਾਲ ਸਾਰੀ ਜ਼ਿੰਦਗੀ ਇਹ ਗੁਣ ਨਿਭ ਜਾਣਗੇ। ਲਾਦ ਖੇਪ ਸੰਤਹਿ ਸੰਗ ਚਾਲ, ਤੇ ਨਾਲ ਹੋਰ ਕੀ ਕਰ, ਅਵਰ ਤਿਆਗ ਵਿਖਿਆ ਜੰਜਾਲ। ਵਿਖਿਆ ਦਾ ਮਤਲਬ ਜ਼ਹਿਰ, ਜੰਜਾਲ ਦਾ ਮਤਲਬ ਝਮੇਲੇ, ਮਾਇਆ ਦੇ ਝਮੇਲੇ, ਮਾਇਆ ਦੇ ਧੰਦੇ। ਗੁਣਾਂ ਦਾ ਧਾਰਨੀ ਹੋ ਤੇ ਹੋਰ ਜਿਹੜੇ ਮਾਇਆ ਦੇ ਜੰਜਾਲ ਨੇ ਇਹਨਾਂ ਨੂੰ ਤਿਆਗ ਦੇ। ਹੁਣ ਇਹ ਚੀਜ਼ ਸਮਝਣ ਵਾਲੀ ਹੈ, ਸਾਡਾ ਜੋ ਕੀਤਾ ਹੋਇਆ ਕੰਮ ਹੈ, ਇਹ ਕੰਮ ਹੀ ਸਾਡੇ ਭਗਤੀ ਬਣ ਜਾਂਦੇ ਨੇ, ਔਰ ਸਾਡੇ ਕੰਮ ਹੀ ਸਾਡੇ ਵਾਸਤੇ ਜੰਜਾਲ ਬਣ ਜਾਂਦੇ ਨੇ। ਜੇ ਅਸੀਂ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਂਦੇ ਹਾਂ ਤਾਂ ਸਾਡੇ ਕੀਤੇ ਹੋਏ ਕਰਮ ਹੀ ਕਿਰਤ ਬਣ ਜਾਂਦੀ ਹੈ। ਜੇ ਅਸੀਂ ਸੱਚ ਨੂੰ ਬੇਸ ਬਣਾ ਕੇ ਜ਼ਿੰਦਗੀ ਜੀ ਰਹੇ ਹਾਂ ਤਾਂ ਸਾਡੇ ਕਰਮ ਕਿਰਤ ਬਣ ਗਏ, ਭਗਤੀ ਬਣ ਗਏ, ਬੰਦਗੀ ਬਣ ਗਏ, ਸੁੱਖ ਦੇਣ ਵਾਲੇ ਬਣ ਗਏ। ਤੇ ਜੇ ਅਸੀਂ ਝੂਠ ਨੂੰ ਬੇਸ ਬਣਾ ਕੇ ਕਰਮ ਕਰਦੇ ਹਾਂ ਤਾਂ ਉਹ ਸਾਡੇ ਕੀਤੇ ਹੋਏ ਕਰਮ ਹੀ ਸਾਡੇ ਵਾਸਤੇ ਜੰਜਾਲ ਬਣ ਜਾਣਗੇ, ਬੰਧਨ ਬਣ ਜਾਣਗੇ, ਸਾਡੇ ਵਾਸਤੇ ਦੁੱਖਾਂ ਦਾ ਕਾਰਨ ਬਣ ਜਾਣਗੇ। ਇਸ ਲਈ ਮਾਇਆ ਦਾ ਜਿਹੜੇ ਜੰਜਾਲ ਨੇ ਉਹਨਾਂ ਨੂੰ ਤਿਆਗ। ਮਾਇਆ ਦਾ ਮਤਲਬ ਉਹ ਸੋਚ, ਜਿਹੜੀ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਉਹ ਸੋਚ ਜੋ ਸਾਨੂੰ ਸੈਲਫਿਸ਼ ਬਣਾਉਂਦੀ ਹੈ। ਇਹੋ ਜਿਹੇ ਜਿਹੜੇ ਜੰਜਾਲ ਤੋਂ ਆਪਣੇ ਗਲ ਵਿੱਚ ਪਾਏ ਹੋਏ ਨੇ, ਇਹਨਾਂ ਨੂੰ ਤਿਆਗ ਦੇ, ਇਹਨਾਂ ਨੂੰ ਖਤਮ ਕਰ ਦੇ, ਵਿਕਾਰਾਂ ਨੂੰ, ਇਹਨਾਂ ਜੰਜਾਲਾਂ ਨੂੰ ਖਤਮ ਕਰ, ਔਰ ਜਿਹੜੇ ਰੱਬੀ ਗੁਣ ਨੇ ਉਹਨਾਂ ਦਾ ਧਾਰਨੀ ਹੋ। ਐਵੇਂ ਕੂੜਾ ਕਰਕਟ ਨਾ ਲੱਦੀ ਫਿਰ। ਕਦੀ ਗੁਰੂ ਜੀ ਇਹਨਾਂ ਨੂੰ ਮਾਇਆ ਜੰਜਾਲ ਕਹਿੰਦੇ ਨੇ, ਕਦੇ ਗੁਰੂ ਪਾਤਸ਼ਾਹ ਜੀ ਇਹਨਾਂ ਨੂੰ ਕੌਡੀ ਕਹਿੰਦੇ ਨੇ, ਕੌਡੀ ਬਦਲੇ ਜਾਏ। ਤਾਂ ਸ਼ੁਭ ਗੁਣਾਂ ਦਾ ਧਾਰਨੀ ਹੋ, ਤੇ ਜਿਹੜੇ ਇਹ ਮਾਇਆ ਦੇ ਜੰਜਾਲ ਨੇ, ਮਾੜੇ ਕਰਮ ਨੇ, ਵਿਕਾਰ ਪਾਪ ਅਪਰਾਧ ਨੇ, ਇਹਨਾਂ ਦਾ ਤਿਆਗ ਕਰ। ਫਿਰ ਇਹਦੇ ਨਾਲ ਹੋਏਗਾ ਕੀ? ਇਹਦੇ ਨਾਲ ਕੀ ਹੋਏਗਾ? ਧਨ ਧਨ ਕਹੇ ਸਭ ਕੋਏ। ਜੇ ਤੂੰ ਐਸਾ ਉਦਮ ਕਰੇਗਾ ਤਾਂ ਸਭ ਕੋਈ ਤੈਨੂੰ ਧਨ ਧਨ ਕਹੇਗਾ, ਸ਼ਾਬਾਸ਼ ਆਖੇਗਾ। ਹਰ ਬੰਦਾ ਕਹੇਗਾ ਕਿ ਇਹ ਬੰਦਾ ਬਹੁਤ ਚੰਗਾ ਹੈ, ਧਨਤਾ ਯੋਗ ਹੈ ਇਸ ਦੀ ਜ਼ਿੰਦਗੀ, ਮੁਬਾਰਕ ਹੈ ਇਹਦਾ ਜੀਵਨ। ਇਹੋ ਜਿਹੇ ਲੋਕ ਸੰਸਾਰ ਤੇ ਆਉਂਦੇ ਰਹਿਣ, ਇਹੋ ਜਿਹੇ ਲੋਕਾਂ ਦਾ ਸੰਗ ਵੱਡੇ ਭਾਗਾਂ ਨਾਲ ਮਿਲਦਾ ਹੈ। ਹਰ ਇਨਸਾਨ ਤੈਨੂੰ ਧਨ ਧਨ ਕਹੇਗਾ। ਦੁਨੀਆ ਦੇ ਵਿੱਚੋਂ ਕੋਈ ਬੰਦਾ ਹੈ ਜਿਹੜਾ ਭਾਈ ਕਨ੍ਹਈਆ ਜੀ ਦੇ ਖਿਲਾਫ ਬੋਲਣਾ ਚਾਹੇ? ਨਹੀਂ ਬੋਲਣਾ ਚਾਹੇਗਾ ਨਾ। ਜਿਨ੍ਹਾਂ ਦਾ ਨਾਮ ਅਸੀਂ ਅਰਦਾਸ ਵਿੱਚ ਰੋਜ਼ ਲੈਂਦੇ ਆ, ਕਿ ਉਹਨਾਂ ਦੇ ਖਿਲਾਫ ਕੋਈ ਬੋਲਣਾ ਚਾਹੇਗਾ? ਨਹੀਂ। ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਲੋਕ ਧੰਨ ਧੰਨ ਕਹਿਣਗੇ। ਭਗਤ ਪੂਰਨ ਸਿੰਘ, ਉਹਦੇ ਖਿਲਾਫ ਕੋਈ ਬੋਲਣਾ ਚਾਹੇਗਾ? ਨਹੀਂ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਜੇ ਤੂੰ ਗੁਣਾਂ ਦਾ ਧਾਰਨੀ ਹੋਏਗਾ, ਗੁਰੂ ਦੇ ਦੱਸੇ ਰਾਹ ਤੇ ਤੁਰੇਗਾ, ਹੰਕਾਰ ਛੱਡੇਗਾ, ਵਿਕਾਰਾਂ ਦੇ ਜੰਜਾਲਾਂ ਚੋਂ ਬਾਹਰ ਆਏਗਾ, ਤਾਂ ਸਭ ਕੋਈ ਤੈਨੂੰ ਧੰਨ ਧੰਨ ਕਹੇਗਾ। ਤੈਨੂੰ ਕਹਿਣ ਦੀ ਲੋੜ ਨਾ ਪਵੇਗੀ ਕਿ ਮੈਂ ਚੰਗਾ ਹਾਂ, ਮੈਂ ਨਿਤਨੇਮ ਕਰਦਾ, ਮੈਂ ਪਾਠ ਕਰਨਾ। ਕਹਿਣ ਦੀ ਬਿਲਕੁਲ ਲੋੜ ਨਹੀਂ ਪੈਣੀ। ਤੇਰੀ ਜ਼ਿੰਦਗੀ ਚੋਂ ਦਿਸੇਗਾ, ਤੇਰੇ ਵਿਹਾਰ ਚੋਂ ਦਿਸੇਗਾ। ਲੋਕ ਤੈਨੂੰ ਚੰਗਾ ਕਹਿਣਗੇ, ਧਨਤਾ ਯੋਗ ਕਹਿਣਗੇ। ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਦੇਖੋ ਹੁਣ ਜੇ ਅਸੀਂ ਗੁਣਾਂ ਦੇ ਧਾਰਨੀ ਹੋਵਾਂਗੇ, ਗੁਰਬਾਣੀ ਮੁਤਾਬਕ ਜ਼ਿੰਦਗੀ ਜੀਵਾਂਗੇ, ਸੁੱਖ ਸਾਨੂੰ ਮਿਲਣਾ ਹੈ ਤੇ ਸ਼ੋਭਾ ਅਸੀਂ ਸੰਸਾਰ ਦੀ ਖੱਟਾਂਗੇ। ਤੇ ਜੇ ਅਸੀਂ ਮਾੜੇ ਕਰਮ ਕਰਾਂਗੇ, ਦੁੱਖ ਅਸੀਂ ਪਾਣਾ ਹੈ ਤੇ ਨਿੰਦਿਆ ਸਾਡੀ, ਬੁਰਾਈਆਂ ਸਾਡੀ ਸਮਾਜ ਕਰੇਗਾ। ਚੁਆਇਸ ਹੁਣ ਸਾਡੀ, ਕਿਸੇ ਕੀ ਕਰਨਾ ਚਾਹੁੰਦੇ ਆ। ਧੰਨ ਧੰਨ ਕਹੇ ਸਭ ਕੋਏ, ਮੁਖ ਉਜਲ ਹਰ ਦਰਗਾਹ ਸੋਏ। ਰੱਬ ਦੀ ਦਰਗਾਹ ਵਿੱਚ ਵੀ ਤੇਰਾ ਮੁਖ ਉਜਲਾ ਹੋਏਗਾ। ਸੋਏ ਦਾ ਮਤਲਬ ਸ਼ੋਭਾ, ਤੇਰੀ ਸ਼ੋਭਾ ਹੋਏਗੀ। ਤੇ ਰੱਬ ਦੀ ਦਰਗਾਹ ਕਿਹੜੀ ਹੈ? ਇਹ ਸਾਰਾ ਸੰਸਾਰ ਰੱਬ ਦੀ ਹੀ ਦਰਗਾਹ ਹੈ। ਰੱਬ ਦੀ ਦਰਗਾਹ ਦਾ ਮਤਲਬ ਹੈ ਜਿੱਥੇ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜ਼ਿੰਦਗੀ ਦੀ ਪਰਖ ਕੀਤੀ ਜਾਂਦੀ ਹੈ। ਅਸੀਂ ਸਾਰੇ ਵੀਰ ਭੈਣਾਂ ਬੈਠੇ ਹਾਂ, ਜੇ ਅਸੀਂ ਗੁਰਬਾਣੀ ਅਨੁਸਾਰ, ਗੁਰਬਾਣੀ ਨੂੰ ਬੇਸ ਬਣਾ ਕੇ ਆਪਣੇ ਜੀਵਨ ਨੂੰ ਪਰਖੀਏ ਇਮਾਨਦਾਰੀ ਨਾਲ, ਮਨ, ਬਚਨ ਔਰ ਕਰਮ ਕਰਕੇ,
ਤਾਂ ਜਿਸ ਦਾ ਵੀ ਜੀਵਨ ਗੁਰਬਾਣੀ ਦੀ ਕਸਵੱਟੀ ਤੇ ਮਨ ਬਚਨ ਕਰਮ ਕਰਕੇ ਪੂਰਾ ਉਤਰੇਗਾ ਤਾਂ ਉਹਦਾ ਮੁਖ ਉਜਲਾ ਹੈ। ਉਹਨੂੰ ਆਪਣੇ ਅੰਦਰੋਂ ਹੀ ਆਵਾਜ਼ ਆ ਜਾਣੀ ਹੈ ਕਿ ਮੈਂ ਐਸੀ ਜ਼ਿੰਦਗੀ ਜੀ ਰਿਹਾ ਹਾਂ। ਤੇ ਜੇ ਹੁਣ ਅਸੀਂ ਸਾਰੇ ਵੀਰ ਭੈਣਾਂ, ਮੈਂ ਵੀ ਤੁਸੀਂ ਵੀ, ਇਮਾਨਦਾਰੀ ਨਾਲ ਨਿਸਪਕਸ਼ ਹੋ ਕੇ ਆਪਣੇ ਅੰਦਰ ਝਾਤ ਮਾਰੀਏ, ਨਿਸਪਕਸ਼ ਇਮਾਨਦਾਰੀ ਨਾਲ, ਕਿ ਕੀ ਮਨ ਬਚਨ ਔਰ ਕਰਮ ਕਰਕੇ ਸਾਡੀ ਜ਼ਿੰਦਗੀ ਗੁਰਬਾਣੀ ਦੀ ਕਸਵੱਟੀ ਤੇ ਪੂਰੀ ਉਤਰਦੀ ਹੈ। ਜੇ ਤੇ ਉਤਰਦੀ ਹੈ ਤਾਂ ਬੜੀ ਖੁਸ਼ੀ ਵਾਲੀ ਗੱਲ ਹੈ, ਅੰਦਰੋਂ ਸ਼ਾਬਾਸ਼ ਮਿਲੇਗੀ ਕਿ ਹਾਂ ਮੇਰੀ ਜ਼ਿੰਦਗੀ ਉਤਰਦੀ ਹੈ ਪੂਰੀ, ਮਾਣ ਹੈ ਨਾ, ਮਾਣ ਮਿਲੇਗਾ। ਜੇ ਤੁਹਾਡੇ ਅੰਦਰੋਂ ਆਵਾਜ਼ ਆ ਰਹੀ ਹੈ ਕਿ ਸਾਡੀ ਜ਼ਿੰਦਗੀ ਐਸੀ ਹੈ, ਮਾਣ ਮਿਲੇਗਾ। ਜ਼ਮੀਰ ਤੋਂ ਆਵਾਜ਼ ਆਏਗੀ, ਮਾਣ ਮਿਲੇਗਾ, ਮਾਣ ਹੋਏਗਾ। ਤੇ ਜੇ ਅੰਦਰੋਂ ਆਵਾਜ਼ ਆ ਜਾਏ ਵੀ ਐਸੀ ਹੈ ਤੇ ਨਹੀਂ, ਮੈਂ ਬਾਹਰੋਂ ਤੇ ਹੋਰ ਹਾਂ, ਕਹਿੰਦਾ ਹੋਰ ਹਾਂ, ਕਰਦਾ ਕੁਛ ਹੋਰ ਹਾਂ, ਫਿਰ ਆਦਰ ਤੇ ਨਾ ਮਿਲਿਆ। ਇਹੀ ਰੱਬ ਦੀ ਦਰਗਾਹ, ਜਿੱਥੇ ਯੂਨੀਵਰਸਲ ਟਰੁੱਥ ਨੂੰ ਬੇਸ ਬਣਾ ਕੇ ਜੀਵਨ ਦੀ ਪਰਖ ਕੀਤੀ ਜਾਏਗੀ। ਜਿਹਦਾ ਜੀਵਨ ਉੱਥੇ ਪੂਰਾ ਉਤਰੇਗਾ, ਉਹ ਬੰਦੇ ਨੂੰ ਮਾਣ ਮਿਲੇਗਾ। ਤਾਂ ਗੁਰੂ ਜੀ ਕਹਿੰਦੇ ਨੇ, ਤੈਨੂੰ ਦੁਨੀਆ ਦੇ ਅੰਦਰ ਹਰ ਕੋਈ ਧੰਨ ਧੰਨ ਕਹੇਗਾ, ਤੈਨੂੰ ਇਸ ਸੰਸਾਰ ਦੇ ਅੰਦਰ ਮਾਣ ਮਿਲੇਗਾ, ਤੇਰਾ ਮੁਖ ਉਜਲਾ ਹੋਏਗਾ, ਤੇਰੇ ਜੀਵਨ ਦੇ ਅੰਦਰ ਕੋਈ ਦਾਗ ਧੱਬਾ ਨਹੀਂ ਹੋਏਗਾ, ਬਿਨਾਂ ਦਾਗ ਤੋਂ ਇਸ ਜ਼ਿੰਦਗੀ ਚੋਂ ਚਲਾ ਜਾਏਗਾ। ਭਗਤ ਕਬੀਰ ਜੀ ਨੇ ਕਿੰਨਾ ਪਿਆਰਾ ਵਚਨ ਕੀਤਾ ਹੈ, ਕਹਿਣ ਲੱਗੇ, ਕਬੀਰ ਜਗ ਕਾਜਰ ਕੀ ਕੋਠਰੀ ਅੰਧ ਪਰੇ ਸਮਾਏ। ਕਾਜਰ ਦਾ ਮਤਲਬ ਕਾਲਖ। ਹੁਣ ਇੱਕ ਕਮਰੇ ਦੇ ਵਿੱਚ ਹਨੇਰਾ ਹੋਵੇ ਤੇ ਉਸ ਕਮਰੇ ਦੇ ਅੰਦਰ ਕਾਲਖ ਲੱਗੀ ਹੋਈ ਆ, ਜਿਹੜਾ ਕਾਲਾ ਤੇਲ ਸਾਰੀਆਂ ਦੀਵਾਰਾਂ ਤੇ ਲਾ ਦਿਓ, ਫਰਸ਼ ਤੇ ਵੀ, ਦਰਵਾਜ਼ਿਆਂ ਨੂੰ ਵੀ, ਤੇ ਉਹਦੇ ਅੰਦਰ ਚਿੱਟੇ ਕੱਪੜੇ ਪਾ ਕੇ ਤੇ ਇੱਕ ਅੰਨੇ ਬੰਦੇ ਨੂੰ ਵਾੜ ਦਿਓ ਵੀ ਤੂੰ ਗੇੜਾ ਦੇ ਕੇ ਆ। ਤੇ ਜਦੋਂ ਉਹ ਵਿਚਾਰਾ ਬਾਹਰ ਆਏਗਾ, ਉਹਦਾ ਕੀ ਹਾਲ ਹੋਏਗਾ? ਹਨੇਰ ਕੋਠੜੀ, ਕਾਲਖ ਦੇ ਨਾਲ ਲਿਬੜੀ ਹੋਈ, ਅੰਨਾ ਬੰਦਾ ਉਸ ਹਨੇਰ ਕੋਠੜੀ ਚੋਂ ਵੜੇਗਾ ਤੇ ਲਿਬੜ ਕੇ ਨਿਕਲੇਗਾ ਨਾ। ਹਨੇਰ ਕੋਠੜੀ ਦੇ ਅੰਦਰ ਤੇ ਕਾਲਖ ਦੇ ਨਾਲ ਲਿਬੜੀ ਹੋਈ ਕੋਠੜੀ ਦੇ ਅੰਦਰ, ਤੇ ਜੇ ਸੁਜਾਖਾ ਬੰਦਾ ਵੀ ਜਾਏਗਾ, ਉਹਦੇ ਵੀ ਦਾਗ ਲੱਗ ਜਾਣੇ ਨਾ, ਕੋਈ ਨਾ ਕੋਈ ਦਾਗ ਲੱਗ ਜਾਣਾ ਹੈ। ਕਬੀਰ ਜੀ ਕਹਿੰਦੇ ਨੇ, ਸੰਸਾਰ ਨੂੰ ਇੰਜ ਸਮਝੋ ਕਿ ਜਿਵੇਂ ਇਹ ਵਿਕਾਰਾਂ ਦੀ ਇੱਕ ਜਲਦੀ ਕੋਠੜੀ ਹੈ ਕਾਲਖ ਦੀ, ਤੇ ਅਗਿਆਨ ਦੇ ਅੰਦਰ ਅੰਨਾ ਹੋਇਆ ਬੰਦਾ ਜ਼ਿੰਦਗੀ ਜੀ ਰਿਹਾ ਹੈ। ਕਬੀਰ ਜੀ ਕਹਿੰਦੇ ਨੇ, ਹੋਂ ਬਲਿਹਾਰੀ ਤਿਨ ਕੋ ਪੈਸ ਜੋ ਨੀਕਸ ਜਾਹੇ। ਮੈਂ ਕੁਰਬਾਨ ਹਾਂ ਉਹਨਾਂ ਲੋਕਾਂ ਤੋਂ ਜਿਹੜੇ ਇਸ ਸੰਸਾਰ ਦੇ ਵਿੱਚ ਜਨਮ ਤੇ ਲਿਆ ਹੈ, ਜ਼ਿੰਦਗੀ ਜੀਵੀ ਹੈ, ਲੇਕਿਨ ਆਪਣੀ ਜ਼ਿੰਦਗੀ ਵਿੱਚ ਕੋਈ ਦਾਗ ਨਹੀਂ ਲੱਗਣ ਦਿੱਤਾ, ਕਾਲਖ ਤੋਂ ਬਚ ਗਏ ਨੇ। ਮੈਂ ਉਹਨਾਂ ਤੋਂ ਕੁਰਬਾਨ, ਵਾਰ ਨਹੀਂ ਸਦਕੇ। ਤਾਂ ਗੁਰੂ ਜੀ ਸਾਨੂੰ ਇੱਥੇ ਪਹੁੰਚਾਉਣਾ ਚਾਹੁੰਦੇ ਨੇ। ਗੁਰੂ ਜੀ ਇੱਕ ਐਸੇ ਇਨਸਾਨ ਦੀ ਰਚਨਾ ਕਰਨਾ ਚਾਹੁੰਦੇ ਨੇ, ਸਮਾਜ ਦੇ ਅੰਦਰ ਹਰ ਬੰਦਾ ਐਸਾ ਹੋਵੇ। ਇਹ ਪੋਸੀਬਿਲਿਟੀ ਹੈ, ਬੇਸ਼ੱਕ ਕੰਮ ਔਖਾ ਹੋਵੇ, ਲੇਕਿਨ ਇੰਪੋਸੀਬਲ ਨਹੀਂ ਹੈ। ਜੇ ਚਾਹੀਏ ਤਾਂ ਹੋ ਸਕਦਾ ਹੈ ਸੌਖਾ, ਪਰ ਅਸੀਂ ਕਰਨਾ ਨਹੀਂ ਚਾਹੁੰਦੇ, ਅਸੀਂ ਬਣਨਾ ਨਹੀਂ ਚਾਹੁੰਦੇ। ਤਾਂ ਗੁਰੂ ਜੀ ਕਹਿੰਦੇ ਨੇ, ਉਹਨੂੰ ਮਾਣ ਆਦਰ ਮਿਲੇਗਾ। ਤੇਰੀ ਐਸੀ ਜ਼ਿੰਦਗੀ ਹੋ ਸਕਦੀ ਹੈ, ਟਰਾਈ ਕਰ, ਯਤਨ ਕਰ। ਇਹ ਵਪਾਰ ਵਿਰਲਾ ਵਪਾਰ ਹੈ। ਵਪਾਰੇ ਦਾ ਮਤਲਬ ਵਪਾਰ ਦਾ ਹੈ। ਇਹਨੂੰ ਵਪਾਰੇ ਨਹੀਂ ਪੜਨਾ, ਵੱਵੇ ਨਾਲ ਕੰਨਾ ਲਾ ਕੇ, ਵਪਾਰ ਹੈ ਇਹ। ਵਪਾਰ, ਵਪਾਰ ਨਹੀਂ ਬੋਲਣਾ, ਵਪਾਰ, ਵਪਾਰ ਹੈ। ਵਪਾਰੇ ਦਾ ਮਤਲਬ ਵਪਾਰ ਦਾ ਹੈ, ਵਿਹਾਜ ਦਾ ਹੈ, ਕਰਦਾ ਹੈ। ਜਿਹੜਾ ਇਹ ਵਪਾਰ ਹੈ ਨਾ, ਜੋ ਆਪਾਂ ਵਿਚਾਰਿਆ ਹੈ ਜ਼ਿੰਦਗੀ ਜੀਣ ਦਾ ਢੰਗ, ਵਿਰਲਾ ਵਪਾਰੇ ਦਾ ਮਤਲਬ ਕੋਈ ਸੁਹਿਰਦ ਬੰਦਾ, ਕੋਈ ਵਿਰਲਾ ਬੰਦਾ ਇਹ ਵਪਾਰ ਕਰਦਾ ਹੈ। ਕਰ ਹੋਰ ਵੀ ਸਕਦੇ ਨੇ, ਪਰ ਕਰਦੇ ਨਹੀਂ ਨਾ। ਹੁਣ ਆਪਣੀ ਮਰਜ਼ੀ ਨਾ, ਕਿ ਕੋਈ ਬੰਦਾ ਇੰਜੀਨੀਅਰ ਬਣਨਾ ਚਾਹੁੰਦਾ ਹੈ, ਡਾਕਟਰ, ਵਿਗਿਆਨਿਕ ਬਣਨਾ ਚਾਹੁੰਦਾ ਹੈ, ਬਾਜ਼ਾਰ ਦੇ ਅੰਦਰ ਕੋਈ ਦੁਕਾਨ ਸਰੀਏ ਸੀਮੈਂਟ ਦੀ ਖੋਲਣੀ ਚਾਹੁੰਦਾ ਹੈ, ਕਿ ਸਬਜ਼ੀ ਦੀ, ਕਿ ਕੱਪੜਿਆਂ ਦੀ, ਕਿ ਰੈਡੀਮੇਡ ਦੀ, ਕਿਹੜੀ ਖੋਲਣੀ ਚਾਹੁੰਦਾ ਹੈ, ਕਿਹੜਾ ਵਪਾਰ ਕਰਨਾ ਚਾਹੁੰਦਾ ਹੈ, ਤੇ ਉਹਦੀ ਮਰਜ਼ੀ ਹੈ ਨਾ। ਹੁਣ ਗੁਰੂ ਜੀ ਕਹਿੰਦੇ, ਜਿਹੜਾ ਸੱਚ ਦਾ ਵਪਾਰ ਹੈ ਨਾ, ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਣੀ, ਰੱਬ ਦੀ ਰਜ਼ਾ ਵਿੱਚ ਜੀਣਾ, ਆਪਣੇ ਅੰਦਰ ਹੁਕਮ ਦੀ ਪੜਤਾਲ ਕਰਨੀ, ਗੁਰੂ ਦੀ ਸ਼ਰਨਾਂ ਵਿੱਚ ਰਹਿਣਾ, ਸ਼ੁਭ ਗੁਣਾਂ ਦਾ ਸੌਦਾ ਲੱਦ ਕੇ ਇਸ ਜ਼ਿੰਦਗੀ ਦੇ ਵਿੱਚ ਚੱਲਣਾ, ਇਹ ਵਪਾਰ ਕੋਈ ਵਿਰਲਾ ਬੰਦਾ ਕਰਦਾ ਹੈ। ਲੋਕ ਕਰਕੇ ਰਾਜੀ ਨਹੀਂ।
ਹੋ ਤੇ ਸਕਦਾ ਹੈ ਜੇ ਅਸੀਂ ਸਾਰੇ ਭੈਣ ਭਰਾ ਪਿਆਰ ਨਾਲ ਰਹੀਏ, ਰਹਿ ਤਾਂ ਸਕਦੇ ਹਾਂ। सच बोलना चाहिए, बोल ਤਾਂ ਸਕਦੇ ਹਾਂ। ਅੰਮ੍ਰਿਤ ਪਾਨ ਕਰਨਾ ਚਾਹੀਏ, ਕਰ ਤੇ ਸਕਦੇ ਹਾਂ। ਰਹਿਤ ਮਰਿਆਦਾ ਮੁਤਾਬਕ ਜ਼ਿੰਦਗੀ ਜੀਣੀ ਚਾਹੀਏ, ਜੀ ਤੇ ਸਕਦੇ ਹਾਂ। ਪਰ ਜੀਣਾ ਹੀ ਨਹੀਂ ਚਾਹੁੰਦੇ, ਜੀਣਾ ਨਹੀਂ ਨਾ ਚਾਹੁੰਦੇ। ਤਾਂ ਇਹ ਵਪਾਰ ਵਿਰਲਾ ਵਪਾਰ ਹੈ। ਨਾਨਕ ਤਾਂ ਕਹਿ ਸਦ ਬਲਿਹਾਰੈ। ਗੁਰੂ ਪਾਤਸ਼ਾਹ ਜੀ ਕਹਿੰਦੇ ਨੇ, ਮੈਂ ਐਸੇ ਇਨਸਾਨ ਤੋਂ ਸਦਾ ਸਦਕੇ ਜਾਂਦਾ ਹਾਂ, ਉਹਦੇ ਤੋਂ ਮੈਂ ਬਲਿਹਾਰ ਜਾਂਦਾ ਹਾਂ, ਕੁਰਬਾਨ ਜਾਂਦਾ ਹਾਂ, ਘੋਲ ਘੁਮਾਈ ਹੁੰਦਾ ਹਾਂ, ਜਿਹੜਾ ਐਸਾ ਵਪਾਰ ਕਰਦਾ ਹੈ, ਜਿਹੜਾ ਐਸੀ ਜ਼ਿੰਦਗੀ ਜੀਂਦਾ ਹੈ। ਹੁਣ ਗੁਰੂ ਨਾਨਕ ਪਾਤਸ਼ਾਹ ਦੇ ਪਾਵਨ ਜੀਵਨ ਵੱਲ ਦੇਖੋ। ਸੱਚ ਦਾ ਉਪਦੇਸ਼ ਦਿੱਤਾ ਹੈ, ਕਿਵ ਸਚਿਆਰਾ ਹੋਈਏ ਦਾ ਸਿਧਾਂਤ ਦਿੱਤਾ ਹੈ। ਭਾਈ ਲਹਿਣਾ ਜੀ ਆਏ ਨੇ, ਉਹਨਾਂ ਨੂੰ ਸਮਝ ਲੱਗੀ ਕਿ ਸਚਿਆਰ ਹੋਣਾ ਜ਼ਿੰਦਗੀ ਦਾ ਗੋਲ ਹੈ, ਔਰ ਇਹ ਮਹਾਨ ਗੋਲ ਹੈ। ਤੇ ਜਿਹੜੇ ਕਰਮਾਂ ਦੇ ਵਿੱਚ ਮੈਂ ਫਸਿਆ ਹੋਇਆ ਹਾਂ, ਇਹ ਕਰਮ ਹੋਛੇ ਨੇ, ਇਹਨਾਂ ਨਾਲ ਆਤਮਿਕ ਜੀਵਨ ਨਹੀਂ ਮਿਲਦਾ। ਹਾਲਾਂਕਿ ਉਸ ਸਮੇਂ ਦੇ ਨਾਲ, ਉਸ ਸਮੇਂ ਉਹਨਾਂ ਦੇ ਕੋਲ ਪੈਸਾ ਵੀ ਸੀ, ਕਾਰੋਬਾਰ ਵੀ ਉਹਨਾਂ ਦਾ ਉਸ ਹਿਸਾਬ ਨਾਲ ਠੀਕ ਸੀ, ਧਰਮ ਦੀ ਦੁਨੀਆ ਵਿੱਚ ਉਹਨਾਂ ਦਾ ਨਾਮ ਸੀ, ਜਥਾ ਲੈ ਕੇ ਦੇਵੀ ਤੇ ਜਾਂਦੇ ਸਨ। ਲੇਕਿਨ ਸਮਝ ਆ ਗਈ ਨਾ, ਛੱਡ ਦਿੱਤਾ ਸਾਰਾ ਕੁਝ, ਗੁਰੂ ਨਾਨਕ ਦੇਵ ਦੇ ਚਰਨਾਂ ਦੇ ਅੰਦਰ ਟਿਕ ਗਏ। ਗੁਰੂ ਨਾਨਕ ਦੇਵ ਜੀ ਦੀ ਪਾਵਨ ਬਾਣੀ ਨੂੰ ਪੜ੍ਹਿਆ, ਵਿਚਾਰਿਆ, ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਨੂੰ ਸਮਝਿਆ, ਰਾਜਨੀਤਿਕ, ਧਾਰਮਿਕ, ਆਰਥਿਕ, ਸਮਾਜਿਕ, ਸਰੀਰਕ, ਮਾਨਸਿਕ, ਬੌਧਿਕ, ਆਤਮਿਕ, ਪਰਿਵਾਰਕ, ਵਿਵਹਾਰਕ ਤੌਰ ਤੇ ਮੁਕੰਮਲ ਫਿਲਾਸਫੀ ਨੂੰ ਸਮਝਿਆ, ਸਮਰਪਣ ਕੀਤਾ, ਜੀਵਿਆ। ਤੇ ਜਿਹੜੇ ਗੁਰੂ ਨਾਨਕ ਦੇਵ ਜੀ ਬਾਬਰ ਵਰਗਿਆਂ ਕੋਲ ਨਹੀਂ ਚੁੱਕੇ, ਸਿੱਧਾਂ ਅੱਗੇ ਨਹੀਂ ਚੁੱਕੇ, ਰਾਜੇ ਸ਼ੀਹ ਮੁਕੱਦਮ ਕੁੱਤੇ ਦੀ ਜਿਨ੍ਹਾਂ ਨੇ ਆਵਾਜ਼ ਦਿੱਤੀ, ਉਹ ਭਾਈ ਲਹਿਣਾ ਦੇ ਚਰਨਾਂ ਵਿੱਚ ਝੁਕ ਗਏ। ਭਾਈ ਲਹਿਣਾ ਦੇ ਚਰਨਾਂ ਵਿੱਚ ਮੱਥਾ ਟੇਕ ਦਿੱਤਾ, ਗੁਰੂ ਅੰਗਦ ਦੇਵ ਦੇ। ਕੁਰਬਾਨ ਗਏ ਨਾ, ਵਾਰ ਨੇ ਸਦਕੇ ਗਏ। ਤੇ ਜੇ ਬਾਬਾ ਸ੍ਰੀ ਚੰਦ ਲਖਮੀ ਚੰਦ ਜੀ ਇਸ ਕਸਵੱਟੀ ਤੇ ਪੂਰੇ ਨਹੀਂ ਉਤਰੇ, ਵਾਂਝੇ ਰਹਿ ਗਏ ਨਾ। ਇਸ ਲਈ ਗੁਰੂ ਜੀ ਕਹਿੰਦੇ ਨੇ, ਮੈਂ ਉਹਨਾਂ ਤੋਂ ਕੁਰਬਾਨ ਵਾਰ ਨੇ ਸਦਕੇ ਹਾਂ, ਜਿਹੜੇ ਲੋਕ ਐਸਾ ਵਪਾਰ ਕਰਦੇ ਨੇ, ਜੋ ਲੋਕ ਐਸੀ ਜ਼ਿੰਦਗੀ ਜੀਂਦੇ ਨੇ, ਉਹਨਾਂ ਨੂੰ ਗੁਰੂ ਦੀ ਰਹਿਮਤ ਵੀ ਮਿਲੇਗੀ, ਗੁਰੂ ਦੀ ਬਖਸ਼ਿਸ਼ ਵੀ ਮਿਲੇਗੀ। ਇਸ ਲਈ ਸਾਨੂੰ ਵਿਰਲਾਪ ਕਰਨ ਦੀ ਲੋੜ ਨਹੀਂ। ਮਨ ਮੂਰਖ ਕਾਹੇ ਬਿਲ ਲਾਈਐ, ਪੁਰਬ ਲਿਖੇ ਕਾ ਲਿਖਿਆ ਪਾਈਐ। ਸਾਨੂੰ ਵਿਰਲਾਪ ਕਰਨ ਦੀ ਲੋੜ ਨਹੀਂ ਹੈ, ਸਗੋਂ ਸਾਨੂੰ ਆਪਣੇ ਕਰਮ ਵੇਖਣ ਦੀ ਜ਼ਰੂਰਤ ਹੈ, ਔਰ ਆਪਣੀ ਸੋਚ ਬਦਲਣ ਦੀ ਲੋੜ ਹੈ। ਜਿਸ ਦਿਨ ਅਸੀਂ ਆਪਣੀ ਸੋਚ ਨੂੰ ਬਦਲ ਕੇ ਗੁਰੂ ਦੇ ਦੱਸੇ ਰਾਹਾਂ ਦੇ ਉੱਤੇ ਜ਼ਿੰਦਗੀ ਜੀਵਾਂਗੇ, ਤਾਂ ਸਾਡਾ ਇਹ ਜੀਵਨ ਸਫਲ ਹੋ ਜਾਏਗਾ, ਔਰ ਅਸੀਂ ਜੀਵਨ ਦੇ ਅੰਦਰ ਸਫਲਤਾ ਹਾਸਲ ਕਰ ਲਵਾਂਗੇ। ਜੇ ਅਸੀਂ ਐਸੀ ਜ਼ਿੰਦਗੀ ਜੀਵਾਂਗੇ, ਤਾਂ ਜਿੱਥੇ ਅਸੀਂ ਰਹਾਂਗੇ ਉੱਥੇ ਸਾਨੂੰ ਮਾਣ ਆਦਰ ਮਿਲੇਗਾ। ਜਿੱਥੇ ਅਸੀਂ ਜਾਣਾ ਹੋਵੇਗਾ, ਲੋਕ ਸਾਡਾ ਇੰਤਜ਼ਾਰ ਕਰਦੇ ਹੋਣਗੇ, ਔਰ ਜਿੱਥੋਂ ਅਸੀਂ ਚਲੇ ਜਾਵਾਂਗੇ ਉੱਥੇ ਸਾਡੀਆਂ ਯਾਦਾਂ ਹੋਣਗੀਆਂ। ਅਸੀਂ ਸਾਰੇ ਵੀਰ ਭੈਣਾਂ ਯਤਨ ਕਰੀਏ ਐਸੀ ਜ਼ਿੰਦਗੀ ਜੀਣ ਦਾ। ਅਸੀਂ ਆਪਣਾ ਇਹ ਗੋਲ ਬਣਾਈਏ। ਹੁਣ ਤੱਕ ਦੀ ਜੋ ਜ਼ਿੰਦਗੀ ਗਈ ਸੋ ਗਈ, ਇਸ ਤੋਂ ਅਗਲੀ ਜੋ ਜ਼ਿੰਦਗੀ ਹੈ, ਇਹ ਗੋਲ ਬਣਾ ਕੇ ਆਪਣੇ ਜੀਵਨ ਨੂੰ ਜੀਣ ਦਾ ਯਤਨ ਕਰੀਏ। ਗੁਰਦੇਵ ਪਾਤਸ਼ਾਹ ਜੀ ਰਹਿਮਤ ਔਰ ਬਖਸ਼ਿਸ਼ ਕਰਨ, ਅਸੀਂ ਗੁਰੂ ਜੀ ਦੀ ਪਾਵਨ ਬਾਣੀ ਨੂੰ ਸਮਝ ਕੇ ਗੁਰਬਾਣੀ ਮੁਤਾਬਕ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਕਰ ਸਕੀਏ। ਮੈਂ ਇੱਥੇ ਖਿਮਾ ਦਾ ਜਾਚਕ ਹਾਂ। ਅੱਜ ਦੀ ਇਸ ਕਲਾਸ ਅੰਦਰ ਜੋ ਅਸੀਂ ਵਿਚਾਰ ਕੀਤੀ ਹੈ, ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਉਹ ਆਪਣਾ ਸਵਾਲ ਪੁੱਛ ਸਕਦਾ ਹੈ, ਔਰ ਜੇ ਕਿਸੇ ਵੀਰ ਭੈਣ ਨੇ ਆਪਣੇ ਵਿਚਾਰ ਦੇਣੇ ਹੋਣ ਤੇ ਉਹ ਆਪਣੇ ਵਿਚਾਰ ਦੇ ਸਕਦੇ ਨੇ। ਅਗਲੀ ਕਾਰਵਾਈ ਕਲਾਸ ਦੀ ਭਾਈ ਤਰਲੋਚਨ ਸਿੰਘ ਜੀ ਵੀਰ ਜੀ ਕਰਨਗੇ, ਉਹ ਅਨਮਿਊਟ ਹੋ ਗਏ ਨੇ। ਮੇਰੇ ਵੱਲੋਂ ਹੋਈਆਂ ਭੁੱਲਾਂ ਦੀ ਖਿਮਾ। ਤੇ ਜਿਨ੍ਹਾਂ ਵੀਰਾਂ ਭੈਣਾਂ ਨੇ ਸਵਾਲ ਪੁੱਛਣੇ ਨੇ, ਵੀਰ ਜੀ ਨੂੰ ਬਾਰ-ਬਾਰ ਬੇਨਤੀ ਨਾ ਕਰਨੀ ਪਵੇ, ਆਪ ਹੀ ਅਨਮਿਊਟ ਹੋ ਕੇ ਤੇ ਆਪਣੇ ਸਵਾਲ ਪੁੱਛ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਧੰਨਵਾਦ ਜੀ ਗਿਆਨੀ ਜੀ, ਬਹੁਤ ਬਹੁਤ। ਮੈਂ ਹੁਣ ਇਹ ਨੋਟ ਕੀਤਾ ਜੀ, ਪਿਛਲੇ 2 ਦਿਨਾਂ ਦੇ ਵਿੱਚ ਜਦੋਂ ਤੁਸੀਂ ਇਹ ਗੱਲ ਕਹੀ ਹੈ ਤਾਂ ਸਾਰੀਆਂ ਸੰਗਤਾਂ ਨੇ ਇਹ ਮੰਨ ਲਈ ਹੈ, ਤੇ ਮੇਰੇ ਨਾਲ ਤਕਰੀਬਨ 2-3 ਜਣੇ ਆਲਰੇਡੀ ਅਨਮਿਊਟ ਹੋ ਚੁੱਕੇ ਆ ਜੀ। ਤੇ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਗਿਆਨੀ ਜੀ ਗੱਲ ਸੁਣ ਲਈ ਤੇ ਜੋ ਵੀ ਤੁਸੀਂ ਸਵਾਲ ਜਵਾਬ ਕਰਨਾ ਅਸੀਂ ਰੈਡੀ ਹਾਂ। ਸੋ ਸਾਡੇ ਨਾਲ ਕੁਲਦੀਪ ਕੌਰ ਹੈ ਜੀ, ਤੇ ਹਰਵਿੰਦਰ ਕੌਰ, ਤੇ ਸ਼ਾਇਦ ਨੀਨਾ ਜੀ ਆ। ਤੇ ਸਭ ਤੋਂ ਪਹਿਲਾਂ ਕੁਲਦੀਪ ਕੌਰ ਜੀ, ਤੁਸੀਂ ਆਪਣਾ ਸਵਾਲ ਰੱਖੋ। ਗਿਆਨੀ ਜੀ, ਮੇਰੇ 1-2 ਸ਼ੰਕੇ ਆ। ਹਾਂ ਭੈਣ।
ਜਿੱਦਾਂ ਗਣਤ ਹੈ, ਗਣਤ ਦੇ ਅੱਗੇ ਆਪਾਂ ਐੜਾ ਲਾਇਆ, ਅਗਣਤ ਸ਼ਾਹ ਆਪਣੀ ਦੇ ਰਾਸ। ਇਹ ਜਿਹੜਾ ਕਈ ਵਾਰੀ ਜਦੋਂ ਮੈਂ ਸੁਣਦੀ ਆ, ਉਹ ਅਗਨਤ ਕਹਿੰਦੇ ਇਹਨੂੰ। ਅਗਨਤ ਦੇ ਨਾਲ ਤਾਂ ਕੋਈ ਮਤਲਬ ਹੀ ਨਹੀਂ ਬਣਦਾ। ਪਾਠ ਦਾ ਜਿਹੜਾ ਨਾ ਸ਼ੁੱਧ ਪਾਠ ਉਹ ਅਗੰਤ ਹੈਗਾ ਹੈ। ਉਹ ਬਹੁਤ ਸਾਰਿਆਂ ਨੂੰ ਮੈਂ ਸੁਣਦੀ, ਉਹ ਅਗਨਤ ਕਹਿੰਦੇ ਆ, ਤੇ ਅਗਨਤ ਦਾ ਤੇ ਮਤਲਬ ਹੀ ਕੋਈ ਨਹੀਂ ਬਣਦਾ। ਹਾਂ ਭੈਣ, ਉਹ ਇਸ ਤਰ੍ਹਾਂ ਨਾ ਵੀ ਜਿਵੇਂ ਕਿਸੇ ਨੂੰ ਰਟ ਗਿਆ ਹੈ, ਜਾਂ ਕਿਸੇ ਤੋਂ ਸਿੱਖਿਆ ਨਹੀਂ, ਜਾਂ ਕਿਸੇ ਨੇ ਜਿਵੇਂ ਪੜ੍ਹਾ ਦਿੱਤਾ ਤੇ ਉਵੇਂ ਉਹ ਰਟ ਗਿਆ ਹੈ। ਤਾਂ ਜਿਵੇਂ ਜਿਵੇਂ ਅਸੀਂ ਕਲਾਸ ਲਗਾ ਰਹੇ ਹਾਂ, ਇਹਦੇ ਵਿੱਚ ਜਿਹੜਾ ਕੋਈ ਵਰਡ ਆਉਂਦਾ ਹੈ, ਤਾਂ ਸਾਨੂੰ ਸਾਰੇ ਵੀਰਾਂ ਭੈਣਾਂ ਨੂੰ ਚਾਹੀਦਾ ਕਿ ਅਸੀਂ ਜੇ ਕਿਤੇ ਗਲਤ ਉਚਾਰਨ ਕਰਦੇ ਹਾਂ ਤਾਂ ਅਸੀਂ ਉਹਨੂੰ ਬਦਲ ਲਈਏ। ਫਿਰ ਇਸ ਕਰਕੇ ਜਿੱਦਾਂ ਤੇ ਕਈ ਥਾਵਾਂ ਤੇ ਐਸਾ ਹੋ ਸਕਦਾ ਹੈ ਕਿ ਮੈਂ ਵੀ ਗਲਤ ਉਚਾਰਨ ਕਰ ਸਕਦਾ ਵਾਂ, ਤੇ ਜੇ ਮੈਂ ਵੀ ਕਿਤੇ ਗਲਤ ਉਚਾਰਨ ਕਰਦਾ ਹਾਂ ਤਾਂ ਤੁਸੀਂ ਮੈਨੂੰ ਰਾਏ ਦੇ ਸਕਦੇ ਹੋ ਕਿ ਸ਼ਬਦ ਐਵੇਂ ਨਹੀਂ ਐਵੇਂ ਹੈਗਾ, ਉਹਦੇ ਬਾਰੇ ਡਿਸਕਸ਼ਨ ਕਰ ਲੈਣੀ ਚਾਹੀਦੀ। ਧੰਨਵਾਦ ਭੈਣ ਕੁਲਦੀਪ ਕੌਰ। ਯਾਨੀ ਜੀ ਜਿਸ ਤਰ੍ਹਾਂ ਅਨਰਥ ਆ, ਅਪਰਸ ਆ, ਜੇ ਇਹਨੂੰ ਤੇ ਅਗਨਤ ਪੜਾਂਗੇ ਤਾਂ ਫਿਰ ਉਹਨੂੰ ਵੀ ਅਨਰਥ ਪੜਾਂਗੇ ਤਾਂ ਮਤਲਬ ਹੀ ਬਦਲ ਜਾਣਗੇ। ਉਹਨੂੰ ਅਨਰਥ ਹੀ ਪੜਨਾ ਪਵੇਗਾ, ਅਨਰਥ ਨਹੀਂ। ਅਪਰਸ ਨੂੰ ਜੇ ਅਸੀਂ ਆਪਰਸ ਪੜਾਂਗੇ ਤਾਂ ਉਹਦਾ ਜਿਹੜਾ ਮੀਨਿੰਗ ਗਲਤ ਹੋ ਜਾਏਗਾ, ਅਪਰਸ ਹੈਗਾ। ਇਸ ਲਈ ਨਾ ਸ਼ਬਦਾਂ ਦਾ ਜਿਹੜਾ ਉਚਾਰਨ ਹੈ, ਸ਼ਬਦ ਜੋੜ ਦਾ ਉਚਾਰਨ, ਇਹ ਇੱਕ ਵੈਲਿਊ ਰੱਖਦਾ ਹੈ। ਇੱਕ ਇੱਕ ਬਿੰਦੀ ਜਿਹੜੀ ਹੈ ਨਾ, ਉਹ ਟਿੱਪੀ ਬਿੰਦੀ ਜਿਹੜੀ ਉਹ ਸ਼ਬਦ ਦਾ ਅਰਥ ਦਾ ਅਨਰਥ ਕਰ ਦਿੰਦੀ ਹੈ। ਜਿਵੇਂ ਫਲਾਂ ਬੀਬੀ ਦਾ ਨਾਮ ਕੁੰਤੀ ਹੈ, ਤੇ ਜੇ ਬਿੰਦੀ ਹਟਾ ਦੋ ਤੇ ਕੀ ਬਣ ਜਾਏਗਾ? ਹਾਂ, ਦੇਖੋ ਕਿੰਨਾ ਫਰਕ ਪੈ ਗਿਆ ਨਾ। ਐਵੇਂ ਹੀ ਗੁਰਬਾਣੀ ਦੇ ਅੰਦਰ ਜੇ ਤੁਸੀਂ ਵਿਸ਼ਰਾਮ ਨੇ ਜੇ ਥੋੜਾ ਜਿਹਾ ਗਲਤ ਲੱਗ ਜਾਵੇ ਤਾਂ ਵੀ ਉਹਦਾ ਅਰਥ ਬਦਲ ਜਾਂਦਾ। ਜਿਵੇਂ ਗੁਰ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਜੇ ਇਹਦਾ ਵਿਸ਼ਰਾਮ ਅਸੀਂ ਲਗਾਵਾਂਗੇ ਨਾ, ਗੁਰ ਅਰਜਨ, ਇੱਥੇ ਰੁਕ ਜਾਵਾਂਗੇ, ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਕਿਉਂਕਿ ਘਰ ਦੇ ਰਾਰੇ ਨਾਲ ਸਿਹਾਰੀ ਹੈ ਘਰ ਵਿੱਚ, ਕਿ ਗੁਰੂ ਅਰਜਨ ਦੇਵ ਜੀ ਗੁਰੂ ਰਾਮਦਾਸ ਜੀ ਦੇ ਘਰ ਵਿੱਚ ਭਗਤ ਪੈਦਾ ਹੋਏ ਨੇ। ਤੇ ਜੇ ਅਸੀਂ ਵਿਸ਼ਰਾਮ ਘਰ ਤੇ ਲਾ ਦਿਆਂਗੇ, ਗੁਰੂ ਅਰਜਨ ਘਰ ਗੁਰੂ ਰਾਮਦਾਸ ਭਗਤ ਉਤਰ ਆਇਓ, ਤੇ ਗੁਰੂ ਰਾਮਦਾਸ ਜੀ ਪੁੱਤਰ ਬਣ ਜਾਣਗੇ, ਗੁਰੂ ਅਰਜਨ ਦੇਵ ਜੀ ਪਿਤਾ ਹੋ ਜਾਣਗੇ। ਇਸ ਲਈ ਜਿਹੜੇ ਸ਼ਬਦ ਜੋੜ ਨੇ, ਜਾਂ ਸ਼ਬਦਾਂ ਦਾ ਜਿਹੜਾ ਗ੍ਰਾਮੈਟਿਕਲੀ ਬਣਤਰ ਹੈ, ਔਰ ਸ਼ਬਦਾਂ ਦੇ ਜਿਹੜੇ ਵਿਸ਼ਰਾਮ ਨੇ, ਇਹਨਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਗਿਆਨੀ ਜੀ ਇੱਕ ਹੋਰ, ਜਿੱਦਾਂ ਦੁੱਖ ਸੁੱਖ ਹੈ, ਦੁੱਖ ਸੁੱਖ ਵੀ ਹੋ ਸਕਦਾ ਸੀ। ਇਹ ਦੁੱਖ ਇਹ ਇੱਕ ਮਾਤਰਾ ਵਧਾਉਣ ਵਾਸਤੇ, ਮਾਤਰਾ ਕਾਵ ਤੋਲ ਨੂੰ ਪੂਰਾ ਕਰਨ ਵਾਸਤੇ। ਠੀਕ ਹੈ। ਜੇ ਅਸੀਂ ਪੜਾਂਗੇ ਨਾ ਦੁੱਖ ਸੁੱਖ ਪ੍ਰਭ ਦੇਵਨਹਾਰ, ਇੱਕੋ ਹੀ ਵਰਡ ਤਾਲ ਦੇ ਵਿੱਚ ਲੈ ਦੇ ਵਿੱਚ ਪੂਰਾ ਨਹੀਂ ਹੋਣਾ। ਮਾਤਰਾ ਜਿਹੜੀਆਂ ਨਾ, ਜਿਵੇਂ ਹੁਣ ਸ਼ਲੋਕ ਹੈਗਾ ਜਾਂ ਅਸ਼ਟਪਦੀ ਹੈਗੀ ਹੈ, ਤੇ ਇਹ ਪਿੰਗਲ ਜਿਨ੍ਹਾਂ ਨੇ ਪੜਿਆ ਐਮਏ ਤੱਕ, ਜਿਨ੍ਹਾਂ ਨੇ ਪੜ੍ਹਾਈ ਕੀਤੀ, ਉਹਨਾਂ ਨੂੰ ਇਸ ਬਾਰੇ ਜ਼ਿਆਦਾ ਪਤਾ ਹੈ ਕਿ ਜਿਵੇਂ ਅਸ਼ਟਪਦੀ ਹੈ ਤੇ ਉਹਦੇ ਵਿੱਚ ਪਹਿਲੀ ਪੰਕਤੀ ਵਿੱਚ ਕਿੰਨੀਆਂ ਮਾਤਰਾ ਹੋਣੀਆਂ ਚਾਹੀਦੀਆਂ ਨੇ, ਤੇ ਵਿਸ਼ਰਾਮ ਕਿੰਨੀਆਂ ਮਾਤਰਾ ਤੋਂ ਬਾਅਦ ਲਗਾਉਣਾ ਹੈ, ਤੇ ਇਹ ਸਾਰਾ ਕੁਝ ਪਿੰਗਲ ਦੇ ਵਿੱਚ ਆ ਜਾਂਦਾ ਹੈ। ਇਸ ਲਈ ਕਾਵ ਤੋਲ ਨੂੰ ਪੂਰਾ ਕਰਨ ਵਾਸਤੇ ਇਹ ਦੋ ਮਾਤਰਾ ਲਗਾਈ। ਥੈਂਕ ਯੂ ਗਿਆਨੀ ਜੀ। ਧੰਨਵਾਦ ਜੀ ਕੁਲਦੀਪ ਕੌਰ ਜੀ। ਤੇ ਹਰਵਿੰਦਰ ਕੌਰ ਜੀ। ਹਾਂਜੀ ਵੀਰ ਜੀ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਭਾਈ ਸਾਹਿਬ ਜੀ, ਮੈਂ ਸਹਿਜ ਪਾਠ ਕਰ ਰਹੀ ਸੀ, ਤੇ ਉਹਦੇ ਵਿੱਚ ਨਾ ਸ਼ਲੋਕ ਮਹਲਾ ਜਿਸ ਤਰ੍ਹਾਂ ਆਉਂਦਾ ਹੈ, ਚੌਥਾ ਜਾਂ ਪੰਜਵਾਂ, ਫਿਰ ਨਾਲ ਖਾਲੀ ਮਹਲਾ ਵੀ ਆਉਂਦਾ ਹੈ, ਮਹਲਾ ਚੌਥਾ। ਇਹਨਾਂ ਦੋਵਾਂ 'ਚ ਕੋਈ ਫਰਕ ਹੈ? ਨਹੀਂ, ਫਰਕ ਨਹੀਂ ਹੈ। ਮਤਲਬ ਉਹੀ ਹੈ? ਮਤਲਬ ਉਹੀ, ਜਿਵੇਂ ਸ਼ਲੋਕ ਮਹਿਲਾ ਚੌਥਾ ਹੈ ਨਾ, ਹਾਂਜੀ, ਤੇ ਥੱਲੇ ਮਹਿਲਾ ਚੌਥਾ ਜਾਂ ਮਹਿਲਾ ਤੀਜਾ, ਤਾਂ ਉਹ ਅੰਡਰਸਟੈਂਡਿੰਗ ਕਿ ਸ਼ਲੋਕ ਹੀ ਚੱਲ ਰਿਹਾ ਹੈ। ਸ਼ਲੋਕ ਹੀ ਚੱਲ ਰਿਹਾ, ਦੋਨਾਂ 'ਚ ਫਰਕ ਨਹੀਂ ਹੈ? ਹਾਂਜੀ, ਨਹੀਂ, ਫਰਕ ਨਹੀਂ ਹੈ ਕੋਈ। ਅੱਛਾ, ਠੀਕ ਹੈ ਵੀਰ, ਥੈਂਕ ਯੂ ਸੋ ਮਚ, ਥੈਂਕ ਯੂ। ਤੇ ਕਈ ਥਾਵਾਂ ਤੇ ਆ ਜਾਂਦਾ ਨਾ ਪੌੜੀ, ਹਾਂਜੀ, ਪੌੜੀ ਮਹਿਲਾ ਪੰਜਵਾਂ, ਹਾਂਜੀ, ਜਾਂ ਪੌੜੀ ਲਿਖ ਕੇ ਤੇ ਅੱਗੇ 5 ਲਿਖਿਆ ਹੁੰਦਾ, ਤਾਂ ਉਹਦਾ ਮਤਲਬ ਹੁੰਦਾ ਪੌੜੀ ਮਹਿਲਾ ਪੰਜਵਾਂ। ਉਹਦਾ ਰੀਜ਼ਨ ਹੈ ਕਿ ਜਿਹੜੀ ਵਾਰ ਹੈ, ਜਾਂ ਤਾਂ ਗੁਰੂ ਅਮਰਦਾਸ ਜੀ ਦੀ ਹੈ ਜਾਂ ਗੁਰੂ ਰਾਮਦਾਸ ਜੀ ਦੀ ਹੈ। ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਨੇ। ਜਾਂ ਮਤਲਬ ਮਹਿਲਾ ਚੌਥਾ ਹੋਏਗਾ ਤੇ ਫਿਰ ਜਿਵੇਂ ਗੁਰੂ ਰਾਮਦਾਸ ਜੀ ਦੀ ਵਾਰ, ਸੋਰਠ ਦੀ ਵਾਰ, ਮਹਿਲਾ ਚੌਥਾ, ਤਾਂ ਹਾਂਜੀ, ਇਹਦੇ ਵਿੱਚ ਸਾਰੀਆਂ ਪੌੜੀਆਂ ਗੁਰੂ ਰਾਮਦਾਸ ਜੀ ਦੀਆਂ ਹੋਣਗੀਆਂ। ਅੱਛਾ ਜੀ। ਇਸ ਕਰਕੇ ਪੌੜੀ ਦੇ ਅੱਗੇ ਚੌਥਾ ਜਾਂ ਕੁਛ ਨਹੀਂ ਲਿਖਿਆ ਹੋਵੇਗਾ, ਵਾਰ ਦੇ ਸਿਰਲੇਖ ਵਿੱਚ ਹੀ ਲਿਖ ਦਿੱਤਾ ਹੈ ਵਾਰ ਮਹਿਲਾ ਚੌਥਾ ਜਾਂ ਮਹਿਲਾ ਤੀਜਾ ਜਾਂ ਮਹਿਲਾ ਪੰਜਵਾਂ। ਤੇ ਜੇ ਇਸ ਵਾਰ ਦੇ ਵਿੱਚ ਕਿਸੇ ਹੋਰ ਗੁਰੂ ਸਾਹਿਬ ਦੀ ਪੌੜੀ ਆਏਗੀ ਨਾ, ਫਿਰ ਉਥੇ ਨਾਲ ਪੌੜੀ ਮਹਿਲਾ ਪੰਜਵਾਂ ਪਾ ਦੇਣਗੇ।
ਵੀ ਇਹ ਜਿਹੜੀ ਪੌੜੀ ਹੈ ਇਹ ਗੁਰੂ ਅਰਜਨ ਦੇਵ ਜੀ ਦੀ ਹੈ, ਜਾਂ ਹਾਂਜੀ। ਪੌੜੀ ਲਿਖ ਕੇ ਤੇ ਅੱਗੇ 5 ਲਿਖਿਆ ਹੋਏਗਾ ਤਾਂ ਉਹਨੂੰ ਵੀ ਪੌੜੀ ਮਹਿਲਾ ਪੰਜਵਾਂ ਹੀ ਉਚਾਰਨਾ ਹੁੰਦਾ ਹੈ, ਕਿਉਂਕਿ ਉਹ ਦੱਸਿਆ ਵੀ ਇਹ ਜਿਹੜੀ ਪੌੜੀ ਹੈ ਇਹ ਗੁਰੂ ਰਾਮਦਾਸ ਦੀ ਨਹੀਂ, ਇਹ ਗੁਰੂ ਅਰਜਨ ਦੇਵ ਜੀ ਦੀ। ਹਾਂਜੀ, ਨਹੀਂ ਮੈਂ ਸਿੰਪਲ ਜਿਹੜਾ ਪੜ੍ਹ ਰਹੀ ਸੀ ਨਾ ਸ਼ਲੋਕ ਮਹਿਲਾ ਚੌਥਾ, ਫਿਰ 4-5 ਲਾਈਨਾਂ ਪੜ੍ਹੀਆਂ ਤਾਂ ਉਸ ਤੋਂ ਬਾਅਦ ਆ ਗਿਆ ਮਹਿਲਾ ਚੌਥਾ, ਤੇ ਮੈਂ ਕਿਹਾ ਦੋਨੋਂ ਹੀ ਫਰਕ ਤੇ ਨਹੀਂ ਹੈ, ਮਤਲਬ ਚੌਥੇ ਕੋਈ ਫਰਕ ਪਾਤਸ਼ਾਹ ਨਹੀਂ, ਜੀ ਕੋਈ ਫਰਕ ਨਹੀਂ ਉਸੇ ਪਾਤਸ਼ਾਹ ਦਾ। ਹਾਂਜੀ, ਤੇ ਇੱਕ ਹੋਰ ਮੀਨਿੰਗ ਅਚੁੱਤ ਦਾ ਮੀਨਿੰਗ ਦੱਸੋ ਜਰਾ। ਅਚੁੱਤ ਦਾ ਅਵਿਨਾਸ਼ੀ, ਮਤਲਬ ਅਚੁੱਤ ਜਿਹਨੂੰ ਅਸੀਂ ਮਤਲਬ ਬਿਆਨ ਨਹੀਂ ਕਰ ਸਕਦੇ, ਜਿਹੜਾ ਅਨੰਤ ਹੈਗਾ। ਅਨੰਤ। ਹਾਂਜੀ, ਜਿਹਨੂੰ ਅਸੀਂ ਬਿਆਨ ਨਹੀਂ ਕਰ ਸਕਦੇ। ਧੰਨਵਾਦ ਵੀਰ ਜੀ, ਬਹੁਤ ਬਹੁਤ। ਹਾਂ, ਕੋਈ ਨਾ, ਹੋਰ ਕੋਈ ਵੀਰ ਭੈਣ ਜੀ? ਠੀਕ ਹੈ ਜੀ, ਥੈਂਕ ਯੂ ਜੀ। ਹਾਂਜੀ ਮੈਂ ਕਹਿ ਸਕਦੀ ਹਾਂ ਜੀ? ਹਾਂਜੀ ਤੁਸੀਂ ਆ ਜੀ ਨੈਕਸਟ। ਉਹ ਤੋਂ ਬਾਅਦ ਚ ਮੈਂ ਬੇਨਤੀ ਕਰਦਾ ਜੀ, ਹੋਰ ਕਿਸੇ ਨੇ ਵੀ ਕੁਝ ਪੁੱਛਣਾ ਹੋਵੇ ਤਾਂ ਅਨਮਿਊਟ ਹੋ ਜਾਓ ਜੀ, ਅਦਰਵਾਈਜ਼ ਇਹਦੇ ਬਾਅਦ ਆਪਾਂ ਸਮਾਪਤੀ ਕਰਾਂਗੇ। ਹਾਂਜੀ ਨੀਨਾ ਜੀ, ਨੀਨਾ ਜੀ ਤੁਸੀਂ ਅਨਮਿਊਟ ਹੋ ਜਾਓ। ਸੌਰੀ ਨੀਨਾ ਜੀ, ਅਨਮਿਊਟ। ਹਾਂਜੀ ਹਾਂਜੀ ਕਰੋ ਗੱਲ। ਹਾਂਜੀ ਭਾਈ ਸਾਹਿਬ ਜੀ, ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਚਾਹੁੰਦੀ ਸੀ ਕਿ ਅਗੰਤ ਦਾ ਮਤਲਬ ਕੀ ਹੈਗਾ? ਅਗੰਤ ਦਾ ਮਤਲਬ ਜਿਹਦੀ ਗਿਣਤੀ ਨਾ ਹੋ ਸਕੇ, ਗਿਣਤੀ ਮਿੰਤੀ ਤੋਂ ਬਾਹਰ। ਠੀਕ ਹੈ। ਦੂਸਰਾ ਜਿਹੜਾ ਤੁਸੀਂ ਬੋਲਦੇ ਹੁੰਦੇ ਹੋ ਨਾ, ਧਾਰਮਿਕ ਸਮਥਿੰਗ ਬੜੇ ਸਾਰੇ ਲਫ਼ਜ਼, ਉਹ ਜਰਾ ਇੱਕ ਵਾਰੀ ਰਿਪੀਟ ਕਰੋਗੇ? ਮੈਂ ਲਿਖਣੇ। ਕਿਹੜਾ ਜੀ? ਤੁਸੀਂ ਕਹਿੰਦੇ ਹੁੰਦੇ ਨਾ ਧਾਰਮਿਕ ਵਿਦਿਆ, ਆਈ ਡੋਨਟ ਨੋ ਦ ਵਰਡਸ। ਤੁਸੀਂ ਲੰਬੇ ਸਰੀਰਕ, ਆਤਮਕ, ਇਹ ਵਾਲੇ। ਉਹ ਹੈਗਾ ਧਾਰਮਿਕ। ਹਾਂਜੀ ਲਿਖਣਾ ਤੁਸੀਂ? ਹਾਂ ਲਿਖਣਾ। ਹਾਂਜੀ, ਧਾਰਮਿਕ, ਹਾਂਜੀ ਸਮਾਜਿਕ, ਹਾਂਜੀ। ਆਰਥਿਕ। ਆਰਥਿਕ ਦਾ ਮਤਲਬ ਕੀ ਹੁੰਦਾ ਹੈ? ਆਰਥਿਕ ਦਾ ਮਤਲਬ ਫਾਈਨੈਂਸ਼ਲੀ। ਅੱਛਾ, ਆਰਥਿਕ। ਰਾਜਨੀਤਿਕ। ਤੇ ਕੁਝ ਇਹ ਤੇ ਹੋ ਗਿਆ ਨੇ ਸਾਂਝੀਆਂ, ਤੇ ਹੈਗਾ ਆਪਣਾ ਪਰਸਨਲ ਹੈਗਾ ਸਰੀਰਕ ਦਾ ਮਤਲਬ ਕਿ ਸਰੀਰ ਦੇ ਤੌਰ ਤੇ ਸਾਡਾ ਕੀ ਏਮ ਹੈ, ਅਸੀਂ ਆਪਣੇ ਖਾਣਾ ਪੀਣਾ ਕੀ ਹੈ ਔਰ ਸਿਹਤ ਕਿਵੇਂ ਰੱਖਣੀ ਹੈ, ਜਾਂ weight ਵਗੈਰਾ, ਇਹ ਸਾਰਾ ਮੈਨੇਜ ਕਰਨਾ ਸਰੀਰਕ ਤੌਰ ਤੇ ਸਾਡਾ ਕੀ ਗੋਲ ਹੈ। ਮਾਨਸਿਕ ਦਾ ਮਤਲਬ ਸਾਡੀ ਮੈਂਟੈਲਿਟੀ ਕੈਸੀ ਹੋਏ। ਠੀਕ ਹੈ। ਬੌਧਿਕ ਦਾ ਮਤਲਬ ਸਾਡਾ IQ, ਦਿਮਾਗ ਨੂੰ ਅਸੀਂ ਕਿਵੇਂ ਵਰਤਣਾ ਹੈ। ਅਸੀਂ ਦੂਰਦ੍ਰਿਸ਼ਟਾ ਬਣਨਾ ਹੈ, ਸਹੀ ਫੈਸਲੇ ਲੈਣੇ ਨੇ, ਅਸੀਂ ਕਿਸੇ ਚੀਜ਼ ਦਾ ਠੀਕ ਔਰ ਗਲਤ ਦਾ ਨਿਰਣਾ ਕਰਨਾ, ਬੌਧਿਕ। ਠੀਕ ਹੈ। ਹਾਂਜੀ, ਔਰ ਆਤਮਕ ਸਾਡਾ ਆਪਣਾ ਆਪਾ, ਟੋਟਲ। ਅੱਛਾ। ਪਰਿਵਾਰਕ, ਆਪਣਾ ਆਪਾ। ਹਾਂਜੀ, ਮੈਂ ਲਿਖ ਰਹੀ। ਪਰਿਵਾਰਕ, ਵੀ ਸਾਡਾ ਜਿਹੜਾ ਪਰਿਵਾਰਕ ਫੈਮਿਲੀ ਲਾਈਫ ਹੈ ਉਹ ਕੈਸੀ ਹੋਵੇ, ਉਹਦਾ ਸਾਡਾ ਕੀ ਗੋਲ ਹੈ। ਠੀਕ ਹੈ। ਔਰ ਵਿਵਹਾਰਕ, ਕਿ ਸਾਡਾ ਵਿਹਾਰ, ਬਿਹੇਵੀਅਰ ਕੈਸਾ ਹੋਵੇ ਸਾਡਾ। ਵਿਵਹਾਰਕ, ਹਾਂਜੀ, ਇਹ ਸਾਡੇ ਟੋਟਲ ਜਿਹੜਾ ਨਾ ਸਾਰਾ ਗੋਲ ਜਿਹੜਾ ਉਹ ਸਾਡਾ ਕੀ ਹੈ, ਇਹਦੇ ਵਾਸਤੇ ਸਾਨੂੰ ਸਪਸ਼ਟ ਹੋਣ ਦੀ ਲੋੜ ਹੈ। ਔਰ ਜਿਹੜੇ ਸਾਰੇ ਆਪਾਂ ਪੁਆਇੰਟ ਲਿਖੇ ਨੇ, ਇਹਦੇ ਵਿੱਚ ਹੋਰ ਵੀ ਸ਼ਾਮਲ ਕੀਤੇ ਜਾ ਸਕਦੇ ਨੇ। ਇਹਨਾਂ ਸਾਰਿਆਂ ਨੂੰ ਸੱਚ ਨੂੰ ਬੇਸ ਬਣਾ ਕੇ ਇਹ ਜ਼ਿੰਦਗੀ ਜੀਣੀ ਹੈ। ਰਾਜਨੀਤੀ ਸੱਚ ਨੂੰ ਬੇਸ ਬਣਾ ਕੇ, ਸੋਸ਼ਲ ਲਾਈਫ ਸੱਚ ਨੂੰ ਬੇਸ ਬਣਾ ਕੇ, ਧਾਰਮਿਕ ਸੱਚ ਨੂੰ ਆਧਾਰ ਬਣਾ ਕੇ ਮਨੁੱਖੀ ਫਰਜ਼ਾਂ ਨੂੰ ਪੂਰੇ ਕਰਨਾ, ਫਾਈਨੈਂਸ਼ਲੀ ਸੱਚ ਨੂੰ ਬੇਸ ਬਣਾ ਕੇ ਅਸੀਂ ਕਮਾਈ ਕਰਨੀ ਹੈ, ਸਰੀਰਕ ਤੌਰ ਤੇ ਸੱਚੇ ਹੋਣਾ ਹੈ, ਮਾਨਸਿਕ ਤੌਰ ਤੇ, ਬੌਧਿਕ ਤੌਰ ਤੇ, ਯਾਨੀ ਇਹ ਸਾਡਾ ਗੋਲ ਜਿਹੜਾ ਹੈ ਉਹ ਸੱਚਾ ਹੋਏ ਤੇ ਅਸੀਂ ਸੱਚਾਰ ਹੋ ਸਕੀਏ। ਤੇ ਅਗੰਤ ਦਾ ਮਤਲਬ ਕੀ ਹੈਗਾ? ਅਗੰਤ ਦਾ ਮਤਲਬ ਅਣਗਿਣਤ, ਜਿਨ੍ਹਾਂ ਦੀ ਗਿਣਤੀ ਨਾ ਹੋ ਸਕੇ। ਜਿਵੇਂ ਮੰਨ ਲਓ ਕਿ ਅਸੀਂ ਕਹਿੰਦੇ ਆ ਕਿ ਫਲਾਂ ਬੰਦੇ ਦੇ ਕੋਲ 1 ਜਾਂ 10 ਮਿਲੀਅਨ ਜਾਂ 10 ਬਿਲੀਅਨ ਡਾਲਰ ਹੈਗੇ ਨੇ। ਹਾਂਜੀ। ਤੇ ਦੂਜਾ ਕਹਿੰਦਾ ਫਲਾਂ ਬੰਦਾ, ਉਹਦੇ ਕੋਲ ਤੇ ਅਣਗਿਣਤ ਨੇ, ਉਹਦੇ ਤੇ ਗਿਣੇ ਹੀ ਨਹੀਂ ਜਾ ਸਕਦੇ, ਪਤਾ ਹੀ ਨਹੀਂ ਕਿੰਨਾ ਕੋਈ ਪੈਸਾ। ਅਣਗਿਣਤ ਦਾ ਮਤਲਬ ਜਿਹਦਾ ਪਤਾ ਹੀ ਨਾ ਹੋਏ, ਐਂਡਲੈਸ, ਉਹਨੂੰ ਮੇਰੇ ਖਿਆਲ ਚ ਕਹਿ ਸਕਦੇ ਹਾਂ। ਤੇ ਲਾਸਟਲੀ ਥੋੜਾ ਜਿਹਾ ਮੈਨੂੰ ਦੱਸੋਗੇ ਭਗਤ ਕਬੀਰ ਜੀ ਦੇ ਬਾਰੇ ਚ? ਕਬੀਰ ਤੇ ਨਾਮ ਮੁਸਲਿਮ ਹੈਗਾ, ਤੇ ਵਾਸ ਹੀ ਮੁਸਲਿਮ? ਹਾਂ। ਭਗਤ ਕਬੀਰ ਜੀ, ਹਾਂਜੀ, ਕਬੀਰ ਨਾਮ ਮੁਸਲਿਮ ਹੈਗਾ, ਨਹੀਂ? ਹਾਂਜੀ, ਅਸਲ ਦੇ ਵਿੱਚ ਨਾ ਉਹ ਹੁਣ ਮੁਸਲਿਮ ਉਹਦੇ ਵਿੱਚ ਜੁਲਾਹੇ ਬਰਾਦਰੀ ਵਿੱਚ ਪੈਦਾ ਹੋਏ ਨੇ। ਅੱਛਾ। ਲੇਕਿਨ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਨਹੀਂ ਕੀਤਾ। ਜਿਵੇਂ ਹੁਣ ਗੁਰੂ ਨਾਨਕ ਦੇਵ ਜੀ ਨੇ ਤੇ ਖੱਤਰੀਆਂ ਦੇ ਘਰ ਵਿੱਚ ਪੈਦਾ ਹੋ ਰਹੇ ਨੇ,
ਅੱਛਾ ਲੇਕਿਨ ਉਹਨਾਂ ਨੇ ਇਹਨਾਂ ਚੀਜ਼ਾਂ ਨੂੰ ਪ੍ਰਵਾਨ ਹੀ ਨਹੀਂ ਕੀਤਾ, ਉਹਨਾਂ ਨੇ ਰੱਦ ਕਰਤਾ, ਖੱਤਰੀ ਬ੍ਰਾਹਮਣ ਸੂਦ ਬੈਸ ਨੂੰ ਰੱਦ ਕਰਤਾ ਅੱਛਾ ਜਾਤੀਵਾਦ ਨੂੰ। ਐਵੇਂ ਹੀ ਭਗਤ ਕਬੀਰ ਜੀ ਨੇ ਇਹ ਜਿਹੜੇ ਮਜ਼ਹਬਾਂ ਦੇ ਝਗੜੇ ਨੇ ਇਹਨਾਂ ਨੂੰ ਖਤਮ ਕੀਤਾ ਔਰ ਜਾਤੀਵਾਦ ਤੋਂ ਉੱਤੇ ਉੱਠੇ ਨੇ। ਪਰ ਪੈਦਾ ਜਿਵੇਂ ਮੁਸਲਿਮ ਘਰ ਦੇ ਵਿੱਚ ਪੈਦਾ ਹੋਏ ਸਨ। ਹਾਂਜੀ ਮੁਸਲਿਮ ਘਰ ਦੇ, ਹਾਂਜੀ, ਮੁਸਲਿਮ ਘਰ ਵਿੱਚ ਜੁਲਾਹਾ ਬਰਾਦਰੀ ਵਿੱਚ। ਅੱਛਾ ਅੱਛਾ ਠੀਕ ਹੈ ਲੇਕਿਨ ਠੀਕ ਹੈ ਉਹਨਾਂ ਨੇ ਇਹ ਕਹਿਤਾ ਕਿ ਨਾ ਹਮ ਹਿੰਦੂ ਨਾ ਮੁਸਲਮਾਨ, ਅੱਲਾਹ ਰਾਮ ਕੇ ਪਿੰਡ ਪ੍ਰਾਨ। ਰਾਈਟ ਵਰਤ ਨਾ ਰਹੋ ਨਾ ਮਹਾ ਰਮਦਾਨਾ, ਵੀ ਨਾ ਮੈਂ ਵਰਤ ਰੱਖਣਾ ਵਾ ਨਾ ਹੀ ਰਮਜ਼ਾਨ ਦੇ ਮਹੀਨੇ ਦੇ ਵਰਤ ਵਗੈਰਾ ਰੱਖਣਾ ਵਾ, ਹਜ ਕਾਬੇ ਜਾਓ ਨਾ ਤੀਰਥ ਪੂਜਾ। ਵੀ ਮੇਰਾ ਇਹਨਾਂ ਕਰਮ ਕਾਂਡਾਂ ਦੇ ਨਾਲ ਕਿਸੇ ਵੀ ਜਿਹੜੇ ਮਜਹਬ ਦੇ ਕਰਮ ਕਾਂਡ ਨੇ ਉਹਨਾਂ ਨਾਲ ਕੋਈ ਮਤਲਬ ਨਹੀਂ, ਸਗੋਂ ਮੇਰਾ ਤਾਂ ਕਬੀਰ ਕਾ ਸਵਾਮੀ ਰਹਿ ਸਮਾਏ। ਵੀ ਕੋਈ ਰਾਮ ਨਾਮ ਉਚਰ ਰਿਹਾ, ਕੋਈ ਕਹਿੰਦਾ ਮੇਰਾ ਖੁਦਾ ਜੰਨਤ ਵਿੱਚ ਬੈਠਾ ਹੈ, ਕੋਈ ਕਹਿੰਦਾ ਮੇਰਾ ਸਵਰਗ ਵਿੱਚ ਬੈਠਾ ਹੈ, ਪਰ ਉਹ ਕਹਿੰਦੇ ਮੇਰਾ ਉਹਨਾਂ ਦੇ ਨਾਲ ਕੋਈ ਸੰਬੰਧ ਨਹੀਂ, ਜਿਹੜਾ ਮੇਰਾ ਰੱਬ ਹੈ ਉਹ ਤੇ ਸਮਾਇਆ ਹੋਇਆ ਜਗਤ ਦੇ ਕਣ ਕਣ ਦੇ ਵਿੱਚ। ਥੈਂਕ ਯੂ। ਹਾਂਜੀ ਧੰਨਵਾਦ ਜੀ ਨੀਨਾ ਜੀ। ਤੇ ਕਬੀਰ ਜੀ ਦੀ ਇੱਕੋ ਲਾਈਨ ਨੇ ਬਹੁਤ ਵੱਡੇ ਖੁਲਾਸਾ ਹੈ ਜੀ, ਦੇਖਣਾ ਹੋਵੇ ਤਾਂ ਇੱਕ ਲਾਈਨ ਦੇ ਵਿੱਚ ਉਹ ਕਈ ਕੁਛ ਜਿਹੜੇ ਕਰਮ ਕਾਂਡ ਹੈਗੇ ਉਹਨਾਂ ਸਾਰਿਆਂ ਨੂੰ ਪਰੇ ਕਰਕੇ ਤਾਂ ਅਸਲੀ ਜ਼ਿੰਦਗੀ ਜੀਣ ਦਾ ਮੈਸੇਜ ਦਿੱਤਾ। ਸਾਡੇ ਨਾਲ ਅਨਮਿਊਟ ਹੋਏ ਸੀ ਭਾਈ ਗਗਨਦੀਪ ਸਿੰਘ ਜੀ, ਜੇ ਤੁਸੀਂ ਕੁਝ ਪੁੱਛਣਾ ਤਾਂ ਅਨਮਿਊਟ ਹੋ ਜਾਓ, ਤੁਸੀਂ ਮੁੜ ਕੇ ਮਿਊਟ ਹੋ ਗਏ। ਹਾਂਜੀ ਮੈਂ ਇੱਕ ਤੁਸੀਂ ਮਾੜੀ ਜੀ ਵਿਆਖਿਆ ਕਰ ਦਿਓ ਪੰਕਤੀ ਦੀ, ਜੇਤਾ ਸਮੁੰਦ ਸਾਗਰ ਨੀਲ ਭਰਿਆ ਤੇਤੇ ਔਗਣ ਹਮਾਰੇ। ਅਗਲੀ ਪੰਕਤੀ ਬੋਲ ਦੋ ਨਾਲ। ਮਿਹਰ ਕਰ ਦਇਆ ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰ। ਹਾਂਜੀ, ਜੇਤਾ ਸਮੁੰਦ ਸਾਗਰ ਨੀਰ ਭਰਿਆ, ਵੀ ਜਿਵੇਂ ਸਮੁੰਦਰ ਭਰਿਆ ਹੁੰਦਾ ਨਾ ਪਾਣੀ ਦੇ ਨਾਲ, ਤੇ ਉਹਦਾ ਕੋਈ ਅੰਤ ਨਹੀਂ ਹੁੰਦਾ, ਗਿਣਤੀ ਮਿੰਤੀ ਨਹੀਂ ਹੁੰਦੀ। ਤੇਤੇ ਔਗਣ ਹਮਾਰੇ, ਤੇਤੇ ਦਾ ਮਤਲਬ ਉਸੇ ਤਰ੍ਹਾਂ ਸਾਡੇ ਅੰਦਰ ਵੀ ਅਣਗਿਣਤ ਔਗਣ ਨੇ ਜਿਨ੍ਹਾਂ ਦੀ ਸਾਡੀ ਗਿਣਤੀ ਮਿੰਤੀ ਨਹੀਂ ਹੈ। ਅਸੀਂ ਕਿੰਨੇ ਔਗਣ ਕਮਾਈ ਜਾਂਦੇ ਆ। ਫਾਰ ਐਗਜ਼ਾਮਪਲ 24 ਘੰਟਿਆਂ ਦੇ ਅੰਦਰ ਸਾਡੇ ਮਨ ਦੇ ਵਿੱਚ 60,000 ਵਿਚਾਰ ਆਉਂਦੇ ਨੇ, ਤੇ ਜੇ 60,000 ਵਿਚਾਰਾਂ ਨੂੰ ਹੁਣ ਮੈਂ ਕਾਊਂਟ ਕਰਾਂ, 60 ਸਾਲ ਦੀ ਮੇਰੀ ਉਮਰ ਤੇ 60 ਸਾਲ ਦੇ ਘੰਟੇ ਬਣਾ ਕੇ, ਤੇ ਕਿੰਨੇ ਕੁ ਵਿਚਾਰ ਆ ਗਏ ਹੋਣਗੇ ਨੈਗੇਟਿਵ ਜਾਂ ਦੂਜੇ। ਤਾਂ ਕਬੀਰ ਜੀ ਸਾਨੂੰ ਸਮਝਾ ਰਹੇ ਨੇ, ਗੁਰੂ ਸਾਹਿਬ ਜੀ, ਕਿ ਸਾਡੇ ਅੰਦਰ ਅਣਗਿਣਤ ਔਗਣ ਨੇ ਤੇ ਤੁਸੀਂ ਤਾਰਨ ਵਾਲੇ ਹੋ, ਤੁਸੀਂ ਸਾਨੂੰ ਤਾਰੋ, ਸਾਨੂੰ ਇਹਨਾਂ ਔਗਣਾਂ ਤੋਂ ਬਚਾਓ। ਯਾਨੀ ਕਹਿਣ ਦਾ ਮਤਲਬ ਕਿ ਕਿਸੇ ਦੇ ਅੰਦਰ ਕਿੰਨੇ ਵੀ ਔਗਣ ਹੋਣ, ਫਿਰ ਵੀ ਉਹਦੇ ਅੰਦਰ ਪੋਸੀਬਿਲਿਟੀ ਹੈ, ਸੰਭਾਵਨਾ ਹੈ ਕਿ ਉਹ ਬੰਦਾ ਉਹਨਾਂ ਔਗਣਾਂ ਤੋਂ ਬਚ ਕੇ ਗੁਣਾਂ ਵਿੱਚ ਜਾ ਸਕਦਾ ਹੈ, ਜੇ ਉਹ ਰੱਬੀ ਰਜ਼ਾ ਦੇ ਅਨੁਸਾਰ ਤੁਰੇ। ਤਾਂ ਸਾਨੂੰ ਇੱਕ ਸਿੱਖਿਆ ਇਹ ਮਿਲਦੀ ਹੈ ਕਿ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਔਗਣਾਂ ਵੱਲ ਵੇਖਣਾ ਹੈ, ਤੇ ਜਿਹੜੇ ਸਾਡੇ ਔਗਣ ਨੇ ਉਹਨਾਂ ਨੂੰ ਅਸੀਂ ਦੂਰ ਕਰਨਾ ਹੈ। ਦੂਰ ਕਰਨ ਦੀ ਸਮਰੱਥਾ ਹੈ। ਜੇ ਅਸੀਂ ਬਾਣੀ ਅਨੁਸਾਰ ਜ਼ਿੰਦਗੀ ਜੀਵਾਂਗੇ ਤਾਂ ਭਾਵੇਂ ਸਾਡੇ ਅੰਦਰ ਵਿਕਾਰਾਂ ਦਾ ਸਮੁੰਦਰ ਵੀ ਭਰਿਆ ਹੋਵੇ, ਤਾਂ ਵੀ ਅਸੀਂ ਇੱਕ ਪਲ ਦੇ ਵਿੱਚ ਬਾਹਰ ਆ ਸਕਦੇ ਹਾਂ, ਸਿਰਫ ਸੱਚ ਨੂੰ ਅਪਣਾਉਂਦਿਆਂ ਸਾਰ ਸਾਰੇ ਔਗਣ ਖਤਮ। ਧੰਨਵਾਦ। ਮੈਂ ਤਾਂ ਕਰਕੇ ਪੁੱਛੀ ਪੰਕਤੀ, ਆਪਾਂ ਸੈਲਫ ਰਿਅਲਾਈਜੇਸ਼ਨ ਦੀ ਗੱਲ ਕਰ ਰਹੇ ਤੁਸੀਂ, ਜੇ ਆਪਾਂ ਕਿਤੇ ਮੰਨ ਹੀ ਲਈਏ ਪੰਕਤੀ ਨੂੰ ਵੀ ਜਿੰਨਾ ਸਮੁੰਦਰ ਵਿੱਚ ਨੀਲ ਆ ਓਨੇ ਔਗਣ ਨੇ ਸਾਡੇ, ਵੀ ਤੁਸੀਂ ਦਇਆ ਕਰਕੇ ਦਇਆ ਕਰੋ ਕਿਛ ਮਿਹਰ ਪਾਵੋ, ਵੀ ਤੁਸੀਂ ਮਿਹਰ ਕਰਕੇ ਸਾਨੂੰ ਤਾਰੋ। ਹਾਂਜੀ, ਉਹਨਾਂ ਦੇਖੋ ਬੇਟੇ ਗੱਲ ਪਤਾ ਕੀ, ਦਇਆ ਕਰਕੇ ਤਾਰੋ, ਜੇ ਅਸੀਂ ਇਸ ਚੀਜ਼ ਨੂੰ ਇਸ ਤਰ੍ਹਾਂ ਹੀ ਰਹਿਣ ਦੇਵਾਂਗੇ, ਫਿਰ ਸਾਡੀ ਰੈਸਪੌਂਸਿਬਿਲਿਟੀ ਸਾਰੀ ਖਤਮ ਹੋ ਗਈ ਕਿ ਅਸੀਂ ਉਹਨਾਂ ਨੂੰ ਕਹਿ ਦਿੱਤਾ ਵੀ ਤੁਸੀਂ ਤਾਰੋ। ਜਿਵੇਂ ਮੈਂ ਤੁਹਾਨੂੰ ਕਹਿ ਦਿੱਤਾ ਵੀ ਆਪਣਾ, ਜਾਂ ਮੰਨ ਲਓ ਸਾਹਮਣੇ ਕੁਲਦੀਪ ਕੌਰ ਭੈਣ ਜੀ ਬੈਠੇ ਨੇ, ਤੇ ਅਸੀਂ ਉਹਨਾਂ ਨੂੰ ਕਹਿ ਦਈਏ ਕੁਲਦੀਪ ਭੈਣ ਜੀ ਤੁਸੀਂ ਏਦਾਂ ਕਰਿਓ ਵੀ ਅੱਜ ਨਾ ਪਰੌਂਠੇ ਬਣਾ ਲਿਆ ਜੀ ਗੋਭੀ ਵਾਲੇ, ਤਾਂ ਸਾਡੀ ਜ਼ਿੰਮੇਵਾਰੀ ਖਤਮ ਹੋ ਗਈ। ਹੁਣ ਕੁਲਦੀਪ ਭੈਣ ਦੀ ਜ਼ਿੰਮੇਵਾਰੀ ਵੀ ਗੋਭੀ ਲਿਆਵੇ ਨਾ ਲਿਆਵੇ, ਬਣਾਵੇ ਨਾ ਬਣਾਵੇ, ਵੀ ਜੇ ਨਾ ਬਣਾਏ ਅਸੀਂ ਭੁੱਖੇ ਰਹੇ ਤਾਂ ਕੁਲਦੀਪ ਕੌਰ ਦਾ ਮਤਲਬ ਦੋਸ਼ ਹੋ ਗਿਆ ਨਾ। ਤਾਂ ਇੱਥੇ ਸਾਨੂੰ ਉਦਮ ਕਰਨਾ ਪਵੇਗਾ ਆਪ। ਤਾਰੋ ਤਾਰਨ ਹਾਰੇ ਦਾ ਮਤਲਬ ਕਿ ਹੇ ਰੱਬ ਜੀ ਸਾਡੇ ਤੇ ਦਇਆ ਕਰਕੇ ਗਿਆਨ ਦੀ ਦਾਤ ਦਿਓ, ਹੁਣ ਅਸੀਂ ਗਿਆਨ ਆਪ ਲੈਣਾ ਹੈ। ਦਇਆ ਕਰੋ ਕਿਛ ਮਿਹਰ ਪਾਵੋ ਡੁੱਬਦੇ ਪੱਥਰ ਤਾਰੇ, ਵੀ ਤੁਸੀਂ ਡੁੱਬਦੇ ਹੋਏ ਪੱਥਰਾਂ ਨੂੰ ਹੀ ਤਾਰ ਦਿੱਤਾ ਹੈ। ਪੱਥਰਾਂ ਦਾ ਮਤਲਬ ਜਿਹੜੇ ਪੱਥਰ ਵਰਗੇ ਕਠੋਰ ਬੰਦੇ ਸਨ, ਪਾਣੀ ਤੇ ਪੱਥਰ ਨਹੀਂ ਤਰਦਾ, ਵੀ ਜਿਹੜੇ ਪੱਥਰਾਂ ਵਰਗੇ ਕਠੋਰ ਬੰਦੇ ਸਨ ਜੋ ਤੇਰੀ ਸ਼ਰਨ ਵਿੱਚ ਆਏ ਸਤਿਗੁਰੂ, ਤੂੰ ਉਹਨਾਂ ਨੂੰ ਵੀ ਤਾਰ ਦਿੱਤਾ। ਸਾਨੂੰ ਵੀ ਗਿਆਨ ਦੀ ਦਾਤ ਤੋਂ, ਯਾਨੀ ਅਸੀਂ ਵੀ ਗਿਆਨ ਦੀ ਦਾਤ ਲੈ ਕੇ ਤਰ ਸਕਦੇ ਹਾਂ। ਇਹ ਪੋਸੀਬਿਲਿਟੀ ਵਿਖਾਈ ਗਈ ਵੀ ਤੁਸੀਂ ਉਦਮ ਕਰਨਾ ਹੈ ਆਪ, ਉਦਮ ਕਰਿੰਦਿਆਂ ਜੀਓ ਤੂੰ ਕਮਾਵੰਦਿਆਂ ਸੁਖ ਪੁੰਜ। ਹੁਣ ਇੰਨੀ ਗੱਲ ਕਹਿ ਕੇ ਵੀ ਪੰਕਤੀ ਪੜ੍ਹ ਕੇ ਤਾਰੋ ਤਾਰਨ ਹਾਰੇ,
ਮੈਂ ਤੇ ਤੁਸੀਂ ਕਵੀਏ ਵੀ ਚਲੋ ਆਪਾਂ ਹੁਣ ਪੰਕਤੀ ਤੇ ਪੜ੍ਹ ਦਿੱਤੀ ਹੈ, ਤੇ ਚਲੋ ਆਓ ਹੁਣ ਗਗਨਦੀਪ ਜੀ ਆਪਾਂ ਚੱਲਨੇ ਸ਼ਰਾਬ ਦੇ ਠੇਕੇ ਤੇ, ਉੱਥੇ ਲਾਉਂਦੇ ਆ ਪੈਗ ਨਾਲੇ ਲਵਾਂਗੇ ਮੁਰਗਾ, ਨਾਲੇ ਉੱਥੇ ਖਾਵਾਂਗੇ, ਨਾਲੇ ਹੰਗਰੇ ਮਾਰਾਂਗੇ। ਇਹ ਗੱਲ ਨਹੀਂ ਨਾ ਬਣਨੀ। ਤਾਂ ਸਾਨੂੰ ਗੁਰਬਾਣੀ ਅਨੁਸਾਰ ਜ਼ਿੰਦਗੀ ਜੀਣ ਦਾ ਯਤਨ ਕਰਨਾ ਚਾਹੀਦਾ ਹੈ। ਤਾਂ ਇਹਦਾ ਜਿਹੜਾ ਕੇਂਦਰੀ ਭਾਵ ਹੈ ਨਾ, ਸਾਨੂੰ ਜੋ ਚੀਜ਼ ਮਿਲੇਗੀ ਉਹ ਇਹ ਮਿਲੇਗੀ ਕਿ ਬੇਸ਼ੱਕ ਸਾਡੇ ਅੰਦਰ ਸਮੁੰਦਰ ਜਿੰਨੇ ਵੀ ਔਗਣ ਹੋਣ, ਅਣਗਿਣਤ ਔਗਣ ਵੀ ਹੋਣ, ਤਾਂ ਵੀ ਜੇ ਅਸੀਂ ਗੁਰੂ ਦੇ ਅੱਗੇ ਰਹਿੰਦੇ ਹਾਂ, ਗੁਰੂ ਦੇ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ, ਤਾਂ ਸਾਡੇ ਉਹ ਸਾਰੇ ਔਗਣ ਖਤਮ ਹੋ ਜਾਂਦੇ ਨੇ। ਕਿਵੇਂ ਹੁੰਦੇ ਨੇ? ਇੱਕ ਮਿੰਟ ਲੱਗ ਜਾਏਗਾ ਸਿਰਫ। ਜਿਵੇਂ ਇੱਕ ਪੰਕਤੀ ਆਉਂਦੀ ਹੈ, ਦੀਵਾ ਮੇਰਾ ਏਕ ਨਾਮ, ਦੁੱਖ ਵਿੱਚ ਪਾਇਆ ਤੇਲ, ਉਨ ਚਾਨਣ ਉਹ ਸੁਖਿਆ, ਚੂਕਾ ਜਮ ਸੁਮੇਲ। ਕਿ ਮੈਂ ਦੀਵੇ ਦੇ ਅੰਦਰ ਜਿਹੜਾ ਨਾਮ ਦਾ ਦੀਵਾ ਹੈ, ਹੁਕਮ ਦਾ, ਉਹਦੇ ਵਿੱਚ ਮੈਂ ਆਪਣੇ ਦੁੱਖਾਂ ਦਾ ਤੇਲ ਪਾ ਦਿੱਤਾ ਹੈ। ਤੇ ਜਿਵੇਂ ਜਿਵੇਂ ਮੈਂ ਦੀਵੇ ਨੂੰ ਜਗਾਇਆ, ਜਿਵੇਂ ਜਿਵੇਂ ਦੀਵਾ ਜਗਦਾ ਨਾ, ਤੇਲ ਮੁੱਕਦਾ ਜਾਂਦਾ, ਮੇਰੇ ਦੁੱਖ ਖਤਮ ਹੋ ਗਏ, ਮੇਰੀ ਜ਼ਿੰਦਗੀ ਵਿੱਚ ਚਾਨਣ ਹੋ ਗਿਆ। ਨਾਲ ਹੁਣ ਗੁਰੂ ਜੀ ਨਾ ਮਿਸਾਲ ਦੇ ਰਹੇ ਨੇ, ਲੋਕਾ ਮਤ ਕੋ ਫੱਕੜ ਪਾਏ। ਫੱਕੜ ਪਾਏ ਦਾ ਮਤਲਬ ਵੀ ਮੇਰੀ ਇਸ ਗੱਲ ਨੂੰ ਨਾ ਮਜ਼ਾਕ ਨਾ ਸਮਝਿਆ ਜੇ, ਵੀ ਨਾਮ ਦੇ ਦੀਵੇ ਵਿੱਚ ਦੁੱਖ ਪਾਕ ਕਿਵੇਂ ਖਤਮ ਹੋ ਜਾਣਗੇ, ਮਜ਼ਾਕ ਨਾ ਸਮਝਿਓ। ਕੋਈ ਸਮੁੰਦਰ ਜਿੰਨਾ ਭਰੇ ਔਗਣ ਸਾਡੇ ਕਿਵੇਂ ਖਤਮ ਹੋ ਜਾਣਗੇ। ਅੱਗੋਂ ਕਹਿੰਦੇ ਨੇ, ਲੋਕਾ ਮਤ ਕੋ ਫੱਕੜ ਪਾਏ, ਲੱਖ ਮੜਿਆਂ ਕਰ ਇਕੱਠੇ, ਏਕ ਰਤੀਲੇ ਪਾਹੇ। ਕਈ ਇਹਨੂੰ ਪਾਹਾ ਪੜ੍ਹਦੇ ਨੇ, ਕਈ ਪਾਹੇ ਪੜ੍ਹਦੇ ਨੇ। ਏਕ ਰਤੀਲੇ, ਵੀ ਇੱਕ ਰੱਤੀ ਅੱਗ ਲਾ ਦਿੱਤੀ ਜਾਏ ਨਾ, ਲੱਖਾਂ ਮਣ ਲੱਕੜਾਂ ਦਾ ਭਾਰ ਇਕੱਠਾ ਕੀਤਾ ਹੋਵੇ, ਤੇ ਇੰਨੀ ਚੰਗਿਆਰੀ ਅੱਗ ਦੀ ਪਾ ਦੇ ਵੀ ਸਾਰੀ ਨੂੰ ਸਾੜ ਕੇ ਸੁਆਹ ਕਰ ਦਿੰਦੀ। ਇਸੇ ਤਰ੍ਹਾਂ ਕੱਟੇ ਪਾਪ ਅਸੰਖ, ਨਾਵੇਂ ਇੱਕ ਕਣੀ। ਅਸੰਖਾਂ ਜਿਹੜੇ ਪਾਪ ਨੇ, ਨਾਮ ਦੀ ਇੱਕ ਕਣੀ। ਨਾਮ ਦਾ ਮਤਲਬ ਰਜ਼ਾ ਪਾਣਾ, ਹੁਕਮ ਸੱਚ। ਜੇ ਸੱਚ ਅਸੀਂ ਬੋਲਣਾ ਸ਼ੁਰੂ ਕਰ ਦੇਈਏ, ਸਾਰੇ ਪਾਪ ਖਤਮ ਕਰ ਉੱਥੇ। ਇੱਕ ਤੁਸੀਂ ਜਿਵੇਂ ਉਚਾਰਨ ਦੀ ਗੱਲ ਕਰਦੇ ਹੋ, ਜਿੱਥੇ ਰਾਹੋ ਜਾਂ ਬੀਜੀ ਪੁੱਛਦੇ ਸੀ, ਜਿਵੇਂ ਜਿਹੜੇ ਸਿੱਖ ਮਿਸ਼ਨਰੀ ਵਾਲੇ ਆ, ਉਹ ਆਪਣੇ ਭਾਵ-ਅਰਥ ਜਿਵੇਂ ਲਾ ਕੇ ਉਹ ਕੱਢਦੇ ਆ, ਤੇ ਜਿਹੜੇ ਜਿਵੇਂ ਦਮਦਮੀ ਟਕਸਾਲ ਵਾਲੇ ਆ ਜਾਂ ਹੋਰ ਜਵੱਦੀ ਵਾਲੇ ਜਿਹੜੇ ਟਕਸਾਲਾਂ ਬਣੀਆਂ, ਉਹ ਆਪਣੇ ਹਿਸਾਬ ਨਾਲ ਲਗਾ ਮਾਤਰਾ ਲਵਾਉਂਦੇ ਆ। ਤਾਂ ਉੱਤੇ ਥੋੜਾ ਜਿਹਾ ਤੁਸੀਂ ਦੱਸੋਗੇ? ਹਾਂ ਬੇਟੇ, ਇੱਥੇ ਨਾ ਇੱਕ ਤੇ ਆਪਾਂ ਇੱਕ ਟਰਾਈ ਕਰਨੀ ਸਾਰੇ ਹੀ ਵੀਰਾਂ ਨੇ, ਵੀ ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਕਰੀਏ ਨਾ, ਤਾਂ ਕਿਸੇ ਵੀ ਸੰਸਥਾ ਦਾ ਨਾਮ ਨਾ ਅਸੀਂ ਲੈਣ ਦੀ ਟਰਾਈ ਕਰੀਏ ਕਿ ਉਹ ਪਾੜੇ ਵਧਣ। ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਕਿ ਮੰਨ ਲਓ ਹੁਣ ਮੈਂ ਤੇ ਵੀਰ ਤਰਲੋਚਨ ਸਿੰਘ ਜੀ ਹਾਂ, ਤਰਲੋਚਨ ਸਿੰਘ ਵੀਰ ਜੀ ਕੁਛ ਕਹਿ ਰਹੇ ਨੇ, ਮੈਂ ਕੁਛ ਕਹਿ ਰਿਹਾ ਵਾਂ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਫਰਕ ਇਹ ਪਏਗਾ ਵੀ ਸੱਚ ਕੀ ਹੈ, ਕੌਣ ਕੀ ਕਹਿੰਦਾ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਸੱਚ ਕੀ ਹੈ? ਹੁਣ ਅਸੀਂ ਨਾ ਗੁਰਬਾਣੀ ਨੂੰ ਆਪ ਪੜ੍ਹਨਾ, ਮਿਸ਼ਨਰੀ ਟਕਸਾਲ ਜਾਂ ਸੰਤ ਸਮਾਜ ਨੂੰ ਪਾਸੇ ਰੱਖ ਕੇ ਆਪ ਪੜ੍ਹਨਾ। ਤੁਸੀਂ ਨਾ ਆਪ ਜਦੋਂ ਦੇਖੋਗੇ ਤਾਂ ਦੇਖੋ, ਆਪਣੇ ਕੋਲ 2:45 ਹੋ ਚਲੇ ਨਾ, ਆਪਣੇ ਕੋਲ ਟਾਈਮ ਹੈ ਨਾ? ਹੈਗਾ ਜੀ। ਹਾਂ, ਦੇਖੋ ਮੂਲ ਮੰਤਰ ਨੂੰ ਬੇਟੇ ਪੜੋ ਤੁਸੀਂ। ਇੱਕ ਓੰਕਾਰ ਸਤਨਾਮ, ਇੱਥੇ ਨਾਮ ਦੇ ਮੰਮੇ ਥੱਲੇ ਔਂਕੜ ਲੱਗਾ ਹੈ। ਕਰਤਾ ਪੁਰਖ ਖੱਖੇ ਥੱਲੇ ਔਂਕੜ, ਨਿਰਭਉ ਦੇ ਊੜੇ ਥੱਲੇ ਔਂਕੜ, ਨਿਰਵੈਰ ਦੇ ਰਾਰੇ ਥੱਲੇ ਔਂਕੜ। ਲੇਕਿਨ ਅਕਾਲ ਮੂਰਤ, ਅਕਾਲ ਦੇ ਲੱਲੇ ਥੱਲੇ ਔਂਕੜ ਨਹੀਂ ਲੱਗਾ, ਤੇ ਮੂਰਤ ਦੇ ਤੱਤੇ ਨਾਲ ਸਿਹਾਰੀ ਲੱਗ ਗਈ ਹੈ। ਇਹਦਾ ਕੀ ਕਾਰਨ ਹੈ? ਹੁਣ ਦੇਖੋ, ਇੱਥੇ ਟਕਸਾਲ ਜਾਂ ਮਿਸ਼ਨਰੀ ਜਾਂ ਕਿਸੇ ਹੋਰ ਦੀ ਗੱਲ ਹੀ ਨਹੀਂ ਹੈ। ਇੱਥੇ ਅਸੀਂ ਆਪ ਵੇਖਣਾ ਵੀ ਇਹਦਾ ਰੀਜ਼ਨ ਕੀ ਹੈ। ਜਦੋਂ ਅਸੀਂ ਰੀਜ਼ਨ ਵੇਖਾਂਗੇ, ਸਾਰੀ ਬਾਣੀ ਨੂੰ ਧਰਮੇ ਦੇ ਨਾਲ ਆਪ ਪੜਾਂਗੇ, ਇਮਾਨਦਾਰੀ ਨਾਲ, ਤਾਂ ਸਾਨੂੰ ਇਹ ਸਮਝ ਆਏਗੀ ਕਿ ਜਦੋਂ ਕਿਸੇ ਨਾਉਨ ਨੂੰ ਫੀਮੇਲ ਬਣਾਉਣਾ ਹੁੰਦਾ ਹੈ, ਤਾਂ ਉੱਥੇ ਸਿਹਾਰੀ ਲਗਾਈ ਜਾਂਦੀ ਹੈ। ਜਿਵੇਂ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਉੱਥੇ ਭਗਤ ਦੇ ਤੱਤੇ ਨਾਲ ਸਿਹਾਰੀ ਹੈ। ਤਾਂ ਉਹ ਜਿੱਥੇ ਸਿਹਾਰੀ ਹੋਏਗੀ, ਉਹ ਫੀਮੇਲ ਜੈਂਡਰ ਹੋ ਜਾਏਗਾ। ਤੇਰੀ ਭਗਤੀ ਬੋਲਾਂਗੇ, ਭਗਤ ਅਰਥ ਹੋਏਗਾ ਭਗਤੀ। ਇੱਥੇ ਥੱਲੇ ਲਾਈਨ ਦੇ ਵਿੱਚ ਤੇਰੇ ਭਗਤ, ਇੱਥੇ ਹੁਣ ਭਗਤ ਦਾ ਤੱਤਾ ਮੁਕਤਾ ਹੈ। ਜਦੋਂ ਕਿਸੇ ਨਾਉਨ ਦਾ ਆਖਰੀ ਅੱਖਰ ਮੁਕਤਾ ਹੁੰਦਾ ਹੈ, ਤਾਂ ਉਦੋਂ ਉਹ ਪਲੂਰਲ ਯਾਨੀ ਬਹੁਵਚਨ ਬਣ ਜਾਂਦੀ। ਇੱਥੇ ਬਹੁਤੇ ਭਗਤਾਂ ਦੀ ਗੱਲ ਹੋ ਗਈ। ਭਗਤ ਦੇ ਤੱਤੇ ਥੱਲੇ ਔਂਕੜ ਆ ਜਾਏ ਤਾਂ ਉਹ ਇੱਕ ਭਗਤ ਦੀ ਗੱਲ ਹੋ ਗਈ ਹੈ ਨਾ। ਇਹ ਚੀਜ਼ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲੜੀਵਾਰ ਇਸੇ ਤਰ੍ਹਾਂ ਨੇਮ ਕੰਮ ਕਰਦਾ ਹੈ। ਹੁਣ ਅਕਾਲ ਮੂਰਤ ਵੱਲ ਆਪਾਂ ਆ ਗਏ। ਜੇ ਅਕਾਲ ਦੇ ਲੱਲੇ ਥੱਲੇ ਔਂਕੜ ਲਗਾ ਦਿੱਤਾ ਜਾਏ ਤਾਂ ਉਹ ਮੇਲ ਜੈਂਡਰ ਬਣ ਜਾਏਗਾ।
ਮੂਰਤ ਦੇ ਤੱਤੇ ਨਾਲ ਸਿਹਾਰੀ ਰਹੇਗੀ ਤਾਂ ਉਹ ਫੀਮੇਲ ਜੈਂਡਰ ਰਹਿ ਜਾਏਗਾ। ਇਹ ਦੋਵੇਂ ਸ਼ਬਦ ਅਲੱਗ-ਅਲੱਗ ਹੋ ਜਾਣਗੇ। ਉਹ ਮੇਲ ਜੈਂਡਰ ਹੋ ਗਿਆ, ਉਹ ਫੀਮੇਲ ਜੈਂਡਰ ਹੋ ਗਿਆ। ਅਕਾਲ ਦਾ ਮੀਨਿੰਗ ਹੋਏਗਾ ਕਾਲ ਤੋਂ ਰਹਿਤ, ਜਿਹਦੇ ਤੇ ਸਮੇਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਤਾਂ ਇਥੋਂ ਕੋਈ ਤਰਕਵਾਦੀ ਬੰਦਾ ਜਿਹੜਾ ਨਾ ਉਹ ਕਹਿ ਸਕਦਾ ਫਿਰ ਉਹ ਰੱਬ ਹੈ ਹੀ ਨਹੀਂ, ਨਾਸਤਿਕਤਾ ਪੈਦਾ ਹੋ ਸਕਦੀ ਹੈ। ਪਹਿਲੀ ਗੱਲ। ਮੂਰਤ ਤੱਤੇ ਨਾਲ ਸਿਹਾਰੀ ਮਤਲਬ ਹਸਤੀ, ਤੇ ਜਿਹੜੀ ਹਸਤੀ ਹੈ ਉਹਦੀ ਤਸਵੀਰ ਬਣਾਈ ਜਾ ਸਕਦੀ। ਤੁਸੀਂ ਸਾਹਮਣੇ ਬੈਠੋ, ਤੁਹਾਡੀ ਫੋਟੋ ਖਿੱਚੀ ਜਾ ਸਕਦੀ ਹੈ, ਪੱਥਰ ਦੀ ਤਸਵੀਰ ਬਣਾਈ ਜਾ ਸਕਦੀ ਹੈ। ਤਾਂ ਜੇ ਇਹ ਮੂਰਤ ਵੱਖਰਾ ਕਰਦੀ ਵੀ ਅਕਾਲ ਨਾਲੋਂ, ਤਾਂ ਸਿੱਖ ਧਰਮ ਵਿੱਚ ਮੂਰਤੀ ਪੂਜਾ ਸ਼ੁਰੂ ਹੋ ਸਕਦੀ ਹੈ। ਹੁਣ ਸਿੱਖ ਧਰਮ ਵਿੱਚ ਨਾ ਤੇ ਨਾਸਤਿਕਤਾ ਹੈ, ਨਾ ਮੂਰਤੀ ਪੂਜਾ ਹੈ। ਇਸ ਸਮੱਸਿਆ ਦਾ ਸੋਲੂਸ਼ਨ ਦੇਖੋ, ਅਕਾਲ ਦੇ ਲੱਲੇ ਦਾ ਔਂਕੜ ਹਟਾ ਦਿੱਤਾ ਹੈ ਤੇ ਮੂਰਤ ਸ਼ਬਦ ਹੈ ਫੀਮੇਲ ਜੈਂਡਰ। ਅਕਾਲ ਨੂੰ ਫੀਮੇਲ ਜੈਂਡਰ ਬਣਾਉਣ ਵਾਸਤੇ ਇਹਦੇ ਲੱਲੇ ਦਾ ਔਂਕੜ ਹਟਾ ਦਿੱਤਾ ਹੈ। ਅਕਾਲ ਇੱਥੇ ਫੀਮੇਲ ਜੈਂਡਰ ਹੈ ਤੇ ਇਹ ਭਗਤੀ ਦਾ ਇਹਦਾ ਨਾ ਮੂਰਤ ਦਾ ਵਿਸ਼ੇਸ਼ਣ ਹੈ। ਜੈਸਾ ਨਾਉਨ ਹੋਏਗਾ ਵੈਸਾ ਹੀ ਵਿਸ਼ੇਸ਼ਣ ਹੋਏਗਾ। ਅਕਾਲ ਮੂਰਤ ਦਾ ਇਕੱਠਾ ਅਰਥ ਬਣੇਗਾ ਕਾਲ ਰਹਿਤ ਹਸਤੀ। ਰੱਬ ਕਾਲ ਤੋਂ ਰਹਿਤ ਵੀ ਹੈ ਤੇ ਉਹ ਇੱਕ ਹਸਤੀ ਵੀ ਹੈ। ਉਹਦੀ ਮੂਰਤੀ ਵੀ ਨਹੀਂ ਬਣਾਈ ਜਾ ਸਕਦੀ, ਤਸਵੀਰ ਵੀ ਨਹੀਂ ਬਣਾਈ ਜਾ ਸਕਦੀ, ਤੇ ਕਾਲ ਤੋਂ ਰਹਿਤ ਵੀ ਹੈ। ਇਸ ਲਈ ਸਿੱਖ ਧਰਮ ਦੇ ਵਿੱਚ ਨਾ ਮੂਰਤੀ ਪੂਜਾ ਹੈ ਔਰ ਨਾ ਹੀ ਨਾਸਤਿਕਤਾ ਹੈ। ਤਾਂ ਇਹ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਸਾਰੇ ਵਿਆਕਰਨ ਦੇ ਨਾ ਨੇਮ ਵਰਤੇ ਨੇ। ਜਦੋਂ ਅਸੀਂ ਗੁਰਬਾਣੀ ਦੇ ਵਿਆਕਰਨ ਦੇ ਨੇਮਾਂ ਅਨੁਸਾਰ ਸਮਝਾਂਗੇ ਨਾ, ਉਹਦਾ ਫਿਰ ਇੱਕ ਹੀ ਅਰਥ ਨਿਕਲੇਗਾ, ਥੋੜੇ ਬਾਤੇ ਮਤਭੇਦ ਦੇ ਨਾਲ। ਫਿਰ ਸਾਡੇ ਸਾਰਿਆਂ ਦੇ ਅੰਦਰ ਇੱਕ ਸੁਰਤਾ ਆ ਜਾਏਗੀ। ਤੇ ਇਸ ਲਈ ਇਹ ਗੁਰਬਾਣੀ ਦੀ ਜਦੋਂ ਅਸੀਂ ਵਿਆਕਰਨ ਮੁਤਾਬਕ ਅਸੀਂ ਪੜਾਂਗੇ ਨਾ, ਫਿਰ ਸਾਡੇ ਆ ਵਿਤਕਰੇ ਖਤਮ ਹੋ ਜਾਣਗੇ। ਇੱਥੇ ਕੋਈ ਫਰਕ ਨਹੀਂ ਪੈਂਦਾ ਵੀ ਕਿਹੜੀ ਸੰਸਥਾ ਕੀ ਕਹਿੰਦੀ ਹੈ। ਸੰਤੇ ਵੀ ਗੁਰੂ ਜੀ ਕੀ ਕਹਿ ਰਹੇ ਨੇ, ਤਰਲੋਚਨ ਸਿੰਘ ਵੀਰ ਜੀ ਕੀ ਕਹਿੰਦੇ ਨੇ, ਮੋਹਰ ਸਿੰਘ ਕੀ ਕਹਿੰਦੇ ਨੇ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਗੁਰੂ ਗ੍ਰੰਥ ਸਾਹਿਬ ਜੀ ਕੀ ਕਹਿ ਰਹੇ ਨੇ, ਉਹਨਾਂ ਦੀ ਸੰਪਾਦਨ ਸ਼ੈਲੀ ਕੀ ਕਹਿ ਰਹੀ ਹੈ, ਉਹਨਾਂ ਦੇ ਲਗ ਮਾਤਰਾ ਦੇ ਨੇਮ ਕੀ ਕਹਿ ਰਹੇ ਨੇ, ਅਸੀਂ ਉਹਨੂੰ ਫੋਲੋ ਕਰਨਾ ਹੈ। ਜਦੋਂ ਅਸੀਂ ਐਵੇਂ ਕਰਾਂਗੇ ਤਾਂ ਸਾਡਾ ਜਿਹੜਾ ਵਖੇਵੇਂ ਨੇ ਉਹ ਮਿਟ ਜਾਣਗੇ, ਜੋ ਮੈਨੂੰ ਸਮਝ ਆਉਂਦਾ ਹੈ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ, ਕੀ ਵਿਚਾਰ ਨੇ ਤੁਹਾਡੇ ਵੀਰ ਗਗਨਦੀਪ? ਮੈਂ ਤਾਂ ਹੀ ਤੁਹਾਡੇ ਤੋਂ ਕਲੀਅਰ ਕੀਤਾ, ਜੋ ਮੈਂ ਹੋਰ ਤਰ੍ਹਾਂ ਪੜ੍ਹਿਆ। ਤਾਂ ਜੇ ਕੋਈ ਆ ਕੇ ਕਹੂਗਾ ਤੂੰ ਗਲਤ ਪੜ੍ਹਦਾ ਪਿਆ, ਜੋ ਮੈਂ ਟਕਸਾਲ ਤੋਂ ਸਿੱਖਿਆ ਕਿਸੇ ਨੂੰ, ਤਾਂ ਉਹ ਮੈਂ ਪੁੱਛ ਰਿਹਾ ਤੁਹਾਨੂੰ। ਉਹਦੇ ਨਾਲ ਬੇਟੇ ਕੋਈ ਫਰਕ ਨਹੀਂ ਪੈਂਦਾ। ਜਿਵੇਂ ਨਾ ਹੁਣ ਕਈ ਵਾਰੀ ਅਸੀਂ ਪੜ੍ਹਨੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾ। ਹੁਣ ਸ਼ੁੱਧ ਉਚਾਰਨ ਤਾਂ ਇਹੀ ਹੈ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾ। ਸ਼ੁੱਧ ਉਚਾਰਨ ਤਾਂ ਇਹੀ ਹੈ। ਪਰ ਜੇ ਕੋਈ ਪੜ੍ਹਦਾ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸ਼ਾਹਾਂ ਦੇ ਸ਼ਾਹ ਹੋ, ਜਿਸ ਪਾਸ ਬੈਠਿਆ ਸੋਹੀਏ ਸਭਨਾ ਦਾ ਵਿਸਾ ਹੋ, ਤਾਂ ਸਾਨੂੰ ਉਹਦੇ ਨਾਲ ਲੜਨ ਦੀ ਲੋੜ ਨਹੀਂ, ਬਹਿਸਣ ਦੀ ਲੋੜ ਨਹੀਂ ਕਿ ਤੁਸੀਂ ਉਚਾਰਨ ਪਿੱਛੇ ਤੇ ਦੁਸ਼ਮਣੀ ਪਾ ਲਓ ਖਾਮਖਾ। ਹਾਂ, ਜੇ ਉਹ ਪੁੱਛਦਾ ਹੈ ਤਾਂ ਤੁਸੀਂ ਉਹਨੂੰ ਦੱਸੋ। ਜਿਵੇਂ ਹੁਣ ਆਪਾਂ ਬੜੇ ਪਿਆਰ ਨਾਲ ਵਿਚਾਰ ਕਰ ਰਹੇ ਹਾਂ, ਐਵੇਂ ਵਿਚਾਰ ਕਰੋ, ਬਹਿਸ ਨਹੀਂ, ਦੂਜੇ ਨੂੰ ਨੀਵਾਂ ਵਿਖਾਉਣ ਵਾਸਤੇ ਨਹੀਂ। ਔਰ ਪੂਰਵ ਅਧਿਆਏ ਦੇ ਸ਼ਿਕਾਰ ਨਾ ਹੋ ਕਿ ਜੋ ਮੈਂ ਕਹਿ ਰਿਹਾ ਉਹ ਹੀ ਠੀਕ ਹੈ। ਉਹਨੂੰ ਚੀਜ਼ ਨੂੰ ਛੱਡ ਕਿ ਗੁਰਬਾਣੀ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨ ਸ਼ੈਲੀ ਕੀ ਕਹਿੰਦੀ ਹੈ, ਉਹਦੇ ਬੇਸ ਤੇ ਜਦੋਂ ਪਰਖਾਂਗੇ ਫਿਰ ਇਹ ਸਮੱਸਿਆਵਾਂ ਸੋਲਵ ਹੋ ਜਾਣਗੀਆਂ। ਠੀਕ ਹੈ ਨਾ? ਐਵੇਂ ਸਾਨੂੰ ਕਰਨ ਦੀ ਲੋੜ ਹੈ ਬੜੇ ਠਰਮੇ ਦੇ ਨਾਲ, ਪਰ ਇਹ ਬਿਰਤੀ ਸਾਡੇ ਵਿੱਚ ਘੱਟ ਹੈ। ਅਸੀਂ ਅੜ ਗਏ ਹਾਂ ਜਿਨ੍ਹਾਂ ਨੇ ਸਾਨੂੰ ਪੜ੍ਹਾਇਆ ਉਹਨਾਂ ਤੇ। ਜੋ ਮੈਨੂੰ ਕਿਸੇ ਨੇ ਪੜ੍ਹਾਤਾ ਮੈਂ ਸਿਰਫ ਉੱਥੇ ਹੀ ਅੜ ਗਿਆ ਵਾਂ, ਤੁਹਾਨੂੰ ਜੋ ਪੜ੍ਹਾਤਾ ਤੁਸੀਂ ਉੱਥੇ ਅੜ ਗਏ। ਸਾਡੀ ਦੋਵਾਂ ਦੀ ਪ੍ਰੋਬਲਮ ਇਹ ਹੈ ਕਿ ਅਸੀਂ ਆਪਣੀ ਸਰਚ ਨਹੀਂ ਕੀਤੀ। ਅਸੀਂ ਆਪ ਵੀ ਵੇਖਣਾ ਸੀ ਵੀ ਆਪ ਮਤਲਬ ਕਿ ਦੇਖੋ, ਜੋ ਮੈਂ ਹੁਣ ਕਲਾਸ ਵਿੱਚ ਤੁਹਾਡੇ ਨਾਲ ਵਿਚਾਰ ਵਟਾਂਦਰਾ ਕਰ ਰਿਹਾ ਸਾਰੇ ਵੀਰ ਭੈਣ ਨਾਲ, ਤਾਂ ਮੈਂ ਬਾਰ-ਬਾਰ ਇੱਕ ਬੇਨਤੀ ਕਰ ਰਿਹਾ ਕਿ ਮੇਰੀਆਂ ਸਾਰੀਆਂ ਗੱਲਾਂ ਨੂੰ ਸੱਚ ਨਾ ਸਮਝੋ। ਮੈਂ ਗਲਤ ਹੋ ਸਕਦਾ ਵਾਂ, 100% ਗਲਤ ਹੋ ਸਕਦਾ। ਆਪ ਜ਼ਰੂਰ ਪਰਖ ਲਿਆ ਜੇ ਯੂਨੀਵਰਸਲ ਟਰੂਥ ਦੇ ਬੇਸ ਤੇ ਜੇ ਮੈਂ ਕਿਤੇ ਗਲਤ ਲੱਗਾ ਕਿ ਮੈਂ ਗਲਤ ਆ ਵੀ ਉਹ ਰੱਬੀ ਰਜ਼ਾ ਦੇ ਵਿੱਚ ਮੇਰੀ ਗੱਲ ਪੂਰੀ ਨਹੀਂ ਉਤਰਦੀ, ਯੂਨੀਵਰਸਲ ਟਰੂਥ ਦੇ ਉੱਤੇ ਮੇਰੀ ਗੱਲ ਪੂਰੀ ਨਹੀਂ ਉਤਰਦੀ, ਤਾਂ ਮੈਨੂੰ ਗਲਤ ਕਹਿ ਦਿਓ, ਕਿਉਂਕਿ ਮੇਰੀ ਗਲਤ ਗੱਲ ਨੂੰ ਜੇ ਮੰਨੋਗੇ ਤੇ ਫਿਰ ਤੁਸੀਂ ਭਟਕ ਜਾਓ। ਇਸ ਲਈ ਯੂਨੀਵਰਸਲ ਟਰੂਥ ਨੂੰ ਬੇਸ ਬਣਾ ਕੇ ਅਸੀਂ ਵਿਚਾਰ ਵਟਾਂਦਰਾ ਕਰਨਾ। ਮੈਂ ਵੀ ਗਲਤ ਹੋ ਸਕਦਾ, ਤੁਸੀਂ ਵੀ ਹੋ ਸਕਦੇ ਹੋ। ਅਸੀਂ ਸਾਰਿਆਂ ਨੇ ਮਿਲ ਕੇ ਗੁਰਬਾਣੀ ਨੂੰ ਸਮਝ ਕੇ ਆਪਣੀਆਂ ਗਲਤੀਆਂ ਦੂਰ ਕਰਨੀਆਂ। ਧੰਨਵਾਦ ਬੇਟਾ। ਧੰਨਵਾਦ ਜੀ ਤੁਹਾਡਾ।
ਧੰਨਵਾਦ ਜੀ, ਬਹੁਤ ਵਧੀਆ ਐਕਸਪਲੇਨ ਕੀਤਾ ਜੀ ਸਾਰੇ ਸ਼ਬਦ ਨਾਲ। ਤੇ ਗਗਨਦੀਪ ਸਿੰਘ ਜੀ, ਤੁਹਾਡਾ ਵੀ ਬਹੁਤ ਬਹੁਤ ਧੰਨਵਾਦ। ਤੇ ਠੀਕ ਹੈ ਜੀ, ਆਪਾਂ ਸਮਾਪਤ ਕਰਦੇ ਹਾਂ ਜੀ, ਹੁਣ ਕਾਫੀ ਟਾਈਮ ਹੋ ਗਿਆ। ਤੇ ਸਾਰੀਆਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨਾ ਸਾਥ ਦਿੱਤਾ। ਕੱਲ ਨੂੰ ਫੇਰ ਮੁੜ ਕੇ ਆਵਾਂਗੇ ਜੀ ਆਪਾਂ 1 ਵਜੇ ਇੰਗਲੈਂਡ ਦੇ ਟਾਈਮ ਦੇ ਮੁਤਾਬਕ। ਤੇ ਉੱਤਾਂ ਹੀ ਛੁੱਟੀਆਂ ਲਈਏ ਜੀ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।